चलो स्टार्ट राइट स्टार्ट करते हैं पर डिस्कशन आज दी तो देखो है ना सोशल रिफॉर्म्स दी पूरी डिस्कशन हो रही सीगी ठीक है एवरीवन एल्स वीडियोस कर रहे ऑन अनमोल प्रियंका अनमोल लविश किथे लविश नु बुलाओ यार अनमोल गुड इवनिंग सर हाँ लविश नु भी बुलाओ यार है ना क्लासेस लगाओ चलो स्टार्ट करते हैं डिस्कशन ਆਪਾਂ ਜਿਹੜਾ ਟੌਪਿਕ ਆਪਾਂ ਦੇਖ ਰਹੇ ਸੀਗੇ ਵੀ ਵਰ ਲੁਕਿੰਗ ਐਟ ਦ ਸੋਸ਼ਲ ਰਿਫਾਰਮਸ ਆਈ ਥਿੰਕ ਹੈ ਨਾ एंड लेट्स वेट अमृता वीडियो ठीक है एंड सोशल रिफॉर्म्स ਦੇ ਉੱਪਰ ਪੂਰਾ ਡਿਸਕਸ਼ਨ ਕਰ ਰਹੇ ਸੀ ਭਗਤੀ ਐਂਡ ਆਪਾਂ ਜਿਹੜਾ ਉਹ ਮੂਵਮੈਂਟ ਸੀਗੀ ਆਪਣੀ ਕੀ ਨਾਮ ਹੈ ਭਗਤੀ ਮੂਵਮੈਂਟ ਐਂਡ ਜਿਹੜੀ ਆਪਣੀ ਉਹ ਵਾਲੀ ਹੈ ਦ ਸੂਫੀ ਮੂਵਮੈਂਟ ਦੇ ਉੱਪਰ ਆਪਣੀ ਡਿਸਕਸ਼ਨ ਹੋ ਰਹੀ ਸੀਗੀ ठीक है तो ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ देखो गाइस सिंपल जा फंडा है कि लाइट चली गई ना लाइट एज पावर इज गॉन कोई गल नहीं चलो तो देखो एवरीवन पे अटेंशन हियर हाँ जी तो सूफी मूवमेंट ते भक्ति मूवमेंट की डिस्कशन हो रही थी अपनी है ना तो बेसिकली मैं इस पूरे टॉपिक ਨੂੰ ਨਾ सोशल रिफॉर्म्स ਨਾਲ एक्सप्लेन करूंगा तो सोशल रिफॉर्म्स ਨਾਲ ही ਆਪਾਂ एक्सप्लेन करांगे कि सोशल रिलीजियस रिफॉर्म्स and social religious reforms ਜਿਹੜੇ ਸੀਗੇ they were aimed in different times by different people in this country ठीक है तो अगर ਆਪਾਂ ਦੇਖੀਏ कि social religious reforms ਦਾ basic फंडा ਕੀ ਹੈ ਇਹਦਾ basic फंडा ਇਹ ਹੈ कि you are fighting the evils ठीक है evils ਜਿਹਨੂੰ ਆਪਾਂ ਕਹਿ ਦਿੰਦੇ ਆ which are called the social evils है ना social evils ਨੂੰ ਤੁਸੀਂ fight ਕਰ ਰਹੇ ਹੋ religious evils ਨੂੰ ਤੁਸੀਂ fight ਕਰ ਰਹੇ ਹੋ in different times and different different historical contexts तो social ਤੇ religious evils ਨੂੰ ਆਪਾਂ ਮਤਲਬ almost like fight ਕਰ ਰਹੇ ਹਾਂ different times तो अगर ਆਪਾਂ ਇਹਦੀ history ਨੂੰ understand ਕਰੀਏ ਤਾਂ ਜਿਹੜੇ first social reformer ਅਗਰ ਆਪਾਂ ਜਿਹਨੂੰ ਕਹਿ ਲਈਏ ਜਿਨ੍ਹਾਂ ਨੇ ਸਭ ਤੋਂ ਪਹਿਲਾਂ evils ਨੂੰ fight ਕੀਤਾ ਸੀ ਆਪਣੇ time period ਦੇ ਵਿੱਚ that was Buddha and ਹੈ ਨਾ ਬੁੱਧਾ ਤੇ ਜੈਨ I hope you remember that ਕਿ ਕਿਵੇਂ ਇਹਨਾਂ ਨੇ ਇੱਕ ਮੂਵਮੈਂਟ ਸਟਾਰਟ ਕੀਤੀ ਸੀ ਹੈ ਨਾ ਅਗੇਂਸਟ ਦ ਰਿਲੀਜੀਅਸ ਜਿਹੜੇ ਉਸ ਟਾਈਮ ਦੇ ਡਾਕਟਰਿਨਸ ਸੀਗੇ ਬਾਈ ਵੈਦਿਕ ਜਿਹੜੇ ਲੋਕ ਸੀ ਉਹਨਾਂ ਵੱਲੋਂ ਹੈ ਨਾ ਜਾਂ ਪ੍ਰੋਪੋਨੈਂਟਡ ਡਾਕਟਰਿਨ ਸੀਗੇ so they fought against this entire thing called caste system they fought against women है ना women ਨੂੰ subordinate ਕੀਤਾ ਜਾ ਰਿਹਾ ਹੈ so Buddha and Jain were the original social reformers ਜੋ ਆਪਣੇ ਦੇਸ਼ ਦੇ ਵਿੱਚ ਆਏ after that Buddha ਤੇ ਜੈਨ ਤੋਂ ਬਾਅਦ ਹੈ ਨਾ ਫਿਰ ਵੀ ਸਿਸਟਮ ਜਿਹੜਾ ਅਗੇਨ ਬ੍ਰਾਹਮਣਿਕਲ ਹੁੰਦਾ ਗਿਆ I told you Gupta से आने तो बाद फिर वो ब्राह्मणिज्म बढ़ता गया इंडिया ਦੇ ਵਿੱਚ and eventually again the society ਜਿਹੜੀ ਹੈ again ਉਹਨਾਂ evils ਜਿਵੇਂ ਆਪਾਂ ਕਹਿ ਸਕਦੇ ਹਾਂ ਕਾਸਟ ਸਿਸਟਮ ਇੱਕ ਬਹੁਤ ਵੱਡਾ evil ਸੀਗਾ ਜਾਂ ਸਤੀ ਹੈ ਨਾ women ਦੇ ਖਿਲਾਫ ਸਤੀ ਪ੍ਰੈਕਟਿਸ ਹੋ ਰਹੀ ਹੈ ਉਹ ਇੱਕ ਬਹੁਤ ਵੱਡਾ evil ਸੀ so all these kind of evils again started to come up in the Indian society ਹੁਣ ਇਹਨਾਂ evils ਨੂੰ fight ਕਰਨ ਵਾਸਤੇ again ਕੁਝ ਧਾਰਮਿਕ मूवमेंट्स ਜਿਹੜੀਆਂ ਇੰਡੀਆ ਦੇ ਵਿੱਚ ਆਉਂਦੀਆਂ they were basically classified as bhakti movement भक्ति मूवमेंट ਜਿਹੜੇ ਸੀਗੇ ਉਹ ਇੰਡੀਆ ਦੇ ਹੀ ਲੋਕ ਸੀਗੇ ਐਂਡ ਇਹਨਾਂ ਨੇ ਇੱਕ ਡਿਫਰੈਂਟ ਆਲ ਟੁਗੇਦਰ ਇੱਕ ਡਿਫਰੈਂਟ ਰਿਲੀਜੀਅਨ ਪਰਸਪੈਕਟਿਵ ਜਿਹੜਾ ਹੈ ਉਹ ਦੱਸਿਆ ਕਿ ਭਈ ਇਹ ਵੀ ਜਿਹੜੀ ਚੀਜ਼ ਹੈ ਇਟ ਇਜ਼ ਆਲਸੋ ਇੰਪੋਰਟੈਂਟ ਕਿ ਇਹ ਚੀਜ਼ ਸਪਿਰਿਚੁਅਲਿਟੀ ਨੂੰ ਲੀਡ ਕਰਦੀ ਹੈ ਸੋ ਭक्ति मूवमेंट ਦੇ ਆਈਡੀਆਜ਼ ਜੋ ਹੈ ਅਗੇਨ ਇਟ ਵਾਸ ਟੂ ਮੇਕ ਸ਼ੋਰ ਕਿ ਉਹੀ ਸੋਸ਼ਲ ਈਵਲਸ ਉਹੀ ਸੋਸ਼ਲ ਈਵਲਸ ਦੇ ਖਿਲਾਫ ਅਸੀਂ ਫਾਈਟ ਕਰੀਏ ਐਂਡ ਵੀ ਬ੍ਰਿੰਗ ਅ ਡਿਫਰੈਂਟ ਪਿਕਚਰ ਆਫ ਰਿਲੀਜੀਅਨ ਇਨ ਫਰੰਟ ਆਫ ਅਦਰਸ भक्ति मूवमेंट ਜਿਹੜਾ ਸੀਗਾ ਉਹ ਇੰਡੀਜੀਨੀਅਸ ਸੀਗਾ मतलब ਕਹਿਣ ਦਾ ਮਤਲਬ ਹੈ ਕਿ ਇੱਥੋਂ ਦੇ ਲੋਕ ਜਿਹੜੇ ਸੀਗੇ they were involved in the bhakti movement entirely and it was more or less ਨਾ focused on Hindu religion so Hindu religion ਦੇ ਵਿੱਚ ਕਾਫੀ ਜ਼ਿਆਦਾ ਫੋਕਸ ਸੀਗਾ ਲੇਕਿਨ ਹਿੰਦੂ ਤੋਂ ਇਲਾਵਾ ਹੈ ਨਾ ਬਾਕੀ ਧਰਮ ਵੀ ਇਹਦੇ ਵਿੱਚ ਇਵੋਲਵ ਹੋਏ ਹੈ ਭਗਤੀ ਤੋਂ ਬਾਅਦ ਜਿਹੜਾ ਇੱਕ ਹੋਰ ਮੂਵਮੈਂਟ ਆਈ ਜਿਨ੍ਹਾਂ ਨੇ ਅਗੇਨ ਸੋਸ਼ਲ ਰਿਫਾਰਮਸ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ that was basically the Sufi movement ਜੋ ਅਗੇਨ ਇਹ ਇੰਡੀਜੀਨੀਅਸ ਨਹੀਂ ਸੀਗੀ came from outside with coming of है ना Muslims in India ਜਿਹੜੇ ਸੂਫੀ ਮੂਵਮੈਂਟ ਸੀਗੀ ਉਹ ਇੰਡੀਆ ਤੋਂ ਬਾਹਰੋਂ ਆਂਦੀ ਹੈ ਐਂਡ ਮੁਸਲਿਮਸ ਜਿਹੜੇ ਉਹ ਲੈ ਕੇ ਆਂਦੇ ਇਨਫੈਕਟ ਇਹ ਵੀ ਕੋਈ ਇਸੇ ਟਾਈਪ ਦਾ ਹੀ ਜਿਹੜਾ ਸਿਸਟਮ ਹੈ ਉਹਨੂੰ ਪ੍ਰੋਪੋਗੇਟ ਕਰਨ ਦੀ ਕੋਸ਼ਿਸ਼ ਕਰਦੇ ਆ ਆਫਟਰ ਦਿਸ ਭਗਤੀ ਐਂਡ ਸੂਫੀ ਮੂਵਮੈਂਟ ਦੇਖੋ ਭਗਤੀ ਦੇ ਵਿੱਚ ਅਗਰ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਹੈ ਨਾ ਗੁਰੂ ਨਾਨਕ ਦੇਵ ਜੀ ਵਾਲਾ ਭਗਤੀ ਸੇਂਟ
ਗੁਰੂ ਨਾਨਕ ਦੇਵ ਜੀ ਵਾਲਾ ਭਗਤੀ ਸੇਂਟ, तो ਤੁਹਾਨੂੰ ਪਤਾ ਗੁਰੂ ਨਾਨਕ ਦੇਵ ਜੀ ਨੇ ਵੀ ਸੋਸ਼ਲ ਰਿਫਾਰਮਸ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀ। ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਾਸਟ ਸਿਸਟਮ ਨਾਲ ਆਪਾਂ ਲੜਨਾ ਹੈ, ਵਿਮਨ ਨੂੰ ਆਪਾਂ ਇੰਪਾਵਰ ਕਰਨਾ ਹੈ ਨਾ, ਇਦਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਵੀ ਕਹੀਆਂ ਸੀਗੀਆਂ। ਫॉर एग्जांपल ਇੱਕ ਬੜੀ ਫੇਮਸ ਲਾਈਨ ਹੈ ਵਿਮਨ ਲਈ, ਹੈ ਨਾ, सो क्यों मंदा आखिए जिस जम में राजान, है ना। So the idea is कि basically they were also focusing on, है ना, empowering women and fighting the caste system and all those kind of things जो कि इन्होंने भी किया। Similarly कबीर हो गया या अपने, है ना, और बाकी रिफॉर्मर्स हो गए, they also were participating। and अगर मैं सूफी मूवमेंट की गल करना है, if I talk about the सूफी मूवमेंट ਜਿਹੜੇ ਸੀ ਇਹ basically ਬਾਹਰੋਂ ਆਏ ਸੀ ਲੋग, and they were basically involved in promoting the same kind of things like equality and all those kind of things। After these movements, the Sufi movement वाला फिर दौर खत्म होया, लेकिन still Indian society ਦੇ ਵਿੱਚ ਹਲੇ ਵੀ social evils ਜਿਹੜੇ ਸੀਗੇ ਉਹ pending ਸੀਗੇ। The project was not yet completed, so still India was into that evils ਜਿਹੜੇ ਕਿ ਸੀਗੇ। तो फिर ਜਿਹੜੇ evils ਨੂੰ fight ਕਰਨ ਵਾਸਤੇ ਜਿਹੜੇ ਲੋਕ ਆਂਦੇ ਹੈ, they come in basically 19th century। 19th century ਦੇ ਵਿੱਚ ਕੁਝ ਨਵੇਂ ਰਿਫਾਰਮਰਸ ਆਂਦੇ ਹੈ and they try to bring change to these social and ਰਿਲੀਜੀਅਸ ਜੋ ਈਵਲਸ ਹੈ ਉਹ ਪ੍ਰੈਜ਼ੈਂਟ ਹੈ ਸੋਸਾਇਟੀ ਦੇ ਵਿੱਚ। ਉਹਨੇ 19th ਸੈਂਚੁਰੀ ਦੇ ਵਿੱਚ ਜਿਹੜੇ ਆਉਂਦੇ ਆ, ਇਹਨਾਂ ਦੇ ਵਿੱਚ ਆਪਾਂ ਪੜਾਂਗੇ ਇੱਕ ਰਾਜਾ ਰਾਮ ਮੋਹਨ ਰਾਏ ਹੋਣਗੇ, ਹੈ ਨਾ, ਯੂ ਮਸਟ ਹੈਵ ਹਰਡ ਅਬਾਊਟ ਰਾਜਾ ਰਾਮ ਮੋਹਨ ਰਾਏ। ਫਿਰ ਇੱਕ ਤੁਹਾਨੂੰ ਪਤਾ ਹੈ ਕਿ ਸਵਾਮੀ ਵਿਵੇਕਾਨੰਦ ਹੋਣਗੇ, ਹੈ ਨਾ, ਸਿਮਿਲਰਲੀ ਦਇਆਨੰਦ ਸਰਸਵਤੀ ਹੋਣਗੇ। ਸੋ ਡਿਫਰੈਂਟ ਸਮਾਜ, ਜਿਵੇਂ ਦੇਵ ਸਮਾਜ, ਆਰਿਆ ਸਮਾਜ, ਬ੍ਰਹਮੋ ਸਮਾਜ, ਇਦਾਂ ਦੇ ਕਾਫੀ ਮੂਵਮੈਂਟਸ ਹੋਣਗੀਆਂ ਜਿਹੜੀਆਂ 19th ਸੈਂਚੁਰੀ ਦੇ ਵਿੱਚ ਵੀ ਇਨਸਪਾਇਰ ਕਰਨਗੀਆਂ ਟੂ ਫਾਈਟ ਥੀਸ ਈਵਲਸ ਬੇਸਿਕਲੀ। ਕਿ ਜਿਹੜੇ ਸੋਸ਼ਲ ਰਿਫਾਰਮ ਸੀਗੇ ਉਹ ਹਲੇ ਤੱਕ ਇੱਕ ਪੈਂਡਿੰਗ ਪ੍ਰੋਜੈਕਟ ਸੀਗਾ, ਇਹਨੇ ਜਿਹੜਾ ਹੈ ਕੰਪਲੀਟ ਹੋਇਆ ਨਹੀਂ ਸੀਗਾ। 19th ਸੈਂਚੁਰੀ ਤੋਂ ਬਾਅਦ ਵੀ ਪੂਰਾ ਸਿਲਸਿਲਾ ਚੱਲੂਗਾ ਐਂਡ 20th ਸੈਂਚੁਰੀ ਦੇ ਵਿੱਚ ਵੀ ਕੋਸ਼ਿਸ਼ ਕੀਤੀ ਜਾਊਗੀ ਕਿ ਇਹਨਾਂ ਈਵਲਸ ਨੂੰ ਫਾਈਟ ਕਰਨ ਦੀ, which means ਕਿ 20th ਸੈਂਚੁਰੀ ਦੇ ਵਿੱਚ ਤੁਹਾਨੂੰ ਪਤਾ ਡਾਕਟਰ ਅੰਬੇਦਕਰ ਜਿਹੜੇ ਆਣਗੇ, he will be one of the finest social reformers ਜਿਹੜੇ ਕਿ will try to introduce reforms in the society। and ਡਾਕਟਰ ਅੰਬੇਦਕਰ ਦੇ ਨਾਲ ਹੋਰ ਵੀ ਬੜੇ ਇੰਪੋਰਟੈਂਟ ਰੂਲ ਥਿੰਕਰਸ ਜਿਹੜੇ ਹੈ ਉਹ ਵੀ ਆਣਗੇ। so basically in every century we are trying to fight the same evils। and 21st ਸੈਂਚੁਰੀ ਦੇ ਵਿੱਚ ਆਪਣੇ ਕੋਲੇ, ਹੈ ਨਾ, 21st ਸੈਂਚੁਰੀ ਦੇ ਵਿੱਚ ਆਪਣੇ ਕੋਲੇ ਸੁਪਰੀਮ ਕੋਰਟ ਹੋ ਗਿਆ ਐਂਡ, ਹੈ ਨਾ, ਕੋਰਟਸ ਹੋ ਗਏ, ਇਹ ਬੇਸਿਕਲੀ ਸੋਸ਼ਲ ਰਿਫਾਰਮਸ, ਹੈ ਨਾ, ਜਾਂ ਗਵਰਨਮੈਂਟਸ ਹੋ ਗਈਆਂ, ਇਹ ਬੇਸਿਕਲੀ ਸੋਸ਼ਲ ਰਿਫਾਰਮਸ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਜਿਵੇਂ ਆਪਾਂ ਦੇਖਿਆ ਸੀ ਕਿ ਟ੍ਰਿਪਲ ਤਲਾਕ ਨੂੰ ਬੈਨ ਕੀਤਾ ਗਿਆ, ਜਾਂ ਫਿਰ, ਹੈ ਨਾ, ਹੋਰ ਜਿਹੜੇ ਹੈ ਟੈਂਪਲ ਐਂਟਰੀ ਮੂਵਮੈਂਟਸ ਹੋ ਰਹੀਆਂ, ਫੈਮਿਨਿਨ ਮੂਵਮੈਂਟਸ ਹੋ ਰਹੀਆਂ। ਤਾਂ ਕਿਤੇ ਨਾ ਕਿਤੇ ਇਹ ਜਿਹੜੇ ਹੈ ਦੇ ਆਰ ਟ੍ਰਾਈਂਗ ਟੂ ਕੰਡਕਟ ਸੋਸ਼ਲ ਰਿਫਾਰਮਸ। ਇੰਨੇ ਸਾਲਾਂ ਤੋਂ ਸੋਸਾਇਟੀ ਦੇ ਵਿੱਚ ਰਿਫਾਰਮਸ ਲਿਆਉਣ ਦੀ ਗੱਲ ਕਰ ਰਹੇ ਹਾਂ ਆਪਾਂ, and we started with this entire project from Buddhism and Jainism, and we have come to a position ਜਦੋਂ ਕਿ ਆਪਾਂ, ਹੈ ਨਾ, ਸੁਪਰੀਮ ਕੋਰਟ ਐਂਡ ਗਵਰਨਮੈਂਟ ਜਿਹੜੀਆਂ ਹੈ ਉਹ ਇਹ ਬੇਸਿਕਲੀ ਈਵਲ ਨੂੰ ਫਾਈਟ ਕਰ ਰਹੀਆਂ, ਹੈ ਨਾ। ਲੇਕਿਨ ਇੰਨੇ ਸਾਲਾਂ ਤੋਂ ਆਪਣੀ ਸੋਸਾਇਟੀ ਦੇ ਵਿੱਚ ਉਹ ਜਿਹੜੇ ਈਵਲਸ ਹੈਗੇ ਆ, ਉਹ ਜਿਹੜੀਆਂ ਪ੍ਰੋਬਲਮਸ ਹੈਗੀਆਂ, ਉਹ ਜਿਹੜੀਆਂ ਦਿੱਕਤਾਂ ਹੈਗੀਆਂ, ਸਟਿਲ ਇਟ ਇਜ਼ देयर, ਹੈ ਨਾ, ਇਟ ਇਜ਼ ਸਟਿਲ ਪਾਰਟ ਆਫ ਆਰ ਸੋਸਾਇਟੀ। ਇਹ ਹਾਲੇ ਤੱਕ ਬਦਲਾਵ ਨਹੀਂ ਆਇਆ। तो अगर मैं ईवल्स की गल करता है ना, इफ आई टॉक अबाउट ईवल्स, तो मैं अपने ईवल्स ਨੂੰ ਦੋ ਤਰੀਕੇ ਨਾਲ ਡਿਵਾਈਡ ਕਰ ਸਕਦਾ, ਹੈ ਨਾ। ਇੱਕ ਈਵਲ ਤਾਂ ਮੇਰਾ ਹੈ ਰਿਲੀਜੀਅਸ, ਇਹ ਰਿਲੀਜੀਅਸ ਈਵਲਸ ਹੈ, ਐਂਡ ਦੂਜੇ ਈਵਲਸ ਮੇਰੇ ਹੈਗੇ ਸੋਸ਼ਲ, ਸੋਸਾਇਟੀ ਦੇ ਵਿੱਚ ਕੁਝ ਈਵਲਸ ਹੈ। ਤਾਂ ਅਗਰ ਮੈਂ ਰਿਲੀਜੀਅਸ ਈਵਲਸ ਦੀ ਗੱਲ ਕਰਦਾ ਜਾਂ ਰਿਲੀਜੀਅਸ ਇਸ਼ੂਜ਼ ਦੀ ਗੱਲ ਕਰਦਾ ਤਾਂ ਇਹਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ। ਫॉर एग्जांपल ਮੇਰੇ ਕੋਲ ਸਭ ਤੋਂ ਇੰਪੋਰਟੈਂਟ ਆ ਜਾਂਦਾ ਹੈ ਬਿਲੀਵ ਇਨ ਸੁਪਰਸਟੀਸ਼ਨਸ, है ना, कि मैं सुपरस्टिशन आज भी रिलीजन के बेसिस पे बिलीव करता है। मैं रैशनलिज्म, इरैशनल थॉट प्रोसेस आज भी बिलीव करदा है। मैं आइडल वर्शिप गल चलदी है ओदे विच आपां बिलीव करीदा है। मैं रैशनल थॉट, इरैशनली मैं ना कस्टम्स दे विच करदा, सो आई बिलीव इरैशनल इन कस्टम्स, मैनू कस्टम्स दे विच रैशनल बिलीव है। कितना किते, है ना, रिलीजन दे विच अपना अगर कास्ट सिस्टम आए तो मैं कास्ट सिस्टम दे विच आज भी हिरारकी च बिलीव करदा है। मैं आज भी कहना है कि लोअर कास्ट ही है, अपर कास्ट ही, आर्टिकल 15 मूवी दे विच प्रॉपर्ली दिखाया है। तो मैं किते ना किते, है ना, मोनोथिज्म या पॉलीथिज्म दे विच भी पढ़िया होया है। तो तुसी बस आओ देख लो, एक मूवी आई सी ओ माय गॉड, है ना, OMG, जो पीके मूवी भी आई सी, ओदे विच दिखाया है कि किवें आपां हले भी धार्मिक इरैशनल सुपरस्टिशंस, कास्ट सिस्टम, पॉलीथिज्म, इन्हां गल्लां दे विच आपां, है ना, हले भी बड़े होए हैं। एंड सोशली अगर देखो, है ना, सोशली अगर देखो तो आप आज भी विमेन दी पोजीशन लेके बहुत बड़े क्वेश्चन करते हैं। विमेन दी पोजीशन, विमेन दे रिगार्डिंग जिन्ने भी इश्यूज है, पर्दा सिस्टम एंड ऑल दोस काइंड ऑफ थिंग्स आर देयर। तो आज भी ये ਜਿਹੜੇ सोशल इवल्स है प्रेजेंट है इंडिया ਦੇ ਵਿੱਚ, ਇੰਨੇ ਸਾਲ ਪਹਿਲਾਂ ਵੀ प्रेजेंट ਸੀਗੇ, ठीक है। सो मेजर चेंजेस कोई ज्यादा आए नहीं। So can anyone list, yes, anyone, कि what could be the reason कि अपनी सोसाइटी हले भी इतनी चेंज नहीं हुई है एंड एंसेस्ट्रली जो चीज़ां चल रही हैं एंड वही चीज़ां जड़ियां हैं कंटिन्यू कर रही हैं। Anyone can reason out? Yes, हरनूर, समझ आया क्वेश्चन? हरनूर हंस रहा है। हाँ जी,
ਹਾਂਜੀ ਸਰ ਮੈਨੂੰ ਪੜ ਲੈਂਦੇ ਤੁਸੀਂ। ਹਾਂਜੀ ਸਰ ਐ ਹੋ ਸਕਦਾ ਵੀ ਇਹ ਜਿਵੇਂ ਕਾਸਟ ਸਿਸਟਮ ਵਗੈਰਾ ਹੈਗਾ, ਇਹਨੂੰ ਤਾਂ ਆਪਾਂ ਰਿਲੀਜਨ ਦੇ ਨਾਲ ਹੀ ਰਿਲੇਟ ਕਰਕੇ ਦੇਖਦੇ ਸ਼ੁਰੂ ਤੋਂ। ਮਤਲਬ ਸ਼ੁਰੂ ਇਹ ਐ ਨਹੀਂ ਹੋਇਆ ਸੀ, ਪਰ ਜਿਵੇਂ ਬ੍ਰਾਹਮਣਸ ਹੋ ਗਏ ਉਹਨਾਂ ਨੂੰ ਹਾਇਰ ਕੰਸੀਡਰ ਕੀਤਾ ਜਾਂਦਾ ਸੀ, ਤੇ ਆਪਣੀ ਜਿੰਨੀ ਵੀ ਟੀਚਿੰਗ ਰਹੀ ਹੈ 18th ਸੈਂਚੁਰੀ ਤੱਕ, ਮਤਲਬ ਉਹ ਸਾਰੀ ਇਸੇ ਦੇ ਬੇਸ ਤੇ ਰਹੀ ਹੈਗੀ। ਆਪਾਂ ਮਤਲਬ ਵੈਸਟਰਨਾਈਜ਼ ਹੋਏ ਨਹੀਂ, ਜਾਂ ਆਪਾਂ ਸਾਇੰਸ ਤੇ ਉਸ ਚ ਆਪਾਂ ਇਨਵੈਸਟ ਨਹੀਂ ਕੀਤਾ ਸੀ। ਤਾਂ ਇਹ ਆਪਣੇ ਮਤਲਬ ਸੋਚ ਹੀ ਇਹੋ ਜਿਹੀ ਡਿਵੈਲਪ ਹੋ ਗਈ ਬਾਏ ਟਾਈਮ, ਜਿਹਨੂੰ ਆਪਾਂ ਚੇਂਜ ਨਹੀਂ ਕਰ ਪਾ ਰਹੇ ਜਲਦੀ ਜਲਦੀ। ਤੋ ਇਹਦੇ ਵਿੱਚ ਤੁਸੀਂ ਇੱਕ ਇੰਪੋਰਟੈਂਟ ਰੀਜ਼ਨ ਹਾਈਲਾਈਟ ਕਰੋ, ਕੋਈ ਵੀ ਇੱਕ ਵਰਡ ਨਾਲ। ਤੁਸੀਂ ਕੀ ਇੱਕ ਵਰਡ ਦੇ ਵਿੱਚ ਡਿਫਾਈਨ ਕਰੋਗੇ ਇੱਕ ਕਾਰਨ ਆਪਣਾ? ਕਿ ਮੇਰਾ ਕੁਐਸਚਨ ਸਿੰਪਲ ਹੈ, ਇੰਨੇ 100 ਸਾਲਾਂ ਤੋਂ ਅੱਜ ਵੀ ਆਪਾਂ ਵਿਮਨ ਨੂੰ ਐਮਪਾਵਰ ਨਹੀਂ ਕਰ ਪਾਏ, ਅੱਜ ਵੀ ਆਪਾਂ ਕਾਸਟ ਸਿਸਟਮ 'ਚ ਬਿਲੀਵ ਕਰਦੇ ਹਾਂ, ਅੱਜ ਵੀ ਆਪਾਂ ਧਾਰਮਿਕ ਸੁਪਰਸਟੀਸ਼ਨਸ 'ਚ ਬਿਲੀਵ ਕਰਦੇ ਹਾਂ। ਕੀ ਇੱਕ ਰੀਜ਼ਨ ਤੁਹਾਡੇ ਅਕੋਰਡਿੰਗਲੀ ਹੋ ਸਕਦਾ ਹੈ ਕਿ ਆਪਾਂ ਅੱਜ ਤੱਕ ਬਦਲਾਅ ਕਿਉਂ ਨਹੀਂ ਕੀਤਾ? ਸਰ lack of education. Lack of education. Okay, literacy. lack of education. ਤੁਸੀਂ ਕਹਿੰਦੇ ਹੋ literacy would be a reason. Okay, great. ਹਾਂਜੀ ਪ੍ਰਿਯੰਕਾ ਮੈਮ, yes. Mentioned the same. I had written in the chat box, illiteracy. Okay, literacy is your reason. Okay, great. Anybody else with a different reason? Amrita? So economic backwardness. Economic backwardness. How do you connect both of them? So the issues that involve women, like women are relegated, it is mainly majorly in the stratas where people are not empowered much in economic terms. Otherwise people who are educated or who have who are belong to good families kind of portray the women at par with men. Economic backwardness could be a reason. I think the whole problem starts from economy and social backwardness. Women empowerment comes afterwards. First it's economic and the social backwardness which needs to be addressed, wherein the thinking of the people needs to be changed regarding women. Okay, right. So your point is that patriarchy ਜਿਹੜੀ ਗੱਲ ਚੱਲਦੀ ਹੈ, patriarchy ਜਿਹੜੇ ਬੱਚਿਆਂ ਨੂੰ ਨਹੀਂ ਪਤਾ, patriarchy is basically male domination, ਹੈ ਨਾ। ਆਪਾਂ ਮਰਦ ਪ੍ਰਧਾਨ ਸਮਾਜ ਜਦੋਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, that is basically patriarchy. So do you think patriarchy is in our DNA? Indians ਦੇ DNA 'ਚ patriarchy ਹੈ which can't change, Amrita? So yes, not specifically Indians. I mean everywhere. If we see historically as well, woman is considered that she is physically she has physical limitations. I mean biological limitations, and I so think are we everywhere? Are we born with are we born with patriarchy, or do we socialize with patriarchy? What do you mean by that? We are born with patriarchy, and we kind of kind of flare up the whole concept of patriarchy when the country is not performing well in terms of socially or economically. Okay, so society and economics that plays a major role according to me. So yes, definitely. There is a thing politically can I say political reasons can also be there, because different empires have tried to make sure that they believe in a social system that they feel is right, and thus the things didn't change on a much larger scale. For example, Guptas, they tried to enforce the Varna system, and South India, if you see Vijayanagar Empire and other empire, they also practiced their dharma shastras according to Ved. So they believe that the state should be based on religion per se. So do you think political reasons are also very, very important when it comes to non-changing of our society? Yes, Shruti? Yes, sir. So one reason can be political? Yeah, great. So what do you think about socialization? Yes, Anmol, socialization. Sir, it affects the society, sir, क्योंकि sir जिਵੇਂ ਅਸੀਂ ਬਾਹਰ ਜਿਵੇਂ ਸਭ ਦੇਖਦੇ ਹਾਂ, ਮਤਲਬ ਆਊਟ ਆਫ ਕੋਈ ਵੀ ਆਪਣੇ ਸੋਸਾਇਟੀ ਜਾਣਨੇ ਕੀ ਹੈ, ਐਵਰੀਥਿੰਗ ਇਜ਼ ਮਤਲਬ ਸਾਰੇ ਨੇ ਇਕੁਅਲ ਪ੍ਰੈਫਰੈਂਸ ਮਿਲਦੀ ਹੈ, ਇਹ ਸਰ ਇਫੈਕਟ ਤਾਂ ਹੁੰਦਾ ਸਰ ਸੋਸ਼ਲ ਪ੍ਰੈਫਰੈਂਸ। Socialization ਦਾ basic ਮਤਲਬ ਹੈ ਕਿ the way you are born and brought up, ਹੈ ਨਾ, the way you interact with your family, the way you interact with your peer, है ना, with your friends in college, yes, in school, in your gully, mohalla. Yes, sir. Like in Haryana, sir, we can say that there is a very much male dominance in social ਜਿਹੜਾ ਤੁਸੀਂ ਕਹਿ ਰਹੇ ਹੋ sir,
socialization. Yes, sir. So there can be many reasons. Another reason can be religious, है ना, that we tend to believe that whatever the religion says is the word of God and that can't be questioned. Yeah. नहीं, थोड़ा सर हाँ लविश. सर थोड़ा फिर तो समझाओगे, नेटवर्क प्रॉब्लम करके क्यों नहीं होया, कनेक्ट नहीं हो पाया सर ये? यार मैं ये दस रहा, बिल्कुल सिंपल है मेरा जो आज ਦਾ ਸਵਾਲ. ਸਟਾਰਟਿੰਗ ਆਈ ਸਟਾਰਟਡ ਵਿਦ ਦਿਸ ਵੈਰੀ ਇੰਟਰਸਟਿੰਗ ਕੁਐਸਚਨ ਕਿ ਇੰਨੇ 100 ਸਾਲਾਂ ਤੋਂ ਇੰਨੇ ਤਕੜੇ ਆਪਣੇ ਸੋਸ਼ਲ ਰਿਫਾਰਮਰਸ ਆਏ ਹੈ. We started this entire process in the BC and not even in the AD, and when Buddhism and Jainism came, ठीक है, ਉਹਨਾਂ ਨੇ ਵੀ ਰਿਫਾਰਮ ਕਰਨ ਦੀ ਕੋਸ਼ਿਸ਼ ਕੀਤੀ, ਧਾਰਮਿਕ ਰਿਫਾਰਮਸ ਵੀ ਕਰਨ ਦੀ ਕੋਸ਼ਿਸ਼ ਕੀਤੀ, ਸਮਾਜਿਕ ਜਿਹੜੇ ਹੈ ਬਦਲਾਵ ਲਿਆਉਣ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ. ਫਿਰ ਉਸ ਤੋਂ ਬਾਅਦ ਆਪਣੇ ਕੋਲੇ ਹੈ ਨਾ ਅੱਗੇ ਜਾ ਕੇ ਤੁਸੀਂ ਦੇਖੋ ਭਗਤੀ ਮੂਵਮੈਂਟ ਆਉਂਦੀ ਹੈ, ਜਿਹੜੇ ਹਿੰਦੂ ਰਿਲੀਜਨ ਦੇ ਵਿੱਚ ਸਪੈਸੀਫਿਕਲੀ ਚੇਂਜਸ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹੈ. फिर अपने को सूफी मूवमेंट आती है. They come from outside and they also come with a message of peace, compassion, equality, liberty and loving each other and connecting with the Almighty, not on the basis of some middleman but directly, है ना, एक link बनाने की कोशिश करते हैं. फिर वो 15th सेंचुरी ਦੇ ਵਿੱਚ अगेन बड़े इंटरेस्टिंग भक्ति मूवमेंट ਦੇ ਲੋਕ ਆਉਂਦੇ ਆ ਜਿਹੜੇ ਕਿ ਬਹੁਤ ਚੇਂजेस ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ, है ना. फिर उस तो बाद अपने को 19th सेंचुरी ਦੇ ਵਿੱਚ फिर बड़े अमेजिंग रिफॉर्मर्स आते हैं जो अगेन ਉਹੀ ਗੱਲਾਂ ਕਰਦੇ ਜੋ 14th सेंचुरी 15th सेंचुरी ਦੇ ਭਗਤੀ ਦੇ ਲੋਕ ਕਰਦੇ ਸੀਗੇ. ਐਂਡ ਪਹਿਲਾਂ ਉਸ ਤੋਂ ਪਹਿਲਾਂ ਜਿਹੜੇ ਸੀਗੇ ਉਹ ਸੂਫੀ ਵਾਲੇ ਕਰਦੇ ਸੀ. ਫਿਰ 8ਵੀਂ ਸੈਂਚੁਰੀ ਦੇ ਭਗਤੀ ਦੇ ਲੋਕ ਕਰਦੇ ਸੀ. ਐਂਡ ਉਸ ਤੋਂ ਪਹਿਲਾਂ ਚਲੇ ਜਾਓ ਤਾਂ ਬੁੱਧਿਜ਼ਮ ਜੈਨਿਜ਼ਮ ਕਰਦਾ ਸੀਗਾ. ਉਹ ਵੀ ਉਹੀ ਗੱਲਾਂ ਕਰਦੇ. ਰਾਜਾ ਰਾਮ ਮੋਹਨ ਰਾਏ ਹੋ ਗਿਆ ਜਾਂ ਫਿਰ ਆਪਣੇ ਦੂਜੇ ਹੋ ਗਏ. ਫਿਰ 20th सेंचुरी ਦੇ ਵਿੱਚ ਡਾਕਟਰ ਅੰਬੇਦਕਰ ਵਰਗੇ ਰਿਫਾਰਮਰਸ ਆਉਂਦੇ ਆ ਐਂਡ ਦੇ ਆਲਸੋ ਟਰਾਈ ਟੂ ਬ੍ਰਿੰਗ ਸਰਟਨ ਕਾਈਂਡ ਆਫ ਰਿਫਾਰਮਸ. And finally 21st century ਦੇ ਵਿੱਚ ਵੀ ਸੁਪਰੀਮ ਕੋਰਟਸ ਵੱਲੋਂ ਜਜਮੈਂਟਸ ਆਉਂਦੀਆਂ, ਮਤਲਬ ਹੈ ਨਾ ਡੈਮੋਕ੍ਰੇਸੀ ਰਿਫਾਰਮਸ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ. In spite of all these efforts of 2500s of Indian history, despite all these efforts, still we have lot of social issues, है ना. Women is still not empowered. ਅੱਜ ਵੀ religious superstition ਬਹੁਤ ਜ਼ਿਆਦਾ ਹੈ ਇੰਡੀਆ ਦੇ ਵਿੱਚ. ਅੱਜ ਵੀ ਆਈਡਲ ਵਰਸ਼ਿਪ ਬਹੁਤ ਜ਼ਿਆਦਾ ਪ੍ਰੈਕਟਿਸ ਕੀਤੀ ਜਾਂਦੀ ਹੈ. ਅੱਜ ਵੀ ਕਾਸਟ ਸਿਸਟਮ ਬਹੁਤ ਜ਼ਿਆਦਾ ਪ੍ਰੈਵਲੈਂਟ ਹੈ in various pockets of the country. तो ਇਹ ਪੈਰਾਡੌਕਸ ਕਿਉਂ ਹੈ ਇਸ ਦੇਸ਼ ਦੇ ਵਿੱਚ ਕਿ ਜਿੱਥੇ ਇੰਨੇ 100 ਸਾਲਾਂ ਤੋਂ ਰਿਫਾਰਮਰਸ ਆ ਰਹੇ ਹੈ ਐਂਡ ਵੀ ਆਰ ਜਸਟ, ਹੈ ਨਾ, ਇਹ ਜਿਹੇ ਰਿਫਾਰਮਰਸ ਨੂੰ ਆਪਾਂ ਰੱਬ ਮੰਨਦੇ ਹਾਂ ਨਾ. ਸੋ ਵੀ ਆਰ ਜਸਟ ਬਿਲੀਵਿੰਗ that these are not just reformers, these are gods. Still there's a paradox that ਇੰਨੇ ਰਿਫਾਰਮਰਸ ਦੇ ਆਉਣ ਤੋਂ ਬਾਵਜੂਦ ਇੰਡੀਅਨ ਸੋਸਾਇਟੀ ਨਹੀਂ ਜ਼ਿਆਦਾ ਚੇਂਜ ਹੋਈ ਜਾਂ ਚੇਂਜ ਹੋਈ. ਆਈ ਡੋਂਟ ਨੋ ਤੁਹਾਡਾ ਕੀ ਵਿਚਾਰ ਹੈ ਨਾ. ਸੋ ਆਈ ਜਸਟ ਵਾਂਟਡ ਟੂ ਸਟਾਰਟ ਵਿਦ ਦਿਸ ਡਿਸਕਸ਼ਨ ਇਨੀਸ਼ੀਅਲੀ. ਰਾਈਟ, ਸਮਝ ਆਇਆ ਲਵਿਸ਼? everyone who has joined new? हाँ जी सर, हाँ जी. ना, तो what do you think, what could be the reasons के इन्ने रिफॉर्म, देखो ये मेंस का क्वेश्चन है बहुत, क्योंकि मेंस ना यूपीएससी मेंस ਦੇ ਵਿੱਚ ਬਹੁਤ ਇਹੋ ਜਿਹੇ क्वेश्चन ਆਉਣ ਲੱਗੇ ਹੈ. क्वेश्चन ਕੀ ਹੈ ਇਹਦਾ, ਜਿਹੜਾ क्वेश्चन ਦਾ ਬੇਸਿਕ ਫੰਡਾ ਹੁੰਦਾ ਉਹ ਹੁੰਦਾ ਪੈਰਾਡੌਕਸ. तो ਇੱਕ ਤੁਹਾਨੂੰ ਪੈਰਾਡੌਕਸ ਦੇਣਗੇ and you have to answer that question according to, ਤੁਹਾਨੂੰ ਇੱਕ ਪੈਰਾਡੌਕਸ ਦੇ ਦੇਣਗੇ ਕਿ ਯਾਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਹੀਂ ਹੋ ਰਿਹਾ. so this is called a paradox ਕਿ ਇੰਨੇ ਰਿਫਾਰਮਰਸ ਆ ਰਹੇ ਹੈ, ਇੰਨਾ ਕੁਝ ਹੋ ਰਿਹਾ ਹੈ, still things are not moving. We are still, है ना, talking about women empowerment, we are still talking about, है ना, these kind of things जो कि पहला इन्ने लोग कह चुके हैं. So what could be the reasons for this particular paradox? Why the society is not changing? So somebody said literacy is the reason, which means education नहीं आई लोगों दे कोले ताकि वो change करन. Economic backwardness क्या गया कि भाई, है ना, economy वो नहीं है, patriarchy नहीं है. पॉलिटिकल एक मेजर कारण मैंने लगता है कि पॉलिटिकल ये सोशलाइजेशन एक बहुत मेजर कारण है. पॉलिटिकल या मेन था सर, मेन पॉलिटिकल है. हाँ जी सर. ओके, तो और कोई रीजंस? एनीवन एल्स कैन कम अप विद देयर रीजंस. यस Asis, do you, what do you think about this? Have you understood the question? Yes sir. So what do you think, what could be one reason? So I believe I don't think anything other than all these reasons that we've already written down. Okay. सर डेवलपमेंट ऑफ दैट एरिया सर, मतलब कि सर कितना के डेवलप हुआ है? वो इकोनॉमिक बैकवर्डनेस आ गया. ओके ओके. See, there is another theory which says that these were actually not, these were reformers. These were not revolutionizers. ਇਹ revolution ਦੀ ਗੱਲ ਨਹੀਂ ਇਹਨਾਂ ਨੇ ਕੀਤੀ ਕਦੇ ਵੀ. For example, ਜਿਨ੍ਹਾਂ ਨੇ revolution ਦੀ ਗੱਲ ਕੀਤੀ ਉਹਨਾਂ ਦੀ revolution ਦੀ ਗੱਲ ਮੰਨੀ ਨਹੀਂ ਗਈ, है ना. ਜਿਵੇਂ ਡਾਕਟਰ ਅੰਬੇਦਕਰ ਨੇ ਇੱਕ ਬਹੁਤ ਫੇਮਸ ਲਾਈਨ ਬੋਲੀ ਸੀ, annihilation of caste. ਠੀਕ ਹੈ, annihilation of caste. ਉਹਨਾਂ ਨੇ ਕਿਹਾ ਸੀਗਾ ਕਿ ਕਾਸਟ ਨੂੰ ਖਤਮ ਕਰ ਦਿਓ. This is called revolution, है ना. And ਇੱਕ ਹੁੰਦਾ ਗਾਂਧੀ ਜਿਹੜਾ ਕਹਿੰਦਾ ਕਿ ਭਾਈ ਕਾਸਟ ਨੂੰ ਰਿਫਾਰਮ ਕਰੋ, ਉਹ ਹੁੰਦਾ ਰਿਫਾਰਮਰ. Annihilation is starting from the scratch, building a new institution altogether. And revolution is that
that your social institutions, your political institutions, your religious institutions are defunct and they can't function anymore. So we have to start from scratch. We have to start building these institutions again. We need a new kind of society. We need a new kind of polity. We need a new kind of, religion. And but reform, on the other hand, is that okay, fine. This is fine. We need to do certain, X and Y for this thing. For example, एक ਤਾਂ ਹੁੰਦਾ ਕਿ ਘਰ ਨੂੰ ਬਿਲਕੁਲ ਸਿਰੇ ਤੋਂ ਦੁਬਾਰਾ ਬਣਾਉਣਾ ਹੈ ਨਾ, ਇੱਕ ਹੁੰਦਾ ਕਿ ਘਰ ਦੇ ਵਿੱਚ ਕੁਝ changes ਕਰ ਦੇਣੇ. If you are bringing certain small changes in the house, that's reform. And if you are trying to build a new house from the scratch, from the land, that's called revolution. So एक बहुत बड़ा issue है कि these all things were reforms, and they were not basically questioning the patriarchy per se, but they were questioning the symptoms of the patriarchy. They were not trying to get rid of the disease, but they're trying to get rid of the symptoms of the disease. So that is something which is there. एक second guys, एक second. हाँ जी. So guys, have you got the reasons? Yes, child gender stereotypes. तो यही discussion था basically. I started with this discussion. ठीक है, तो आगे चलते हैं. आप हम थोड़ा जा, I hope है ना, picture clear हो रही है कि what exactly I am trying to discuss. Political reasons में क्या क्या आता है? Political reasons में दीक्षा, it's all about the state initiative, the state idea, the idea of the state, that what state is trying to enforce. If the state is not, for example, Akbar है. Akbar was very tolerant about other religions. Akbar tried to promote some sense of rationalism in the situation. But on the other hand, Aurangzeb was very fundamental. So basically, key hai ki when Aurangzeb was there, the society went backward. But when the Akbar was there, the society went a little forward. So ultimately, that's all about the state. And what's exactly is happening in Europe in these time periods, it's totally different. The state is favoring rationalism. The state is favoring science over religion. The state is favoring equality over, over hierarchies. The state is favoring liberty over slavery. So they have evolved over a period of time. On the other hand, India, the state was favoring, slavery. The state was favoring all those kind of things. So that's a basic problem here. So state is also one of the major reasons. On the Supreme Court ने कल परसों judgment pass की है, where Supreme Court said कि contempt of court the proceedings जड़ियाँ court ते लागू नहीं होंदी है. Now this is wrong. And because here the state is telling you that fundamental rights to freedom and speech and expression are not very sacrosanct, and they can be violated, and violated just because you call the Chief Justice of India and a guy who is riding a bullet or riding a bike on in lockdown, which is okay. It's a very simple thing to say. I mean, इधर तो कोई ज़्यादा issue नहीं बनाना चाहिए था in a mature democracy, but they did that. So it's something which talks about the state. I hope तो समझ आ रहा है कि state का मैं की idea है. तो भक्ति मूवमेंट ते सूफी मूवमेंट भी ट्राई किया गया. सो भक्ति मूवमेंट yesterday ਆਪਾਂ ਦੇਖਿਆ ਸੀਗਾ ਸੈਟਰਡੇ ਨੂੰ ਕਿ ਭक्ति मूवमेंट ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ, it all started with Shankaracharya है ना in the 8th century, with Shankaracharya advocating a theory of Advait है ना. And Advait is why Advait is very revolutionary. So that's I wanted to talk about कि Advait इतना revolutionary क्यों है या Advait क्यों इतना revolutionary है. Advait talks about non-dualism है ना. Non-dualism का मतलब है कि the God and you are one. And this is revolution. Why? Because before Shankaracharya's theory, it was always believed that God is a separate entity and you are a separate entity. And before that, it was always believed that God is a separate entity and you are a separate entity. And if you want to connect to the God, then you have to practice certain rituals. You have to do certain sacrifices. Or you have to go to a Brahman and just please him for whatever means he wanted to get pleased, by offering him money, by offering him gifts and all those kind of things. So ultimately, if you're doing that thing, only then you will connect to that God, because that is a medium that makes you connect to that God. So it's a big problem है, क्योंकि ऐसे एक system ऐसा बनाता है कि the God is a different entity than you. On the other hand, Shankaracharya advocated that
we believe in dualism, which is wrong. The entire thing is non-dualistic, which means that God and you are one entity. It's not two entities. And just if you can do mere spiritualism, if you can just जो भी तुसी करना है, म्यूजिक करना है या कोई भी नाम लेना है, so you can connect to the God without requiring a third person or a third entity for you to connect to that God. So that was the idea. That's very revolutionary in nature. Atma and Paramatma are one thing and they're not two different entities. So that's the idea of non-dualism, which says otherwise. पूरा माहौल शंकराचार्य तो शुरू होता है, and in the 15th century we come across two kinds of bhakti saints. One bhakti saints are called Sargun and another bhakti saints are called Nirgun. And Sargun people, they are basically attributes, they are paying attributes, and Nirgun people basically non-attribute. Nirgun means that God has no attribute, the God has no characters. God is everything and God is nothing. So that's the idea. एक बड़ी famous line है, everyone is special, so nobody is special. So according to that is line, according to God is everything, everywhere. God is everything. God is in living, God is in non-living. So that idea is called non-attributional idea of God. On the other hand, Sargun means तुसी एक God the attribute है, present है. For example, if you believe Shri Krishna is God, then everywhere you find Shri Krishna. If you believe Ram is God, everywhere you find Ram. So that's the basic idea of attributional form of the God. And जेड़ा अपना Sargun है, ये सारे attributes नू बहुत importance देंदे हैं. So the example I told you yesterday, on Saturday we told I example, this is Meera the example, where she was a very much बहुत भगत सी of the this thing, Lord Krishna, Chaitanya Mahaprabhu, Lord Krishna, Tulsi Das, Ram. तो पता है तुलसी दास जी ने रामचरितमानस लिखी है, बहुत फेमस बुक है उन्हां दी, एंड उस बुक दे विच जेडे कंटेक्स्ट है ਉਹਨੂੰ यूज करके सुप्रीम कोर्ट ने जजमेंट ਦਿੱਤੀ है कि उस जगह ते राम मंदिर सीगा, सो बेसिकली वो जेड़ा पूरा जजमेंट है वो तुलसीदास दी रामचरितमानस दे ऊपर फोक बेस्ड है. सो दैट आल्सो देयर वो पूरा दा पूरा राम जी दे हो सीगे. सिमिलरली अगर तुसी नॉन एट्रीब्यूट देखो तो वेरी फेमस गुरु नानक देव जी इन पंजाब नॉन एट्रीब्यूटनल, अगर इफ यू हैव इफ यू आर इफ यू बिलीव ਤੁਸੀਂ अगर सिख रिलीजन ਦੇ ਹੋ ਤਾਂ ਤੁਹਾਨੂੰ ਪਤਾ ਹੈ ਕਿ God ਦੀ ਉਹਨਾਂ ਨੇ ਕੋਈ ਫਾਰਮ ਡਿਫਾਈਨ ਨਹੀਂ ਕੀਤੀ. He said God is everything, and that's the basic idea behind the theory of Guru Nanak Dev Ji. Similarly, Kabir is another example of Nirgun sect, and Kabir accordingly भी God is having no form. इतना करके Sargun ਤੇ Nirgun sect ਜਿਹੜੇ ਹੈ ਉਹ evolve ਹੁੰਦੇ ਆ. So this is भक्ति movement ਦਾ थोड़ा ਜਿਹਾ idea I gave. बाकी मैं ਹੋਰ भी डिस्कस करूंगा when we'll discuss art and culture. सूफी मूवमेंट भी ਆਪਾਂ ਉਹਦੇ ਕਰਾਂਗੇ ਜਦੋਂ ਆਰਟ ਐਂਡ ਕਲਚਰ ਦੀ ਆਪਾਂ ਡਿਸਕਸ਼ਨ ਕਰਾਂਗੇ. ਠੀਕ ਹੈ, ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ. ਲੈਟਸ ਸਟਾਰਟ ਦ ਡਿਸਕਸ਼ਨ ਆਫ 19th century ਰਿਫਾਰਮਰਸ. तो आज ਦੀ ਜਿਹੜੀ ਕਲਾਸ ਹੈ that is basically about the 19th century ਰਿਫਾਰਮਰਸ. ਠੀਕ ਹੈ, ਸੋ 19ਵੀਂ ਸੈਂਚਰੀ ਦੇ ਜਿਹੜੇ ਰਿਫਾਰਮਰਸ ਹੈ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਣਗੇ. ਹੁਣ ਤੁਸੀਂ ਨਾਮ ਸੁਣੇ, ਮੈਂ ਨਾਮ ਬੋਲ ਰਿਹਾ, I don't know how many of you have heard these names, and let's just बोल रहे हैं. राजा राम मोहन रॉय. ठीक है, have you heard about राजा राम मोहन रॉय? Yeah, great. yes, दयानंद सरस्वती, आर्या समाज है ना. अगर ਤੁਸੀਂ नहीं सुनिया होगा तो डीएवी कॉलेजेस या डीएवी स्कूल जिन्ने भी है सारे आर्या समाज ਉਹਦਾ बैकग्राउंड है ना. बठिंडा ਚ आर्या समाज चौक भी है तो भी उधर चले जाओ, है ना. so have you heard this आर्या समाज? तो ਉੱਥੇ है ब्रह्मो समाज, है ना. you must have heard ब्रह्मो समाज. स्वामी विवेकानंदा, you must have heard about him, स्वामी विवेकानंदा. you have other people, ठीक है, like ईश्वर चंद्र विद्यासागर. Have you heard Ishwar Chandra Vidyasagar? Great. Ishwar Chandra Vidyasagar. Then Satyashodhak Samaj. ये शायद ना सुना होगा. Satyashodhak Samaj, if you have heard, it's good. Jyotiba Phule basically, है ना. We'll discuss about him. Jyotiba Phule. Then Prarthana Samaj. ठीक है, ये भी बड़ा famous समाज है, Prarthana Samaj. Then you have Dev Samaj. Again, very very important. Dev Samaj is there. ठीक है. Then you have certain, Sanatan Dharma. ठीक है, बड़ा famous है Sanatan Dharma. So all these things. Then you have Theosophical Society. ठीक है, Theosophical Society. Annie Besant and everyone. So we'll discuss that as well. Then you have different kinds of Sikh religious movements as well. जिमें एक बड़ी famous है निरंकारी movement, है ना. I don't know how many of you have heard निरंकारी movement. बहुत famous है ना. different areas से निरंकारीज they have their, है ना, ਜਿਹੜੇ ਉਹਨਾਂ ਦੇ ਉਹ ਹੁੰਦੇ ਆ ਪੂਰੇ. नामधारी movement. So there is नामधारी movement. Again very very important. Kukka movement भी कह देते हैं, Kukka movement.
then you must have gone to Singh Sabha Gurdwara, है ना? अगर तुसी बठिंडा दे हो, then तुसी Singh Sabha Gurdwara जरूर गए होंगे. अगर तुसी किला साहब जानते हो तो उत्थे Singh Sabha Gurdwara आंदा है. तो Singh Sabha movement, है ना? बहुत famous movement है. Singh Sabha movement, you must have heard, है ना? Singh Sabha movement, we'll read about that. Then there are certain movements in Musliman, है ना? मुसलमाना दी भी कुछ reformist movements हुई हैं. You must have heard about Aligarh movement. सुना जितो अलीगढ़ मुस्लिम यूनिवर्सिटी जड़ी है वो आई सी. सो दैट्स अ वेरी वेरी इंपॉर्टेंट मूवमेंट, अलीगढ़ मूवमेंट. फिर ਆਪਾਂ ਗੱਲ ਕਰਾਂगे देवबंद, बड़ी फेमस मूवमेंट है देवबंद मूवमेंट, है ना? विल डिस्कस दैट. अहमदियाज ਆਪਾਂ डिस्कस करांगे, अहमदिया मूवमेंट. एंड कुछ ਆਪਾਂ पारसीज ਦੇ ਵਿੱਚ ਵੀ ਦੇਖਾਂਗੇ. पारसी ਤੁਸੀਂ ਸੁਣਿਆ ਹੋਊਗਾ ਜਿਹੜਾ ਕੀ ਨਾਮ ਹੈ ਉਸ ਬੰਦੇ ਦਾ, बड़ा फेमस एक्टर है बोमन ईरानी, है ना? So Parsis, they are very very famous community in India. We'll discuss about Parsis. There's a very small story, a very beautiful story of the Parsis, है ना? तो Parsi ਦੀਆਂ ਵਿੱਚ ਵੀ ਕੁਝ ਰਿਫਾਰਮ ਮੂਵਮੈਂਟਸ ਦੀ ਆਪਾਂ ਡਿਸਕਸ ਕਰਾਂਗੇ, है ना? ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਰਿਫਾਰਮਰ ਜਿਹੜੇ ਹੈ ग्रैंड ओल्ड मैन ऑफ इंडिया दादा भाई नारोजी, है ना? So he is one of the very important reformers जो कि ਆਪਾਂ डिस्कस ਕਰਾਂਗੇ. So ਇਹ ਸਾਰੀਆਂ ਮੂਵਮੈਂਟ ਜਿਹੜੀਆਂ 19th century and 20th century ਦੀ ਸਟਾਰਟਿੰਗ ਦੇ ਵਿੱਚ ਹੋ ਰਹੀਆਂ ਇੰਡੀਆ ਦੇ ਵਿੱਚ, and we will discuss these movements. ठीक है? सो आई होप इन्ना ਤੁਹਾਨੂੰ ਸਮਝ ਆ ਗਿਆ ਕਿ ਆਹ ਇਸ ਟੈਪ ਟੌਪਿਕ ਜਿਹੜਾ ਹੈ ਉਹ ਬੜਾ ਇੰਪੋਰਟੈਂਟ ਹੈ. ਹੁਣ ਤੁਸੀਂ ਕਹੋਗੇ ਸਰ ਇਹ ਕਿੱਥੇ ਤੁਸੀਂ ਦੇਸ਼ ਦੀ ਆਜ਼ਾਦੀ ਦੇ ਵਿੱਚ ਪਾ ਰਹੇ ਹੋ, ਇਹ ਸੋਸ਼ਲ ਰਿਫਾਰਮਸ ਦੇਸ਼ ਦੀ ਆਜ਼ਾਦੀ ਦੇ ਵਿੱਚ ਕਿੱਥੇ ਆ ਗਏ? ਆਪਾਂ ਤਾਂ ਚੰਗੇ ਭਲੇ ਬ੍ਰਿਟਿਸ਼ ਕਰ ਰਹੇ ਸੀਗੇ, ਹੈ ਨਾ? ਐਂਡ ਇਵੈਂਚੁਅਲੀ ਆ ਪਤਾ ਨਹੀਂ ਕਿੱਥੋਂ ਇਹਨਾਂ ਸਿਸਟਮ ਜਿਹੜਾ ਹੈ ਉਹ ਬਣ ਗਿਆ. ਤਾਂ ਦੇਖੋ ਇਹ ਬਹੁਤ ਇੰਪੋਰਟੈਂਟ ਹੈ ਨਾ? ਇੱਕ ਬਹੁਤ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ ਅੰਗਰੇਜ਼ਾਂ ਨੇ ਇੰਡੀਆ ਨੂੰ ਕਿਵੇਂ ਕੰਟਰੋਲ ਕੀਤਾ, ਹੈ ਨਾ? ਦੈਟਸ ਅ ਵੈਰੀ ਇੰਪੋਰਟੈਂਟ ਕੁਐਸਚਨ. ऑब्वियसली गल ਤੁਸੀਂ ਇਹਦੇ ਆਨਸਰਸ ਬਹੁਤ ਕਰ ਸਕਦੇ ਹੋ. ਫॉर एग्जांपल ਤੁਸੀਂ ਕਹਿ ਸਕਦੇ ਹੋ ਕਿ ਉਸ ਟਾਈਮ ਦੀਆਂ ਜਿਹੜੀਆਂ ਸਟੇਟਸ ਸੀਗੀਆਂ ਉਸ ਟਾਈਮ ਤੇ ਉਹ ਇੰਨੀਆਂ ਇਵੋਲਵ ਨਹੀਂ ਹੋਈਆਂ, ਆਪਸ ਚ ਲੜੀ ਗਏ ਇਹ ਲੋਕ. ਫਿਰ ਤੁਸੀਂ ਕਹੋਗੇ ਕਿ ਧੋਖੇਬਾਜ਼ੀਆਂ ਹੋਈਆਂ ਬਹੁਤ ਜ਼ਿਆਦਾ, ਹੈ ਨਾ? ਮੀਰ ਜਾਫਰ ਵਰਗੇ ਲੋਕ ਆਏ ਜਾਂ ਫਾਰੂਕ ਸਿਆਰ ਵਰਗੇ ਜਾਲੀ ਜੇ, ਹੈ ਨਾ, ਸਟੇਟਸਮੈਨ ਆਏ ਜਿਨ੍ਹਾਂ ਨੇ ਦੇਸ਼ ਵੇਚਤਾ ਇਹਨਾਂ ਨੂੰ. ਪੋਲੀਟੀਕਲ ਰੀਜ਼ਨਸ ਆਰ ਡੈਫੀਨੇਟਲੀ ਵਨ ਆਫ ਦ ਮੇਜਰ ਫੈਕਟਰਸ, ਹੈ ਨਾ, ਜਿਨੇ ਕਿਤੇ ਨਾ ਕਿਤੇ ਉਹਨਾਂ ਦੀ ਸਟੇਟ ਨੂੰ ਇੰਡੀਆ ਦੇ ਵਿੱਚ ਅਲਾਉ ਕੀਤਾ. ਦੈਟ ਇਜ਼ ਵਨ ਆਫ ਦ ਮੇਜਰ ਫੈਕਟਰ. ਮੈਂ ਕਦੇ ਇਸ ਚੀਜ਼ ਤੋਂ ਨਾ ਨਹੀਂ ਕਰਦਾ ਕਿ ਬ੍ਰਿਟਿਸ਼ਰਸ ਤਾਂ ਆਏ, ਹੈ ਨਾ, ਕਿ ਮਤਲਬ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਰਹੀ ਹੈ. ਕੰਟਰੀਬਿਊਸ਼ਨ ਡੈਫੀਨੇਟਲੀ ਇਹਨਾਂ ਦੀ ਇੰਪੋਰਟੈਂਟ ਸੀਗੀ, ਇਹਨਾਂ ਨੇ ਹੀ ਇੰਡੀਆ ਨੂੰ ਇਹਨਾਂ ਨੂੰ ਵਾੜਿਆ ਹੈ. ਲੇਕਿਨ ਇਹ ਲੋਕ ਇੰਡੀਆ ਨੂੰ ਰੂਲ ਕਰੇ ਐਂਡ ਰੂਲ ਕਰਕੇ ਆਲਮੋਸਟ 100-150 ਸਾਲ ਇਹਨਾਂ ਨੇ ਇੰਡੀਆ ਤੇ ਵਧੀਆ ਰੂਲ ਕੀਤਾ ਐਂਡ ਕੋਈ ਇੱਕ ਸਿਵਲ ਵਾਰ ਵੀ ਨਹੀਂ ਹੁੰਦੀ, है ना? थोड़ी बहुत इतने इधर उधर रिवोल्ट्स हो गया, है ना? किसी ट्राइबल ने रिवोल्ट करती, कुछ पीजन ने रिवोल्ट करती. Although 1857 ਦੇ ਵਿੱਚ ਇੱਕ ਮੇਜਰ ਰਿਵੋਲਟ ਹੋਏਗੀ, we'll discuss, but still it's very, है ना, awkward to believe ਕਿ ਇੱਕ ਗੋਰੀ ਚਮੜੀ ਵਾਲਾ ਬੰਦਾ ਤੁਹਾਡੇ ਉੱਪਰ ਰੂਲ ਕਰ ਰਿਹਾ ਹੈ and you don't create any chaos in India. Why? What is the reason? Society ਨੂੰ ਕੀ ਹੋਇਆ ਸੀ ਇਸ ਟਾਈਮ ਤੇ ਕਿ society ਨੇ ਆਵਾਜ਼ ਤੱਕ ਨਹੀਂ ਚੱਕੀ? तो what was the basic idea behind this entire thing? तो ਜਿਹੜਾ ਉਹਨਾਂ ਨੇ ਰੂਲ ਕੀਤਾ ਉਹਦੇ ਪਿੱਛੇ ਕਿਤੇ ਨਾ ਕਿਤੇ ਇਕੱਲਾ ਪੋਲੀਟੀਕਲ ਰੀਜ਼ਨਸ ਨਹੀਂ ਹੈਗੇ, ਕਿਤੇ ਨਾ ਕਿਤੇ ਆਪਣੇ ਸੋਸ਼ਲ ਜਾਂ ਸੋਸਾਇਟੀ ਰੀਜ਼ਨਸ ਵੀ ਬਹੁਤ ਵੱਡਾ ਰੋਲ ਪਲੇ ਕਰਦੇ ਆ. ਜਿਹੜੀ ਸੋਸਾਇਟੀ ਆਵਾਜ਼ ਨਾ ਚੱਕਦੀ ਹੋਵੇ, ਹੈ ਨਾ, ਜੋ ਉਹਨਾਂ ਦੇ ਖਿਲਾਫ ਜ਼ੁਲਮ ਹੋ ਰਿਹਾ ਹੈ, ਜਿਹੜੀ ਸੋਸਾਇਟੀ ਜਿਹੜੀ ਹੈ ਨਾ, ਇਟਸ ਇਨਵਰਡ ਇਨ ਨੇਚਰ, ਇਟਸ ਨਾਟ ਕੁਐਸਚਨਿੰਗ ਦ ਅਥਾਰਟੀ, ਇਟਸ ਨਾਟ ਕੁਐਸਚਨਿੰਗ ਦ ਸਟੇਟ, ਹੈ ਨਾ, ਇਟਸ ਮੋਰ ਅਬਾਊਟ ਕਿ ਆਪਣੀ ਚੀਜ਼ਾਂ ਨੂੰ ਮੈਨੇਜ ਕਰ ਰਹੀ ਹੈ, ਉਹ ਸੋਸਾਇਟੀ ਨੂੰ ਰੂਲ ਕਰਨਾ ਬਹੁਤ ਈਜ਼ੀ ਹੈ. ਸੋ ਇਹ ਜਿਹੜਾ ਸੋਸ਼ਲ ਈਵਲਸ ਹੈ ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਇੰਡੀਆ ਤੇ ਰੂਲ ਕਰਨ ਦਾ. ਆਰ ਯੂ ਗੈਟਿੰਗ ਦ ਪੁਆਇੰਟ ਗਾਇਜ਼? ਆਪਾਂ ਐਜੂਕੇਸ਼ਨ ਨਹੀਂ ਮਿਲ ਰਹੀ, ਆਪਾਂ ਨੂੰ ਆਪਣੀ ਲਿਟਰੇਸੀ ਨਹੀਂ ਅੱਛੀ ਹੋ ਰਹੀ, ਐਂਡ ਆਲ ਦੋਸ ਫੈਕਟਰਸ ਕਿਤੇ ਨਾ ਕਿਤੇ ਰੋਲ ਪਲੇ ਕਰਦੇ ਹੈ ਨਾ ਉਹ ਚੀਜ਼ਾਂ ਦੇ ਵਿੱਚ ਕਰਨ ਦਾ. ਸੋ ਦੈਟਸ ਦ ਰੀਜ਼ਨ ਵਾਈ ਦਿਸ ਪਾਰਟ ਇਜ਼ ਵੈਰੀ ਇੰਪੋਰਟੈਂਟ ਟੌਪਿਕ ਆਫ ਯੋਰ ਨੈਸ਼ਨਲ ਮੂਵਮੈਂਟ. ਠੀਕ ਹੈ? तो ਆਪਾਂ ਹੁਣ ਦੇਖਦੇ ਹਾਂ ਕਿ ਬੇਸਿਕਲੀ ਕੀ ਕਾਰਨ ਰਹੇ ਹੋਣੇ ਹੈ ਇਸ ਟਾਈਮ ਤੇ ਸੋਸ਼ਲ ਰਿਫਾਰਮਸ ਦੇ ਆਉਣ ਦੇ, ਹੈ ਨਾ? ਸੋ ਪਹਿਲਾ ਚੀਜ਼ ਇਹ ਬਹੁਤ ਇੰਪੋਰਟੈਂਟ ਹੈ, ਰਿਫਾਰਮਰਸ ਆਪਾਂ ਬਾਅਦ ਦੇਖਾਂਗੇ. ਫਸਟ ਆਫ ਆਲ ਇੱਕ ਮੇਨਸ ਦਾ ਕੁਐਸਚਨ ਪ੍ਰਿਪੇਅਰ ਕਰਨੇ ਆਪਾਂ ਕਿ ਵਾਟ ਆਰ ਦ ਰੀਜ਼ਨਸ, ਠੀਕ ਹੈ, ਦੈਟ 19th ਸੈਂਚੁਰੀ ਦੇ ਵਿੱਚ ਇੰਨੇ ਰਿਫਾਰਮਰਸ ਇੰਡੀਆ ਦੇ ਵਿੱਚ ਆਉਂਦੇ ਆ ਇੱਕਦਮ. ਮੈਂ ਦੱਸਿਆ ਆਰਿਆ ਸਮਾਜ, ਦੇਵ ਸਮਾਜ, ਪ੍ਰਾਰਥਨਾ ਸਮਾਜ, ਰਾਜਾ ਰਾਮ ਮੋਹਨ ਰਾਏ, ਬ੍ਰਹਮੋ ਸਮਾਜ, ਈਸ਼ਵਰ ਚੰਦਰ ਵਿਦਿਆਸਾਗਰ, ਇਹ ਸਭ 19ਵੀਂ ਸੈਂਚੁਰੀ ਦੇ ਵਿੱਚ ਆਉਣ ਵਾਲੇ ਲੋਕ ਹੈ. So what could be the reasons ke why these people, है ना, they basically became people basically ਜਿਹੜੇ ਹੈ ਇਹ 19th century ਦੇ ਵਿੱਚ ਇੰਨੇ ਰਿਫਾਰਮਰਸ ਕਿਉਂ ਆਉਂਦੇ ਆ? तो ਇਹਦਾ ਆਪਾਂ ਕੁਝ ਰੀਜ਼ਨਸ ਆਊਟ ਕਰਦੇ ਹਾਂ, ਹੈ ਨਾ? ਮੇਨਸ ਦਾ ਕੁਐਸਚਨ ਹੈ ਵੈਸੇ ਤਾਂ, ਬਟ ਰੀਜ਼ਨ ਆਊਟ ਕਰਾਂਗੇ. तो ਪਹਿਲਾ ਰੀਜ਼ਨ ਸਭ ਤੋਂ ਇੰਪੋਰਟੈਂਟ ਜਿਹੜਾ ਹੈ that is, ਹੈ ਨਾ, ਬ੍ਰਿਟਿਸ਼ ਦਾ ਇੰਡੀਆ ਦੇ ਵਿੱਚ ਆਣਾ. So that was one of the most important reason ਕਿ ਅੰਗਰੇਜ਼ ਇੰਡੀਆ ਦੇ ਵਿੱਚ ਆਉਂਦੇ ਆ. ਹੁਣ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਆਉਂਦੇ ਆ ਤਾਂ what are they trying to do, ਹੈ ਨਾ? ਸਭ ਤੋਂ ਪਹਿਲਾ ਚੀਜ਼, ਬ੍ਰਿਟਿਸ਼ are trying to bring their culture in India, ਹੈ ਨਾ? ਜਦੋਂ ਇਹ ਕਲਚਰ ਨੂੰ ਇੰਡੀਆ ਦੇ ਵਿੱਚ ਲੈ ਕੇ ਆਉਂਦੇ ਆ ਤਾਂ they are trying to tell you
ਕਿ your culture is useless, it's bad, it's worse. And ਜਦੋਂ ਤੁਸੀਂ ਤੁਹਾਡੇ culture ਨੂੰ ਦੱਸਿਆ ਜਾਂਦਾ ਕਿ ਤੁਹਾਡਾ culture useless ਹੈ, bad ਹੈ, worse ਹੈ, you start questioning your culture. You start delving deep inside your culture. Is really my culture is bad, or they're just trying to make a picture out of it, and or they're trying to justify their rule. तो ब्रिटिश जो इंडिया ਦੇ ਵਿੱਚ ਆਉਂਦਾ ਹੈ, तो one of the major reason ਇਹੀ ਹੈ ਕਿ ਉਹ ਆਪਣੇ ਕਲਚਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੈ, which is questioned by certain sections of the community of the population ਕਿ ਇਹ ਗਲਤ ਹੈ. Second, western education. ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਆਉਂਦੇ ਆ ਤਾਂ ਇੰਡੀਅਨਸ ਦੇ ਵਿੱਚ ਕੁਝ ਜ਼ਮੀਂਦਾਰਾਂ ਦੇ ਜਿਹੜੇ ਮੁੰਡੇ ਹੁੰਦੇ ਆ ਉਸ ਟਾਈਮ ਤੇ, ਇਹ ਜਿਹੜੇ ਹੈ ਇਹ ਚਲੇ ਜਾਂਦੇ ਆ ਲੰਡਨ ਪੜ੍ਹਨ ਵਾਸਤੇ. ਦੇ ਗੋ ਟੂ ਲੰਡਨ ਐਂਡ ਲੰਡਨ ਜਾ ਕੇ ਉੱਥੇ ਪੜ੍ਹਦੇ ਆ, है ना, पढ़ के इन्हों आइडियाज आए ने वेस्टर्न आइडियाज, क्योंकि उत्थे रेनेसां मूवमेंट चल रही होंदी है. सो दे कम अक्रॉस द आइडिया ऑफ लिबर्टी, दे कम अक्रॉस द आइडिया ऑफ, है ना, ये सारे आइडियाज उन्हां दे दिमाग च आंदे हैं. एंड जदों उन्हां दे दिमाग च आइडिया आंदे हैं, सो दे स्टार्ट क्वेश्चनिंग बैक होम के बैक होम की चल रहा है. So you're getting the point. So western education plays a very important role in certain people. When they get western education, they start questioning back home कि अपने देश च यार ये समाज इतना क्यों नहीं है, why it is like that, and ये सारी चीज़ां जिहड़ियां definitely it plays a very very important role. International movements भी इस टाइम पे बहुत हो रही हैं. There are a lot of international movements world ਦੇ ਵਿੱਚ different areas ਦੇ ਵਿੱਚ ਹੋ ਰਹੀਆਂ. और international movements ਦੇ ਵਿੱਚ ਜਿਵੇਂ ਮੈਂ ਗੱਲ ਕਰਾਂ French Revolution ਦੀ. So if you remember ਆਪਾਂ ਦੇਖਿਆ ਸੀਗਾ ਕਿ French Revolution ਜਿਹੜੀ ਹੈ ਉਹ 1790s ਦੇ ਵਿੱਚ ਹੁੰਦੀ ਹੈ. And French Revolution ਦੇ ਵਿੱਚ basically ਲੋਗ state ਦੇ ਖਿਲਾਫ ਖੜੇ ਹੋ ਜਾਂਦੇ ਆ, and they start questioning the state कि why the state is not offering us meals, है ना, cakes, bread, why there is an inequality in the society and all those kind of things. So है ना, इतना दे बड़े important ideas ਜਿਹੜੇ French Revolution ਜਾਂਦੇ ਆ. So when this French Revolution the ideas back India ਦੇ ਵਿੱਚ ਆਉਂਦੇ ਆ, so people they get impressed with these ideas and they start questioning the state which is present in India. है ना, तो international movements definitely have a very important role to play. Press. तो modern press India ਦੇ ਵਿੱਚ ਆ ਚੁੱਕੀ ਹੈ ਇਸ time ਤੇ, which means newspapers बनने शुरू हो चुके हैं. We'll discuss that कि newspapers आएंगे, है ना. So newspapers बनने शुरू हो चुके हैं and it's very easy to disseminate your ideas to a larger section of the society. ठीक है, so it becomes easier. For example, if suppose I have some idea and I want to tell this idea to the world, so I just need to post a Facebook message today. It's social media, है ना, एकदम सारे ਨੂੰ ਮਿਲ ਜਾਏਗਾ. Back then there was no such medium, so एकदम press आती है, so newspaper printing का पूरा concept आता है, and definitely it's instrumental in promoting these ideas, है ना, to a very large scale. फिर देखो, है ना, इंडिया की political unification भी शुरू हो जाती है. Political unification. I told you कि, है ना, almost पूरा देश उन्होंने capture कर लिया है, and in every part of the country they are trying to impose their own rule, and their rule includes the social changes they are trying to bring. And there will be a definite resistance against these social changes. तो ये भी बहुत बड़ा एक फैक्टर जो है political unification इंडिया का, वो भी बहुत बड़ा फैक्टर है. Next is very important is कि historical research करने लग गए अपने लोग. और history उस time history दी इतनी research नहीं होती सी. They came to India, उन्होंने कुछ है ना departments बनाए, जिवें मैं प्रिंसेप जेम्स प्रिंसेप ਜਿਹੜਾ ਸੀਗਾ ਉਹਨੇ ਅਸ਼ੋਕਾ ਦੀਆਂ ਉਹ ਸਾਰੀਆਂ ਜਿੰਨੀਆਂ ਵੀ ਸੀਗੀਆਂ ਉਹ ਸਾਰੀਆਂ ਉਹਨੇ ਇਨਵੈਂਟ ਕੀਤੀਆਂ. Similarly ਵਾਰਨ ਹੈਸਟਿੰਗਸ ਬੜਾ ਇੰਟਰਸਟ ਰੱਖਦਾ ਸੀਗਾ ਇਹਨਾਂ ਚੀਜ਼ਾਂ ਦੇ ਵਿੱਚ. So when we started to know that ਆਪਣਾ ਤਾਂ ਦੇਸ਼ ਯਾਰ ਕੋਈ ਐ ਮਾੜਾ ਜਿਹੜਾ ਦੇਸ਼ ਨਹੀਂ ਹੈਗਾ, ਇੱਥੇ ਅਸ਼ੋਕਾ ਵਰਗੇ ਰੂਲਰਸ ਰਹੇ ਹੈ, ਇੱਥੇ ਹੈ ਨਾ, ਮਤਲਬ ਬੜੇ ਇੰਪੋਰਟੈਂਟ मतलब गुप्तास रहे हैं, तो there's a sense of pride that started to come inside us, है ना, and finally a sense of pride started to demand certain reforms जो कि इस टाइम सोसाइटी ਦੇ ਵਿੱਚ ਇਨਕ੍ਰਿਪਟ ਕਰ ਰਹੀ ਹੈ. So this is one of the major factors. तो ये सारे फैक्टर्स कंबाइन करके मेजर फैक्टर्स ਦੇ ਵਿੱਚ ਆਪਾਂ ਇਹ ਲਗਾ ਕੇ ਚੱਲੋ ਕਿ ਵੈਸਟਰਨ ਐਜੂਕੇਸ਼ਨ ਇੱਕ ਬਹੁਤ ਵੱਡਾ ਮੇਜਰ ਫੈਕਟਰ ਹੈ. And definitely you have political unification, you have international movement, you have press, you have British rule in India. ये कितने ना कितने factors ਜਿਹੜੇ ਹੈ they are responsible for, you know, number of reformers coming in 19th century. 19ਵੀਂ ਸੈਂਚਰੀ ਚ ਬਹੁਤ ਰਿਫਾਰਮਰਸ ਆਉਂਦੇ ਆ, ਐਂਡ ਇਹ ਸਾਰੇ ਫੈਕਟਰਸ ਇੱਕ ਬੰਦੇ ਦੇ ਉੱਪਰ ਕਲੱਬ ਹੋ ਜਾਂਦੇ ਆ, ਐਂਡ ਹੀ ਸਟਾਰਟਸ ਟੂ ਕੁਐਸਚਨ ਦ ਸਿਸਟਮ. तो अल्टीमेटली ਕੀ ਹੈ ਕਿ ਕੁਝ ਲੀਡਰਸ ਆਉਂਦੇ, ਕੁਝ ਲੀਡਰਸ ਇਵੋਲਵ ਹੁੰਦੇ ਆ. ਹੁਣ ਇਹਨਾਂ ਲੀਡਰਸ ਨੂੰ ਅਗਰ ਆਪਾਂ ਐਨਾਲਾਈਜ਼ ਕਰੀਏਗਾ, ਇਸ ਧਿਆਨ ਨਾਲ ਸੁਣਨਾ ਹੈ, ਦੇ ਵਿਲ ਫਾਲ ਅੰਡਰ ਟੂ ਬ੍ਰੈਕਟਸ. ਠੀਕ ਹੈ, ਦੋ ਬ੍ਰੈਕਟ ਚ ਫਾਲ ਕਰਨਗੇ ਜਿੰਨੇ ਵੀ ਲੀਡਰਸ ਆਣਗੇ ਇਹਨਾਂ ਕਾਰਨਾਂ ਕਰਕੇ. ਇੱਕ ਹੋਣਗੇ ਉਹ ਲੋਕ ਜਿਹੜੇ ਰਿਵਾਈਵਲਿਸਟ ਹੋਣਗੇ, ਰਿਵਾਈਵਲਿਸਟ, ਐਂਡ ਇੱਕ ਹੋਣਗੇ ਉਹ ਲੋਕ ਜਿਹੜੇ ਰਿਫਾਰਮਰ ਹੋਣਗੇ. Yeah. What is the difference between revivalism and reformism? Okay, revivalism and reformism.
देखो रिफॉर्मर कौन हुंदा है, एक तीजा हुंदा रेवोल्यूशनरी, ठीक है, द थर्ड इज रेवोल्यूशनरी। थर्ड इज रेवोल्यूशनरी। एक सोसाइटी दी एक स्टेट है, सो लेट्स से दिस इज अ स्टेट ऑफ द सोसाइटी, ठीक है, दिस इज अ स्टेट ऑफ द सोसाइटी। Who is a revivalist? A revivalist is a guy who believes that the state of the society has been corrupted. तीनों बंदे इक्को चीज बिलीव करते हैं, the revivalist, the reformist and the revolutionary इक्को चीज बिलीव करते हैं कि the situation of the present times is not good. सब चीज सारे यही चीज बिलीव करते हैं, the present times are not good, the state of the society is not good, the state of religion is not good. But ਤਿੰਨਾਂ ਦੇ society ਇਸ ਚੀਜ਼ ਨੂੰ ਚੇਂਜ ਕਰਨ ਦੇ ਜਿਹੜੇ ਤਰੀਕੇ ਉਹ ਡਿਫਰੈਂਟ ਹੈ। ਰਿਵਾਈਵਲਿਸਟ ਕੀ ਕਹਿੰਦੇ ਆ? ਰਿਵਾਈਵਲਿਸਟ ਕਹਿੰਦੇ ਆ ਕਿ ਪੁਰਾਣਾ ਟਾਈਮ ਬਹੁਤ ਵਧੀਆ ਸੀ, ਹੈ ਨਾ, ਸੋ ਦ 올ਡਰ ਟਾਈਮਸ वर वेरी गुड, ਹੈ ਨਾ, ਆਪਾਂ ਨੂੰ ਉਹਨਾਂ ਟਾਈਮਸ ਦੇ ਵਿੱਚ ਵਾਪਸ ਜਾਣਾ ਚਾਹੀਦਾ ਹੈ। ਸੋ ਦੈਟ ਵਾਸ वेरी गुड। ਫॉर एग्जांपल ਆਪਾਂ ਕਈ ਵਾਰੀ ਕਹਿੰਦੇ ਨਾ ਕਿ ਯਾਰ ਰਮਾਇਣ ਹੈ ਨਾ, ਲਾਰਡ ਰਾਮ ਦੀ ਅਗਰ ਤੁਸੀਂ ਮਹਾਭਾਰਤ ਦੇਖੋ ਤਾਂ ਲਾਰਡ ਰਾਮ ਦੀ ਜਿਹੜੀਆਂ ਥਿਉਰੀਜ਼ ਹੈਗੀਆਂ ਹੈ ਨਾ, ਸੌਰੀ ਰਮਾਇਣ ਦੇਖੋ ਤਾਂ ਲਾਰਡ ਰਾਮ ਦੀਆਂ ਜਿਹੜੀਆਂ ਥਿਉਰੀਜ਼ ਹੈਗੀਆਂ ਉਹ ਥਿਉਰੀਜ਼ ਕਿੰਨੀਆਂ ਜ਼ਿਆਦਾ ਅੱਛੀਆਂ ਹੈ ਨਾ, ਇਟ brings out a ram rajya kind of thing in India, and अगर आप उन theories में implement करिए तो शायद अपने देश का कुछ भला हो जाए। So basically the revivalist people are talking about going back to the older times when the things were very good and when the society was not very corrupt, when everyone was dealing with dharma and they were doing their karma and everything was fitting in place, and somehow something happened, some corruption happened and things got changed. So revivalists, they want to go back to the old glory, है ना। फॉर एग्जांपल रेनेसां, आई टोल्ड यू, रेनेसां बेसिकली जेडी मूवमेंट यूरोप दे विच आई है, दे आर आल्सो वांटिंग टू गो टू द बैक टू द रोमन्स एंड द ग्रीक एम्पायर्स वंस फ्लरिश्ड इन द यूरोपियन वैलीज, तो ਉੱਥੇ ਉਹ ਜਾਣਾ ਚਾਹੁੰਦੇ। ਸਿਮਿਲਰ ਟੂ ਦੈਟ ਇੰਡੀਆ ਦੇ ਵਿੱਚ ਵੀ ਇਦਾਂ ਦੇ ਲੋਕ ਆਣਗੇ। तो रिवाइवलिस्ट ਦੇ ਵਿੱਚ ਬਹੁਤ ਫੇਮਸ ਐਗਜ਼ਾਮਪਲ ਜਿਹੜਾ ਹੈ ਮੈਂ ਤੁਹਾਨੂੰ ਦੱਸ ਰਿਹਾ, ਵਿਚ ਇਜ਼ ਆਰਿਆ ਸਮਾਜ। ਆਰਿਆ ਸਮਾਜ ਜਿਹੜੇ ਹੈ ਉਹ ਰਿਵਾਈਵਲਿਸਟ ਸੀ। तो आर्य समाज दयानंद सरस्वती ने स्टार्ट किया सीगा, विल डिस्कस हिम इन ग्रेट डिटेल, ਤੁਸੀਂ ਹਲੇ ਸਿਰਫ ਥਿਉਰੀ ਸੁਣ ਲਓ। ਐਂਡ ਉਹਨਾਂ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜਾ ਉਹਨਾਂ ਦਾ ਮੋਟੋ ਹੈ ਨਾ, ਹਰ ਆਰਗੇਨਾਈਜੇਸ਼ਨ ਦਾ ਮੋਟੋ ਹੈ, ਐਂਡ ਉਹਨਾਂ ਦਾ ਜਿਹੜਾ ਮੋਟੋ ਹੈ ਦੈਟ ਇਜ਼ ਗੋ ਬੈਕ ਟੂ वेदास, ਨਾ। ਉਹਨਾਂ ਨੇ ਬੜੀ ਫੇਮਸ ਲਾਈਨ ਬੋਲੀ ਹੈ ਕਿ वेदास ਨੂੰ ਵਾਪਸ ਜਾਣਾ ਚਾਹੀਦਾ ਹੈ, ਗੋ ਬੈਕ ਟੂ वेदास। ਗੋ ਬੈਕ ਟੂ वेदास ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ ਪੁਰਾਣੇ ਸਿਸਟਮ 'ਚ ਚਲੇ ਜਾਓ, but yes, the problems they answers ved chalpan di koshish karo, because ved are perpetual, which means they are indefinite, they are infinite, they are applicable, they were applicable yesterday, they were applicable today, and they would be applicable in the future as well, है ना। तो वो जेड़ा पूरा system है आर्य समाज दा, that is go back to Veda, that's a revivalist kind of a society, revivalist movement। revivalist दा फंडा समझ आ गया। Then comes the reformer। Reformers also do the same thing, they also analyze the same thing, they say yes, the society is bad, yes, the society is corrupt, and how to make sure the society can become good? By reforming certain elements of the society according to the modern values, है ना। So basically the reformers कहते हैं कि घर खराब है सानू पता है, लेकिन ये घर ठीक उदों होगा ਜਦੋਂ कुछ modern ideas इस घर ਦੇ ਵਿੱਚ integrate ਕੀਤੇ ਜਾਣਗੇ। So they are not talking about going back to the older conditions, but they are trying to change according to the modern ideas that are present in those times. For example, taking a cue from French Revolution, taking a cue from some foreign author, कोई western philosopher तो कोई example ले लिया। तो इस तरीके नाल reformers ਜਿਹੜੇ they are trying to not bring a very major change, but they are trying to just bring a small here and there change and do this thing. So reformers ਦੇ ਬਹੁਤ example ਹੈਗੇ, just like Raja Ram Mohan Roy, I told you, is one of the finest examples of a reformer, है ना। उसके अलावा और भी आप पढ़ांगे, तो I hope reformer clear है। revolutionaries, ठीक है, revolutionaries, और revolutionaries की बिलीव करते हैं। revolutionaries totally है ना, बिल्कुल मतलब completely different बिलीव करते हैं। they believe that the state is so bad, the state is so corrupt, the state is so defunct that it can't be changed, it can't be reformed, and you have to build the society again, you have to build the situation again। so they want complete annihilation of things, है ना। वो बिल्कुल खत्म कर देना चाहते हैं। they want to build a new social system, they want to build a new political system, they want to build a new religious system, that's what they are talking about, ठीक है। so एक पूरा ਜਿਹੜਾ ਹੈ revolutionaries है। revolutionaries ਇੰਡੀਆ ਦੇ ਵਿੱਚ 20th century ਚ definitely ਆਣਗੇ। ਡਾਕਟਰ ਅੰਬੇਦਕਰ will be one of the revolutionary ਜਿਹੜਾ ਗੱਲ ਕਹਿਣਗੇ ਕਿ annihilation of caste, which means ਜਾਤ ਪਾਤ ਜਮਾ ਜ਼ੀਰੋ ਕਰ ਦੇਣੀ ਚਾਹੀਦੀ ਹੈ, ਖਤਮ ਕਰ ਦੇਣੀ ਚਾਹੀਦੀ ਹੈ। there should not be anything called caste in India। so ਅਗਰ ਇੰਡੀਆ ਨੇ ਅੱਗੇ ਜਾਣਾ ਹੈ
there should not be anything called caste. I hope it समझ आ रहा है। ठीक है, तो ये तीन मेजर मूवमेंट्स होंगे। लेकिन 19th सेंचुरी इंडिया दे विच we were restricted only till revivalist and reformer, तो ਆਪਾਂ सिर्फ इथों तक restricted है हैं। So we are not gone to revolutionaries. That is the idea ਜਿਹੜਾ ਕਿ ਤੁਸੀਂ है ना वो करना है। तो पहला ਆਪਾਂ स्टार्ट करते हैं from reformers and then we'll see certain revivalists, ठीक है। तो I hope इथों तक पिक्चर क्लियर हो गई। हाँ जी लवेश, या ठीक है। तो दिस इज द आइडिया ऑफ द 19th सेंचुरी reformer। तो पहला बंदा ਆਪਾਂ डिस्कस करते हैं राजा राम मोहन रॉय। पहला मैं ਤੁਹਾਨੂੰ राजा राम मोहन रॉय ਬਾਰੇ ਥੋੜਾ ਜਿਹਾ ਸਟੋਰੀ ਸੁਣਾਦਾ, ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ। देखो राजा राम मोहन रॉय ਦੀ ਸਭ ਤੋਂ ਇੰਪੋਰਟੈਂਟ ਕੰਟਰੀਬਿਊਸ਼ਨ ਇੰਡੀਆ ਦੇ ਵਿੱਚ ਰਹੀ ਹੈ ਸਤੀ ਪ੍ਰਥਾ ਦੇ ਖਿਲਾਫ। ਟੂ ਬੀ ਵੈਰੀ ਓਨੈਸਟ ਮੈਂ ਦੱਸਾਂ ਕਿ ਸਤੀ ਦੇ ਖਿਲਾਫ ਜਿਹੜੀ ਉਹਨਾਂ ਨੇ ਲੜਾਈ ਲੜੀ ਹੈ, ਇਟ ਗੋਜ਼ ਇਨ ਦ ਹਿਸਟਰੀ ਐਜ਼ ਵਨ ਆਫ ਦ ਵੈਰੀ ਇੰਪੋਰਟੈਂਟ ਬੈਟਲਸ ਅਗੇਂਸਟ ਸਤੀ ਪ੍ਰਥਾ। ਉਹਨਾਂ ਦੀ ਆਪ ਦੀ ਜਿਹੜੀ ਸਿਸਟਰ ਸੀ ਉਹਨਾਂ ਨੂੰ ਸਤੀ ਕਰਨਾ ਪਿਆ and this guy did not like this idea at all because ਰਾਜਾ ਰਾਮ ਮੋਹਨ ਰॉय ਸੀਗੇ ਜਿਹੜੇ ਉਹ ਹੈ ਨਾ ਇੰਗਲੈਂਡ ਗਏ, ਉਹਨਾਂ ਨੇ ਬਹੁਤ ਦੁਨੀਆ ਘੁੰਮੀ ਐਂਡ ਫਾਈਨਲੀ ਉਹ ਇੰਨੀ ਦੁਨੀਆ ਘੁੰਮਣ ਤੋਂ ਬਾਅਦ ਜਦੋਂ ਇੰਡੀਆ ਦੇ ਵਿੱਚ ਆਉਂਦੇ ਸੋ ਦੇ ਫਾਈਂਡ ਦਿਸ ਐਂਟਾਇਰ ਥਿੰਗ ਐਜ਼ ਵੈਰੀ awkward for Indian society। तो ਇਹਨਾਂ ਨੇ ਬਹੁਤ ਹੀ ਇੰਪੋਰਟੈਂਟ ਲੜਾਈ ਲੜੀ for ਸਤੀ ਪ੍ਰਥਾ। ਲੇਕਿਨ ਇਮੇਜਿਨ ਕਰਕੇ ਦੇਖੋ ਕਿ ਜਦੋਂ ਇਹ ਸਤੀ ਦੇ ਪ੍ਰਥਾ ਦੇ ਖਿਲਾਫ ਲੜ ਰਹੇ ਸੀਗੇ ਬੰਗਾਲ ਦੇ ਵਿੱਚ, तो ਇਹਨਾਂ ਦੇ ਖਿਲਾਫ ਬਹੁਤ ਲੋਕ ਜਿਹੜੇ ਆ ਉਹ ਬੋਲਣਾ ਸ਼ੁਰੂ ਕਰਤਾ ਸੀ। ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਇਹ ਬੰਦਾ ਪਾਗਲ ਹੋ ਗਿਆ ਹੈ, ਇਹ ਬੰਦੇ ਨੂੰ ਇੰਡੀਆ ਦੀ ਸੋਸਾਇਟੀ ਦੀ ਨੌਲੇਜ ਨਹੀਂ ਹੈਗੀ, ਇਹ ਬੰਦਾ ਕਮਲਾ ਹੋ ਗਿਆ ਐਟਸੈਕਟਰਾ। ਉਹਨਾਂ ਨੂੰ ਸੋਸ਼ਲੀ ਡਿਸਟੈਂਸ ਕਰਤਾ ਸੀਗਾ, ਸੋਸ਼ਲ ਡਿਸਟੈਂਸਿੰਗ ਕਰਤੀ ਸੀ ਉਹਨਾਂ ਦੀ ਐਗਜ਼ੈਕਟਲੀ ਜੋ ਅੱਜ ਆਪਾਂ ਕਹਿ ਰਹੇ ਹਾਂ ਨਾ ਸੋਸ਼ਲ ਡਿਸਟੈਂਸਿੰਗ। ਇਨਫੈਕਟ ਇਹ ਕਹਿਤਾ ਸੀਗਾ ਕਿ ਬਈ ਜਿਹੜਾ ਬੰਦਾ ਰਾਜਾ ਰਾਮ ਮੋਹਨ ਰॉय ਨਾਲ ਗੱਲ ਕਰੇਗਾ ਉਹਦੇ ਨਾਲ ਅਸੀਂ ਗੱਲ ਨਹੀਂ ਕਰਾਂਗੇ। that is called social boycotting, है ना, and which is very harsh on anyone। For example अगर ਉਹਦੇ ਮਦਰ ਫਾਦਰ ਰਾਜਾ ਰਾਮ ਮੋਹਨ ਰॉय ਨਾਲ ਗੱਲ ਕਰਨਗੇ ਤਾਂ ਉਹਦੇ ਮਦਰ ਫਾਦਰ ਨਾਲ ਕੋਈ ਗੱਲ ਨਹੀਂ ਕਰੂਗਾ, ਰਾਜਾ ਰਾਮ ਮੋਹਨ ਰॉय ਨਾਲ ਗੱਲ ਕਰਨੀ ਕੀ ਹੈ। तो social boycott ਉਹਨਾਂ ਦਾ ਕਰਨਾ ਸ਼ੁਰੂ ਕਰਤਾ ਸੀ। ਇੱਕ ਬੜੀ ਫੇਮਸ ਲਾਈਨ ਹੈ ਕਿ ਯਾਰ ਤੁਸੀਂ ਸਟੇਟ ਅਗਰ ਤੁਹਾਨੂੰ ਜੇਲ੍ਹ ਚ ਪਾਉਂਦਾ ਜਾਂ ਸਟੇਟ ਤੁਹਾਡੇ ਖਿਲਾਫ ਕੋਈ ਪਨਿਸ਼ਮੈਂਟ ਦਿੰਦਾ ਤੁਸੀਂ ਜਰ ਲੋਗੇ, ਲੇਕਿਨ ਅਗਰ ਸੋਸਾਇਟੀ ਤੁਹਾਡੇ ਖਿਲਾਫ ਕੋਈ ਪਨਿਸ਼ਮੈਂਟ ਦਿੰਦੀ ਤੁਸੀਂ ਨਹੀਂ ਜਰ ਪਾਓਗੇ। ਅਗਰ ਤੁਹਾਡੇ ਆਪਦੇ ਪੇਰੈਂਟਸ, ਆਪਦੀ ਫੈਮਿਲੀ, ਆਪਦੇ ਰਿਲੇਟਿਵਸ ਹੀ ਤੁਹਾਡੇ ਨਾਲ ਗੱਲ ਕਰਨਾ ਬੰਦ ਕਰਦੇ ਆ, ਤੁਹਾਨੂੰ ਡਿਮੀਨ ਕਰਦੇ ਹਰ ਪੁਆਇੰਟ ਤੇ, तो फाइनली ਤੁਸੀਂ ਹੈ ਨਾ ਛੱਡ ਦੋਗੇ ਕਿ ਛੱਡ ਯਾਰ ਕੀ ਪਿਆ ਸਤੀ ਸੁਤੀ ਹੈ ਨਾ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਦੇਖਾਂ। ਸੋ ਦਿਸ ਇਜ਼ ਸਮਥਿੰਗ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ। ਲੇਕਿਨ ਰਾਜਾ ਰਾਮ ਮੋਹਨ ਰॉय ਐਂਡ ਤੱਕ ਇਸ ਚੀਜ਼ ਦੇ ਖਿਲਾਫ ਫਾਈਟ ਕਰਦੇ ਰਹੇ ਕਿ ਕੋਈ ਗੱਲ ਨਹੀਂ, ਮੇਰਾ ਫਰਜ਼ ਹੈਗਾ ਟੂ ਫਾਈਟ ਦਿਸ ਈਵਲ ਐਂਡ ਆਈ ਵਿਲ ਗੈਟ ਰਿਡ ਆਫ ਦਿਸ ਈਵਲ ਸਮਹਾਉ, ਕਿਉਂਕਿ ਦਿਸ ਇਜ਼ ਨਾਟ ਰਾਈਟ। ਐਂਡ ਹੈ ਨਾ ਉਹਨਾਂ ਨੇ ਕਿਹਾ ਕਿ ਆਈ ਮੇ ਨਾਟ ਬਿਲੋਂਗ ਟੂ ਦ ਪ੍ਰੈਜ਼ੈਂਟ ਬਟ ਆਈ ਵਿਲ ਡੈਫੀਨਿਟਲੀ ਬਿਲੋਂਗ ਟੂ ਦ ਹਿਸਟਰੀ। तो बड़ी फेमस लाइन है कि मैं प्रेजेंट ਨੂੰ ਸ਼ਾਇਦ ਨਾ ਬਿਲੋਂਗ ਕਰਾਂ ਲੇਕਿਨ ਇਤਿਹਾਸ ਮੈਨੂੰ ਜ਼ਰੂਰ ਯਾਦ ਰੱਖੂਗਾ। ਐਂਡ ਉਹ ਬੰਦੇ ਜਿਹੜੇ ਅੱਜ ਸਤੀ ਦੇ ਖਿਲਾਫ ਗੱਲ ਕਰਦੇ ਸੀਗੇ ਕਿ ਸਤੀ ਹੋਣੀ ਚਾਹੀਦੀ ਹੈ, ਸਤੀ ਹੋਣੀ ਚਾਹੀਦੀ ਹੈ, ਉਹਨਾਂ ਦਾ ਨਾਮ ਆਪਾਂ ਨੂੰ ਪਤਾ ਹੀ ਨਹੀਂ ਹੈ ਕੀ ਨਾਮ ਹੈ ਕੀ ਨਹੀਂ ਨਾਮ ਹੈ। ਲੇਕਿਨ ਰਾਜਾ ਰਾਮ ਮੋਹਨ ਰॉय एवरीवन नोस कि there was a राजा राम मोहन रॉय who came in India and fought against सती। ਉਹਨਾਂ ਨੇ ਸਤੀ ਦੇ ਖਿਲਾਫ ਜਿਹੜੀ ਮੂਵਮੈਂਟ ਹੈ ਉਹ ਪ੍ਰੈਸ ਦੇ ਥਰੂ ਵੀ ਚਲਾਈ। ਇਹਨਾਂ ਨੇ ਇੱਕ ਬੜਾ ਇੰਪੋਰਟੈਂਟ ਨਿਊਜ਼ਪੇਪਰ ਜਿਹੜਾ ਸਟਾਰਟ ਕੀਤਾ ਸੀ ਸੰਵਾਦ ਕੌਮਦੀ, ਠੀਕ ਹੈ। संवाद कॉमेडी बहुत फेमस है। संवाद का मतलब है डिस्कशन एंड कॉमेडी का मतलब है कम्युनिटी। सो वी हैव टू डिस्कस विद कम्युनिटी। ए बंगाली न्यूज़पेपर सी संवाद कॉमेडी एंड इस संवाद कॉमेडी जो उन्होंने डिस्कशन किया विद द कम्युनिटी कि व्हाई डू यू थिंक कि सती ਜਿਹੜਾ ਹੈ ਉਹ ਸਹੀ ਹੋਣਾ ਚਾਹੀਦਾ ਹੈ। ਉਹਨਾਂ ਨੇ ਤੁਸੀਂ ਇਮੇਜਿਨ ਨਹੀਂ ਕਰੋਗੇ ਉਹਨਾਂ ਨੇ ਪੂਰੀ ਜਿਹੜੀ ਵੇਦ ਤੇ ਉਪਨਿਸ਼ਦ ਹੈ ਉਹ ਪੜ੍ਹੇ, ਟ੍ਰਾਂਸਲੇਟ ਕੀਤੇ एंड ट्रांसलेट करके इस संवाद कम्युनिटी रेगुलर आर्टिकल्स लिख रहे ਸੀਗੇ ਕਿ ਮੈਨੂੰ ਇੱਕ ਜਗ੍ਹਾ ਤੇ ਦੱਸ ਦਿਓ ਵੇਦ ਪੁਰਾਣ ਜਾਂ ਉਪਨਿਸ਼ਦ ਦੇ ਵਿੱਚ ਕਿੱਥੇ ਸਤੀ ਪ੍ਰਥਾ ਬਾਰੇ ਲਿਖਿਆ ਹੈ। ਯੂ ਟੈਲ ਮੀ ਵਨ ਥਿੰਗ, ਫਿਰ ਮੈਂ ਤੁਹਾਨੂੰ ਮੰਨਣਾ ਹੈ ਨਾ। तो सती प्रथा बारे कितने लिखा, बट लोग कहते सी पागल हो गया है, बेवकूफ है बंदा है, ये वो फलाना ढमकाना ਨੂੰ डिमीन ਕਰਦੇ ਰਹਿੰਦੇ ਸੀ ਬੈਠੇ। ਸੋ ਉਹ ਜਿਵੇਂ ਚਾਰਲਸ ਡਾਰविन ਨੂੰ ਵੀ डिमीन ਕੀਤਾ ਹੈ ਉਵੇਂ ਇਹਨੂੰ ਵੀ डिमीन ਕਰਦੇ ਰਹਿੰਦੇ ਸੀਗੇ। ਸੋ ਇਹ ਬੰਦੇ ਜਿਹੜੇ ਹੈ ਇਹਨਾਂ ਦੀ ਬੇਇੱਜ਼ਤੀ ਹੋਈ ਹੈ ਜਨਰਲੀ ਉਹਨਾਂ ਟਾਈਮਸ ਦੇ ਵਿੱਚ। So still he kept on fighting against this thing and finally ਇਹਨੇ ਵਿਲੀਅਮ ਬੈਂਟਿਕ ਨੂੰ ਪ੍ਰੈਸ਼ਰਾਈਜ਼ ਕਰਕੇ, ਠੀਕ ਹੈ, ਉਦੋਂ ਇਹਦਾ ਬੜੇ ਚੰਗੇ ਪੋਲੀਟੀਕਲ ਕਨੈਕਸ਼ਨ ਸੀਗੇ। ਮੈਂ ਤੁਹਾਨੂੰ ਦੱਸਿਆ ਸੀ ਅਕਬਰ 2 ਦੀ ਪੈਨਸ਼ਨ ਇਹਨੇ ਲਗਵਾਈ ਸੀ ਬੰਦੇ ਨੇ। So he had very good connections with Europeans and especially the East India Company। ਉਸ ਟਾਈਮ ਤੇ ਵਿਲੀਅਮ ਬੈਂਟਿਕ 1829 ਦੇ ਵਿੱਚ ਗਾਇਸ ਇਹਨੇ ਵਿਲੀਅਮ ਬੈਂਟਿਕ ਨੂੰ ਕਹਿ ਕੇ ਸਤੀ ਇੰਡੀਆ ਦੇ ਵਿੱਚੋਂ ਲੀਗਲੀ ਅਬੋਲਿਸ਼ ਕਰਾਈ ਸੀ। So he is also the brain child behind abolition of sati legally in India। legally abolish ਕੀਤੀ ਸੀ, socially ਨਹੀਂ ਹੋਈ ਸੀ। ਦੋਨਾਂ 'ਚ ਫਰਕ ਹੈਗਾ ਹੈ ਨਾ। legally ਮਤਲਬ ਕਾਨੂੰਨ 'ਚ abolish ਕਰਤੀ ਸੀ ਲੇਕਿਨ ਸਮਾਜ ਦੇ ਵਿੱਚ ਚੱਲ ਰਹੀ ਹੈ ਸਤੀ, ਹੈ ਨਾ। ਸਤੀ is going on, ਜਿਵੇਂ ਰੇਪ ਹੈ legally abolished ਹੈ, ਇਹਦਾ ਮਤਲਬ ਇਹਦਾ ਨਹੀਂ ਹੈ ਕਿ ਸੋਸਾਇਟੀ 'ਚ ਰੇਪਸ ਨਹੀਂ ਹੋ ਰਹੇ,
rapes are happening, it's a crime, it will keep on happening, and then the police will keep on going behind it. ये सारी चीजें ਜਿਹੜੀਆਂ ਚੱਲਦੀ ਰਹਿਣਗੀਆਂ, but still the legally ਕੋਈ ਚੀਜ਼ ਲੈ ਕੇ ਆਣਾ ਉਹ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਹੈ। तो ਇਹਨਾਂ ਦੀ ਬੜੀ ਇੰਪੋਰਟੈਂਟ ਜਿਹੜੀ ਹੈ ਸਤੀ ਪ੍ਰਥਾ ਦੇ ਖਿਲਾਫ ਫਾਈਟ ਸੀ। ਇਹ ਸਭ ਤੋਂ ਇੰਪੋਰਟੈਂਟ ਅਗਰ ਤੁਸੀਂ ਕਹਿ ਲਓ ਕੰਟਰੀਬਿਊਸ਼ਨ ਰਾਜਾ ਰਾਮ ਮੋਹਨ ਰਾਏ ਦੀ ਰਹੀ ਹੈ। ਰਾਜਾ ਰਾਮ ਮੋਹਨ ਰਾਏ ਨੂੰ ਫਸਟ ਮਾਡਰਨ ਰਿਫਾਰਮਰ ਆਫ ਇੰਡੀਆ ਵੀ ਕਿਹਾ ਜਾਂਦਾ ਹੈ, ਜਾਂ ਕਹਿ ਦੋ ਫਾਦਰ ਆਫ ਮਾਡਰਨ ਇੰਡੀਆ ਵੀ ਕਿਹਾ ਜਾਂਦਾ ਹੈ, ਠੀਕ ਹੈ। ਸੋ ਹੀ ਇਜ਼ ਆਲਸੋ ਨੋਨ ਐਜ਼ ਦ ਫਾਦਰ ਆਫ ਮਾਡਰਨ ਇੰਡੀਆ। ਵਾਈ ਇਜ਼ ਕਾਲਡ ਦ ਫਾਦਰ ਆਫ ਮਾਡਰਨ ਇੰਡੀਆ? ਦੇਖੋ ਇੱਕ ਸਮਾਜ ਸੀਗਾ ਆਪਣਾ ਮਿਡੀਵੀਅਲ, ਹੈ ਨਾ, ਜਿਹੜਾ ਰਾਜੇ ਮਹਾਰਾਜਾ ਦਾ ਸਮਾਜ ਸੀ, ਉਹ ਸਮਾਜ ਜਿਹੜੀ ਸੋਸਾਇਟੀ ਸੀ ਉਹ ਇੱਕ ਤਰੀਕੇ ਨਾਲ ਬਿਹੇਵ ਕਰ ਰਹੀ ਸੀ। ਇੱਕ ਆ ਗਏ ਮਾਡਰਨ ਆਈਡੀਆਜ਼ ਜੋ ਯੂਰਪ ਤੋਂ ਆ ਰਹੇ ਹੈ ਇੰਡੀਆ ਦੇ ਵਿੱਚ, ਹੈ ਨਾ, ਐਂਡ ਦੇ ਆਰ ਟਾਕਿੰਗ ਅਬਾਊਟ ਸਰਟਨ ਅਦਰ ਥਿੰਗਸ। ਲਾਈਕ ਅਗਰ ਮੈਂ ਮਿਡੀਵਲ ਸਮਾਜ ਦੀ ਗੱਲ ਕਰਾਂ, ਇਫ ਆਈ ਟਾਕ ਅਬਾਊਟ ਦ ਮਿਡੀਵਲ ਸਮਾਜ, ਠੀਕ ਹੈ, ਸੋ ਇੱਕ क्वेश्चन लिखो, व्हाट इज द डिफरेंस बिटवीन medieval thought process and modern thought process? medieval thought process versus the modern thought process में क्या फर्क है? ठीक है, medieval thought ਤੇ modern thoughts की फर्क है। देखो जो modern thought है ना, it talks about individual, ध्यान नाल सुनना है। liberal principles से focus ਹੁੰਦਾ है। liberal principles basically focus करते हैं individual ਤੇ। इंडिविजुअल का मतलब है कि you as an individual is a very totally different entity as compared to something which is society. So medieval is largely driven by social norms. Medieval is largely driven by whatever society thinks should be correct and it should be implemented. Medieval thinking means that you can't question the society. You can't question because the society in the general has a belief and that you have to accept because the society believes it. It is a majority writ large, you know, that's the concept. But when I talk about the modern thought, I basically talk about the individual writ large, which means that you as an individual, है ना, individual का अगर आप etymology पढ़िए तो उसका मतलब क्या है कि you as somebody who can't be divided further, individual, है ना, individual means dividing. So you as an entity can't be divided further, and today under the thought process it's totally important than the social norms, right? So basically the idea is about giving freedom and liberty to an individual and basically saving himself or herself from the social norms जो उस टाइम पे प्रेजेंट है। एग्जांपल लेके देखते हैं। medieval टाइम पे सती ਹੁੰਦਾ है ना, सती ਹੁੰਦਾ क्यों ਹੁੰਦਾ सती? क्योंकि सोसाइटी ਕਹਿੰਦੀ ਸੀ कि सती होना चाहिए because this is the ultimate चीज ਜਿਹੜੀ सोसाइटी बिलीव करती है। somebody questioned why sati? You can't question it because the society believes it. You can't question it. Somebody questions, give me the reasons for sati. What is the consequence of sati? Nobody will question. Suppose एक individual है, she wants to live, है ना, she doesn't want to go to sati. She damn cares about the patriarchy. She damn cares about, है ना, कि भाई husband में रुकी होगा कि नहीं. She damn cares. She just wants to breathe that oxygen, है ना, and she wants to live. But medieval times that's not allowed because your definition of taking that oxygen comes from the social norms. You yourself is not an independent entity. You're not liberal enough to have that idea because the society tells you, then you have to believe that. So ये एक बहुत बड़ा प्रॉब्लम है जो medieval thought process है, and एक modern thought process है जो liberal ideas से focus करता है। और कोई एग्जांपल लेके देखते हैं। medieval times में let's say child marriage होती है, ठीक है, so child marriage होती है medieval times। so modern times child marriage होनी चाहिए, नहीं होनी चाहिए। why? Because again child marriage is an individual decision. It's an individual decision that whether you want to marry yourself or not, that's it. ਤੁਸੀਂ ਆਪਣੇ ਆਪ ਦਾ ਵਿਆਹ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ। if you don't want to ask any girl child, ਅੱਜ 14 ਸਾਲ 13 ਸਾਲ ਦੀ ਬੱਚੀ ਨੂੰ ਪੁੱਛ ਕੇ ਦੇਖੋ ਰਾਜਸਥਾਨ ਦੇ ਵਿੱਚ ਕਿ is she really want to have that marriage or not, what would be the answer? Definitely ਉਹਦਾ personal answer ਕੀ ਹੋਊਗਾ, है ना, the personal answer will be no, that I don't want to marry, I want to see things right now, I don't want to marry because after marriage there will be so many obligations on me. So she will say no. If you have seen a movie called Dangal, है ना, Dangal movie देखिए ਤੁਸੀਂ। Dangal movie ਦੇ ਵਿੱਚ ਇੱਕ ਸੀਨ ਹੁੰਦਾ ਹੈ ਜਿਹਦੇ ਵਿੱਚ ਉਹ ਹੈ ਨਾ ਆਪਣੀ ਦੋਸਤ ਕੋਲ ਜਾਂਦੀ ਹੈ ਐਂਡ ਦੋਸਤ ਨੂੰ ਜਾ ਕੇ ਕਹਿੰਦੀ ਹੈ ਯਾਰ ਮੇਰਾ ਬਾਪੂ ਮੇਰੇ ਪਿੱਛੇ ਪਿਆ ਹੋਇਆ ਹੈ, ਤੇਰਾ ਵਧੀਆ ਹੈ ਨਾ, ਤੇਰਾ ਵਿਆਹ ਹੋ ਰਿਹਾ ਹੈ ਨਾ, ਮੇਰੇ ਤਾਂ ਸਵੇਰੇ 4 ਵਜੇ ਉਠਾ ਲੈਂਦਾ ਹੈ ਤੇ ਮੈਨੂੰ ਭਜਾਉਂਦਾ ਹੈ, ਮੈਨੂੰ ਇਹ ਕਰਦਾ, ਮੈਨੂੰ ਉਹ ਕਰਦਾ ਹੈ। ਐਂਡ ਦ ਰਿਪਲਾਈ ਦੇਖੋ, ਕਹਿੰਦਾ ਤੇਰਾ ਫਾਦਰ ਤੇਰੇ ਲਈ ਸੋਚ ਰਿਹਾ ਹੈ ਨਾ, ਮੇਰੇ ਹਾਲ ਤਾਂ ਸੋਚਿਆ ਹੀ ਕੁਝ ਨਹੀਂ, ਉਹਨੇ ਤਾਂ ਚੱਕ ਕੇ ਵਿਆਹ ਕਰਤਾ। and that's the idea of of modern times that है ना जो गुंजन सक्सेना ਦੇ ਉੱਤੇ ਅੱਜਕੱਲ ਮੂਵੀ ਚੱਲ ਰਹੀ ਹੈ। so this idea about individual more important than society is an idea which is modern idea, which is liberal thought, है ना, ये liberal thought है।
Any other examples you can give? Manpreet, are you there? हाँ जी मनप्रीत है कि चली गई? ओके मनप्रीत थोड़ा माइक नहीं चल रहा. Anyone else? माइक की प्रॉब्लम है. कोवर? हाँ जी कोवर कोई होर इदां दा एग्जांपल तुसी दे सकदे हो कि सोसाइटी कुछ बोल दी है ते इंडिविजुअल कुछ और क्या करना चाहता है? चाइल्ड मैरिज तो बहुत 10 होता है. आवाज थोड़ी भी कट रही है. हाँ जी मनप्रीत are you there? Network issue. Okay. ठीक है. Anyone else can हरनूर किथे है? हाँ जी उनका सर. मैम yes. Widow remarriage. Yeah, widow remarriage yes. Even what the about education of the girl child. No widow remarriage ਤੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ? मतलब जेड़ा अपनी older societies जो अपन starting से जो देखिए 1 second मतलब initially there were sections that believed that widows should be remarried. Then there came societies which said कि no, widow remarriages should not take place. Then eventually again widow मतलब eventually ਹੁਣ ਵੀ ਆਪਾਂ ਜੇ ਦੇਖੀਏ ਤਾਂ ਬਨਾਰਸ ਚ ਜਿਹੜੀ ਉਹ ਹੈ अपना बनया हुआ है वो सैक्ट वही बिलीव करता है कि widows ਨੂੰ remarriage नहीं करनी चाहिए. So it becomes a debatable issue even till today. There is a sect of people who believe that yes they should be, and then there is a sect of people who believe कि नहीं. Right. They should accept it like this. Right. So the point is yes, good point. The point is very important ke देखो it's about widow remarriage, but the basic point remains the same. है ना? The point remains ke the society says or the individual says. For example, the individual wants to get married, doesn't want to get married. That's a personal choice to exercise. है ना? She wants to marry, she doesn't want to marry. That's a personal choice. Today, अगर आज 21st century ਦੇ ਵਿੱਚ अगर ਤੁਸੀਂ ਕਿਸੇ widow ਨੂੰ ਕਹੋ कि do you want to marry, है ना? She'll say this is my personal choice. मतलब why should I marry? I don't want to marry. Even that is also liberty. That is also individual thought process. And not marrying, but a society telling you not to marry is bad because society is coming with some different reasons. And this is something which is a problem. Today, देखो पहला क्या होता सीगा widow remarriage क्यों नहीं होती सीगी? What is the reason? Because there is a general belief that the wife is responsible for the husband's death. It was inauspicious basically. That thought process is there. तो वो husband ਦੀ death ਦੇ ਪਿੱਛੇ wife ਦੀ ਜ਼ਿੰਮੇਵਾਰੀ ਹੈ. And wife ਜਿਹੜੀ ਹੈ ਉਹ ਕਿਸੇ ਨਾਲ ਵੀ ਵਿਆਹ ਕਰੂਗੀ ਤਾਂ ਉਹ ਪਨੌਤੀ ਹੈ ਤਾਂ ਉਹਦੀ ਵੀ ਜ਼ਿੰਦਗੀ ਤਬਾਹ ਕਰੂਗੀ. है ना? So definitely ਕੀ ਹੈ ਕਿ ਇਸ ਕਾਰਨ they will say ਕਿ ਇਸ lady ਨੇ ਇਹਦੀ ਕਿਸਮਤ ਇੰਨੀ ਗੰਦੀ ਸੀ ਕਿ ਇਹਨੇ ਆਪਦਾ husband ਮਰਵਾਤਾ. है ना? ਉਹ ਭਾਵੇਂ ਦਾਰੂ ਪੀ ਕੇ ਮਰ ਗਿਆ ਹੋਵੇ ਉਹਦੇ ਆਪਦੇ ਕਾਰਨ ਹੁਣ ਮਰਨ ਦੇ. ਲੇਕਿਨ still blame will go on the women. Okay? Because women married and definitely this was the reason why this happened. This entire thing happened. Now this is sad. Okay? This has to change because it's not the women who's responsible for the death of the husband. It's something else which is responsible. वो ਜਿਹੜੇ ਕਾਰਨ ਹੈਗੇ I hope ਤੁਹਾਨੂੰ ਸਮਝ ਆ ਰਿਹਾ ਹੈ ਨਾ? This is very good. Over ਕਹਿ ਰਿਹਾ article 3 medieval versus modern ਦਾ ਜਿਹੜਾ idea ਹੈ ਨਾ that is basically an idea ਜੋ ਜਿਹੜਾ ਹੈ ਆਪਾਂ ਗੱਲ ਕਰ ਰਹੇ ਹਾਂ. ਡਾਕਟਰ ਜਿਹੜੇ ਰਾਜਾ ਰਾਮ ਮੋਹਨ ਰਾਏ ਸੀਗੇ ਇਹਨਾਂ ਨੇ ਇੰਡੀਆ ਨੂੰ medieval ਤੋਂ modern transition ਕਰਾਇਆ. polygamy yes very good, intercaste marriages they are good, right? So this is something which is a major transition that happened from this thing. So एक तो सती प्रथा लिए बहुत famous है. एक is called the father of modern India. Another very interesting thing is मैं debate जरूर करना चाहूँगा. ठीक है? तुसी भी सोच के देखो कि क्या है. Another very interesting thing, he advocated monotheism. तो ये भी इन्हां दी बहुत contribution रही है. Monotheism के ऊपर advocation. And ਇਹਦਾ बिल्कुल opposite ਹੁੰਦਾ polytheism. बिल्कुल opposite to monotheism is polytheism. हाँ जी, लविश monotheism की ਹੁੰਦਾ है? लविश साहब आप हो वहां पे या नहीं हो? नहीं हो. रिया कह रही है पर्दा सिस्टम. वेरी गुड रिया. रिया मोनोथिज्म क्या होता है? रिया? Yes sir.
हाँ जी, मोनोथिज्म क्या होता है? सर एक वाइफ या हस्बैंड। नहीं नहीं, वो तो मोनोगैमी होगी। मोनोथिज्म, मोनोथिज्म पता नहीं वन सर। गॉड। रिया, यस सर। belief of one god is monotheism? यस सर। नहीं, भूल गए। सर आइडिया नहीं सर। ओके ओके ओके, डोंट वरी। देखो सिंपल है, मोनोथिज्म believes in one god, ना, so one god, and polytheism is believe in many gods, ना, so this is the basic difference, monotheism and polytheism. Polytheism ਦੇ ਵਿੱਚ ਦਾ ਮਤਲਬ ਹੈ ਕਿ I believe in many gods, ठीक है? So I believe in Ram, I believe in Krishna, I believe in Vishnu, I believe in, so Hinduism अगर आप बात करिए as a process, Hinduism as a thought process, it's a polytheistic religion where you have multiple gods, है ना, where you have Vishnu, Mahesh, Shiva, where you have, है ना, other gods. But on the other hand, other religions like Muslim religion, या ਤੁਸੀਂ ਗੱਲ ਕਰ ਲਓ ਸਿੱਖ religion ਦੀ ਗੱਲ ਕਰ ਲਓ, या ਤੁਸੀਂ है ना, ਜਿਵੇਂ ਸਿੱਖ religion ਦੇ ਵਿੱਚ ਇੱਕ ਓਮਕਾਰ, so it means one god, है ना, so it's basically one religion in Muslim, one god in this thing. Christianity ਗੱਲ ਕਰ ਲਓ, so it's basically monotheism. So monotheism ਜਿਹੜੇ ਹੈ, it's a belief in one god, है ना, and polytheism believes in many gods. So why he advocated monotheism? Why he advocated monotheism, or what are the positives or advantages of monotheism over polytheism, and vice versa? So Shruti, can you tell something? What do you think? Shruti, are you there? Yes, sir. Sir, polytheism may also breed communalism. नहीं, ਤੁਸੀਂ ਇਹ ਦੱਸੋ ਕਿ ਜਿੰਨੇ ਵੀ ਧਾਰਮਿਕ ਚੇਂजेस ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਗੁਰੂ ਨਾਨਕ ਦੇਵ ਜੀ and everyone, why they focus on monotheism? Why one god is more better than multiple gods? What is the reason for one god better than multiple gods? Sir, they believe that the path may be different, but the God is only one. So For unity, for religious unity only. What are the problems in polytheism? What are the issues in polytheism? Sir, there would be anarchy that everyone will say that my God is superior. Right. Yeah. Very good. Okay, there is one reason that conflict will happen. Yes, sir. Yeah, so religious conflict will happen. So for example, there's A God, there's B God, there's C, D, E, and F. So there will be a religious conflict. Okay? So somebody will say, my God is better than your God. Religious conflict could be one of the reasons. Another reason for polytheism to not, corruption will increase. Okay? Corruption will definitely increase because, there's no single window clearance. So there's no single window clearance, so you always have to oblige to different gods. So that's the reason why many gods are there. One god is better. But on the other hand, one god also has problems. There is no specialization. So for example, if you need a god of employment, but there's no god of employment, there's only one god who takes care of everything. Workload is very high. Of that god, now he has to manage everything. So for example, let's say there's one god, he's only one god, and somebody is coming with the application of कि भाई जेड़ा lockdown है हो please चका दो, मेरा नौकरी नहीं चल रही. And then suppose let's say कि teacher दी application आंदी है उस god नु, है ना, कि भाई lockdown जेड़ा है वो कर दो कि साडा स्कूल नहीं चल रहा. फिर उसे टीचर के बाद उसे स्टूडेंट दी एप्लीकेशन आंदी है कि स्कूल ना खोलियो सानू कोरोना हो जाएगा. Now that god is confused, है ना, that god is confused, उन्हें समझ नहीं आ रहा है मैं किसी एप्लीकेशन में मनना. So there is no specialization, workload is very high, there is conflict of interest, ठीक है, of that god. So yes, देखो polytheism and monotheism की जो debate है, it's a very big debate. Some people settle on polytheism and it's an individual preference. So you probably should believe or can believe or may believe in different god, but there is a certain section of the community that says that having different god leads to religious conflicts, leads to corruption. So there should be only one god, and that one god should be the idea. So इधर करके he was also very much proponent of monotheism. In fact, इन्हें किताब भी लिखी है, Gift to Monotheists. बड़ी फेमस बुक है, A Gift to Monotheists, जिसके विच इन्हें बहुत अच्छे तरीके नाल propound किया है कि monotheism क्यों important है. That's something which is very very interesting. फिर he did not believe, Raja Ram Mohan Roy did not believe in the theory of reincarnation.
No, he did not believe. ਇਹ question ਆਂਦਾ ਹੁੰਦਾ ਪੇਪਰ ਦੇ ਵਿੱਚ। रीइनकारनेशन ਦੀ ਥਿਉਰੀ 'ਚ ਬਿਲੀਵ ਨਹੀਂ ਕਰਦੇ ਸੀ, which means ਇਹ ਅਵਤਾਰ ਵਾਲਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਬਿਲੀਵ ਨਹੀਂ ਕਰਦੇ ਸੀ, ਠੀਕ ਹੈ। So this is very very important. ਹੁਣ ਅਵਤਾਰ ਵਾਲਾ ਸਿਸਟਮ ਕਿਉਂ ਪ੍ਰੋਬਲਮੈਟਿਕ ਹੈ? क्वेश्चन ये है why you don't believe in avatar system. For example, ਕਹਿੰਦੇ ਨੇ ਵਿਸ਼ਨੂੰ ਜੀ ਦੇ 10 ਅਵਤਾਰ ਸੀਗੇ, so there are 10 avatars of Vishnu, है ना, ਜਿਹਦੇ ਵਿੱਚ ਬੁੱਧਾ ਵੀ ਇੱਕ ਅਵਤਾਰ ਸੀ। ਕਲਕੀ is the coming, है ना, ਆਉਣ ਵਾਲੇ ਜਿਹੜੇ ਹੈ ਕਲਕੀ है ना, हाँ, कलकी is the ਆਉਣ ਵਾਲੇ ਅਵਤਾਰ। So ultimately this is the system he did not believe in, the avatar system. Why? Can anyone tell why believing in reincarnation is not good? Haji, Amrita, what do you think? So reincarnation may be दोनों अगर मैं कहा कि भाई अमृता ਤੁਸੀਂ ਬਿਲੀਵ ਕਰਦੇ ਹੋ ਕਿ ਵਿਸ਼ਨੂੰ ਜੀ ਦੇ ਅਵਤਾਰ ਸੀਗੇ, ਫॉर एग्जांपल your mother says, है ना, कि ਵਿਸ਼ਨੂੰ ਜੀ ਦੇ ਅਵਤਾਰ ਆਂਦੇ ਹੈ, ठीक है, ਆਉਣ ਵਾਲੇ ਅਵਤਾਰ ਕਲਕੀ ਹੈ, ਉਹਨਾਂ ਚ ਬੁੱਧਾ ਵੀ ਰਹੇ ਹੈ, ਰਾਮ ਪਰਸ਼ੁਰਾਮ was one of them. So what do you say to her? it's quite complex. I mean, reincarnation thing. I don't know. I personally don't believe in reincarnation. So yes, why? Well, that's what I'm asking. Why don't you believe? It's hypothetical. I mean, there's no reality. So you say there is no reason? No scientific yes, reason you are saying? Yes, I'm talking about scientific reason. Yes. So you're saying there's no scientific reason? Yes, and also when there are so many avatars, people usually tend to compare all the avatars in accordance, how to say, I don't know, but I'm just saying of the scientific reason that there's no scientific reason. So you say that there is no next birth, there is no previous birth, this is the birth that we live in. This is the idea? Yes, I believe in that. Yes. Yeah. So there's no scientific reason of avatar. There's nothing like somebody will continue after that as well, after the death. So no scientific reason is your idea. Yes, then it inhibits our progressive thinking. I mean, we tend to think of these avatars, and there are no people talking about science and innovation. So it's reincarnation is a medieval thought process, maybe ancient thought process. Okay, so that's the idea. Again, there's another problem here. When you basically talk about these avatars, you appropriate different religions in these avatars. That's a very big issue. For example, है ना, they say Buddha is also one of the avatar, है ना, which is like appropriating Buddhism as part of the Hinduism. In fact, after this entire theory emerged, Buddhism lost relevance in India. है ना, basically ये भी एक बहुत बड़ा reason है कि the loss of Buddhism in India was one of the reasons. And they said Buddha is also one of the avatars of Vishnu. And then they start. So this is the idea of this is a problematic thing. And on the other hand, they say that it's है ना, ये चीज जड़ी है वो नहीं हैगी basically, है ना, multiple moral system is definitely one of the reasons. तो एक कितने ना कितने problem create करता है अवतार का जड़ा system है, and he was very much against this entire thing. Then he also wanted very simple prayers. तो ये कहता सीगा कि God जरूर हैगी है. He said God is there. है ना, Raja Ram Mohan Roy said God is there. But to approach that God, you need to have very simple prayers. You don't have to go for mantra and tantra and everything like that. But yeah, simple prayers to karonge. And then he also talked about Brahmo Samaj. Brahmo Samaj. Brahmo. The word Brahmo comes from the word Brahm, which means individual. Individual Brahmo. So he talks about that individual Brahmo is more important in defining what is important for him or herself, rather than society defining him, or rather than society laying down norms for him or her to implement. So that's very 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 important. The Brahmo Samaj di inhone jehdi hai wo kiti, and Brahmo Samaj de vich they used to go for Brahmo marriages. Very interesting. So Brahmo marriages karande si, very simple marriages, devoid of all these useless customs and rituals and everything, so that a Greek banda can also afford these marriages. So he used to go for Brahmo marriages a lot. इतना दे इन्होंने बड़े ही ज़्यादा significant जड़े काम किते हैं. तो आप थोड़ा जा will read from the slides शो पढ़ लेने हैं, so that अपन exactly पता होगा. Yes, the towering guy, Raja Ram Mohan Roy, the first reformer, very very important. तो थोड़ा जा मैं
let me just go through the slides and then we'll discuss. Yeah, so देखो सब तो पहला, he was the father of Indian Renaissance, है ना? Renaissance, I told you, Renaissance is something which is reforming the society on modern lines. He opposed idolatry. Yes, I want to discuss this as well. Why idol worship is bad? Have you seen a movie called Oh My God? So in Oh My God, the OMG है ना, it's a very interesting movie जिधे विच idol worship के खिलाफ basically voice रखता है परेश रावल, है ना, wherein he talks about के लोग दूध प्यारे होनो and all those kind of things are happening. So कितने ना कितने these things they lead a society to irrational thought process, and that's the reason why he was objecting to idol worship. He was objecting to, है ना, देखो denounce the sati ने denounce की थी, polygamy ने denounce की थी, and caste system के abuses के खिलाफ भी इन्हें आवाज रखी. He also favored remarriages of Hindu widows, very very important, and मैं दस्या सीगा he wanted to promote monotheism. ठीक है, so इन्हें किताब भी लिखी Gift to Monotheists, and he promoted monotheism. He translated the Vedas and 5 Upanishads into Bengali to prove his conviction that ancient Hindu texts support monotheism. Very interesting. Okay, so he basically said that Hindu religion actually is monotheistic religion. If you talk about the ancient texts, so they talk about monotheism. Sambat Comedy, I already said Sambat Comedy, which editor which likes is generally against Sati. Very very important. Brahmo Samaj he found out, and he also found out Atmiya Sabha, very very important, and carried a consistent struggle against religious and social malpractices. इन्होंने एक बड़ी famous किताब लिखी है तोहफा उल मुहाहिदीन, very interesting Persian language ਦੇ ਵਿੱਚ एक किताब लिखी है तोहफा उल मुहाहिदीन, in which इन्होंने सारे दुनिया ਦੇ major religions को analyze किया. Very very important, and his efforts led to the ending of Sati through social legislation. Social legislation आई सी 1829 ਦੇ ਵਿੱਚ विलियम बेंटिक करके, and Sati India ਦੇ ਵਿੱਚ abolish ਹੋਇਆ. राजा राम मोहन राय ਦਾ एग्जांपल ਤੁਸੀਂ ਬਹੁਤ ਜਗ੍ਹਾ ਤੇ ਦੇ ਸਕਦੇ ਹੋ. For example, if you are writing an essay, है ना, एक essay लिख रहे हो ਤੁਸੀਂ, an essay ਦੇ ਵਿੱਚ let's say ਕੋਈ moral essay ਲਿਖ ਰਹੇ ਹੋ, and ਉਸ moral essay ਦੇ ਵਿੱਚ ਤੁਸੀਂ ਇਹ ਕੋਟ ਕਰਨਾ ਕੋਈ ਵੀ ਚੀਜ਼ ਕਿ society ਦੇ norms ਦੇ ਖਿਲਾਫ ਜਾ ਕੇ ਵੀ initiatives ਲੈਣੇ ਪੈਂਦੇ ਆ, ਉੱਥੇ ਤੁਸੀਂ example ਦੇ ਸਕਦੇ ਹੋ ਕਿ how Raja Ram Mohan Roy played an important role in eradicating Sati, है ना, Sati ਵਰਗਾ ਇੱਕ evil ਨੂੰ eradicate ਕਰਨ ਚ ਉਹਨਾਂ ਨੇ ਕਿੰਨਾ contribute ਕੀਤਾ. So this is very very important. Raja Ram Mohan Roy ਜ਼ਰੂਰ ਪੜੋ. But after the death of Raja Ram Mohan Roy, ਧਿਆਨ ਨਾਲ ਸੁਣਨਾ ਕਿ ਕੀ ਹੁੰਦਾ ਹੈ. After the death of Raja Ram Mohan Roy, 1833 ਦੇ ਵਿੱਚ ਇਹ ਵਿਚਾਰੇ ਚਲੇ ਜਾਂਦੇ ਆ. 1833 ਇਹਨਾਂ ਦੀ ਡੈਥ ਹੋ ਜਾਂਦੀ ਹੈ, ਐਂਡ ਡੈਥ ਇਹਨਾਂ ਦੀ ਮੈਨਿੰਜਾਈਟਿਸ ਨਾਲ ਹੁੰਦੀ ਹੈ, ਐਂਡ ਇਹ ਤੋਂ ਬਾਅਦ ਇਹਨਾਂ ਦੇ 2 ਇੰਪੋਰਟੈਂਟ ਡਿਸਾਈਪਲਸ ਹੁੰਦੇ ਆ. ਠੀਕ ਹੈ, ਇੱਕ ਲੇਟ ਆਂਦਾ, ਇੱਕ ਪਹਿਲੇ ਆ ਜਾਂਦੇ ਆ. ਜਿਹੜੇ ਸਭ ਤੋਂ ਇੰਪੋਰਟੈਂਟ ਇਹਦਾ ਡਿਸਾਈਪਲ ਹੁੰਦਾ, ਨਾਮ ਹੁੰਦਾ ਦੇਵੇਂਦਰਨਾਥ ਟੈਗੋਰ. ਦੇਵੇਂਦਰਨਾਥ ਟੈਗੋਰ ਇਜ਼ ਦ ਫਾਦਰ ਆਫ ਰਵਿੰਦਰਨਾਥ ਟੈਗੋਰ. तो टैगोर फैमिली जिहड़ी है बड़ी ज्यादा प्रोमिनेंट फैमिली इंडियन हिस्ट्री दे विच, एंड ही इज एक्चुअली अ फादर ऑफ रविंद्रनाथ टैगोर. हुण देवेंद्रनाथ टैगोर जिहड़े है वो लेगेसी नु कंटिन्यू करदे है बाय एस्टैब्लिशिंग तत्वबोधनी सभा. तो तत्वबोधनी सभा एस्टैब्लिश करदे है इन ऑर्डर टू प्रोपोगेट राम मोहन आइडिया. आफ्टर द डेथ ऑफ राजा राम मोहन राय ये सभा प्रोपोगेट करदे है. सभा दे विच बहुत कुछ हुंदा है, लाइक है ना, सत्संग वगैरह, ये सारी चीज़ां जिहड़ियां सभा दे विच रेगुलरली हुंदियां. तो ये सारे आइडियाज जिहड़े आंदे हैं. थोड़ी देर बाद इन्हां दे तत्वबोध इस ब्रह्मो समाज दे विच एक नवे जिहड़े है थॉट फिलोसफर आंदे, उहदा नाम हुंदा केशव चंद्र सेन, केसी सेन. एंड केसी सेन भी आके आइडियाज नु प्रोपोगेट करना शुरू करदे हैं. सो केशव चंद्र सेन एंड रविंद्रनाथ टैगोर बोथ आर पार्ट ऑफ द ब्रह्मो समाज. थोड़ी देर बाद की हुंदा है, आफ्टर सम पीरियड ऑफ टाइम जिहड़े केशव चंद्र सेन हुंदे हैं, इन्हां दे आइडियाज बड़े रेडिकल हो जांदे हैं. रेडिकल दा मतलब है कि दे ट्राई टू प्रमोट रेवोल्यूशन इन, है ना, ब्रह्मो समाज. कि भाई आप ये करते हैं, आप कास्ट को बदलते नहीं है, आप कास्ट सिस्टम ही खत्म कर देंगे, आप पैट्रियार्की दे विच चेंजेस नहीं लेके आते, आप पैट्रियार्की ही खत्म कर देंगे. सो मेरे आइडियाज बड़े रेडिकल, बड़े एक्सट्रीम आइडियाज हो जाते, जिहदे करके देवेंद्रनाथ टैगोर दे फॉलोअर्स जिहड़े हैं वो केशव चंद्र सेन तो अपना साइड लाइन कर दिंदे. वो कहंदे यार असं इस बंदे च बिलीव नहीं करते, एंड इन्हां दोनों दे विच लड़ाई हो जाती है, आपस में लड़ाई हो जाती है ना. एंड फाइनली केशव चंद्र सेन ब्रह्मो समाज नूं छड्ड दिंदे हैं, एंड छड्ड के आपदा ब्रह्मो समाज बना लैंदे हैं, जिहदा नाम रखदे हैं ब्रह्मो समाज ऑफ इंडिया. ठीक है, एंड ब्रह्मो समाज ऑफ इंडिया बना लैंदे हैं. एंड देवेंद्रनाथ टैगोर जिहड़ा ब्रह्मो समाज बच जाता है, ओहदा एक नवा नाम दिंदे हैं, ओहनूं कहंदे हैं आदि ब्रह्मो समाज. तो ये कई बार क्वेश्चन पूछ लेंदे हैं कि कौन बंदा सीगा जिन्हें आदि ब्रह्मो समाज क्रिएट किया, एंड कौन बंदा सीगा जिन्हें ब्रह्मो समाज ऑफ इंडिया क्रिएट किया. तो बेसिकली आइडिया वही है कि जिवें मैं हमेशा दसदा तुहानूं कि एक रिलीजन आंदा है ना, और रिलीजन का जो बंदा है ना चला जाता है, जिन्हें रिलीजन स्टार्ट किया या जिन्हें कल्ट स्टार्ट किया है, तो उस तो बाद
ਉਹਦੇ ਫਾਲੋਅਰ ਜਿਹੜੇ ਆ ਉਹ ਸੈਕਟਸ 'ਚ ਵੰਡੇ ਜਾਂਦੇ, ਸੈਕਟ 1 ਸੈਕਟ 2। ਐਨੇ ਸੈਕਟ 1 ਤੇ ਸੈਕਟ 2 ਆਪਸ 'ਚ ਡਿਬੇਟ ਕਰਨ ਲੱਗ ਜਾਂਦੇ ਆ ਕਿ ਰਾਜਾ ਰਾਮ ਮੋਹਨ ਰਾਏ ਕੀ ਕਹਿੰਦੇ ਸੀ, ਹੈ ਨਾ। ਜਸਟ ਲਾਈਕ ਬੁੱਧਾ ਦੇ ਵਿੱਚ ਮਹਾਯਾਨਾ ਹਿਨਯਾਨਾ ਹੋ ਗਿਆ, ਜਸਟ ਲਾਈਕ ਮੁਸਲਮਾਨਾਂ ਦੇ ਵਿੱਚ ਆਪਣਾ ਸੁन्नी वर्सेस ਸ਼ੀਆ ਹੋ ਗਿਆ, है ना। सिमिलरली ब्रह्मो समाज भी कल्ट टाइप ही ला लो, है ना, धर्म नहीं है एग्जैक्टली, बट यस डेफिनेटली इट्स अ कल्ट। तो इस कल्ट ਦੇ ਵਿੱਚ ਵੀ ਅੱਗੇ डिवीजन हो ਜਾਂਦੀ ਹੈ बिटवीन टू इंपॉर्टेंट फिलोसफर्स, ਜਿਹਦੇ ਵਿੱਚ ਦਵਿੰਦਰਨਾਥ ਟੈਗੋਰ ਜੋ ਕਿ ਫਾਦਰ ਹੈ ਰਵਿੰਦਰਨਾਥ ਟੈਗੋਰ ਦੇ, ਐਂਡ ਲਾਸਟਲੀ ਜਿਹੜੇ ਆਪਣੇ ਕੇਸਵ ਚੰਦਰ ਸੇਨ, ਇਹ ਬਹੁਤ ਰੈਡੀਕਲ ਹੋਏ ਨੇ, ਐਕਸਟ੍ਰੀਮ ਆਈਡੀਆਜ਼ ਪ੍ਰੋਪੋਗੇਟ ਕਰਦੇ ਆ, ਐਂਡ ਇਸ ਕਰਕੇ ਇਹਨਾਂ ਦੇ ਵਿੱਚ ਲੜਾਈ ਹੋਈ। ਦਿਸ ਇਜ਼ ਦੀ ਆਈਡੀਆ ਅਬਾਊਟ ਬ੍ਰਹਮੋ ਸਮਾਜ। ਸੋ ਆਈ ਹੋਪ ਬ੍ਰਹਮੋ ਸਮਾਜ ਤੁਹਾਨੂੰ ਪੂਰਾ ਕਲੀਅਰ ਹੋ ਗਿਆ ਹੋਊਗਾ। Let us go to the next topic, which is contribution of Brahmo Samaj. Brahmo Samaj ने की contribute किया, ठीक है। So what contribution Brahmo Samaj has given to it? सब तो पहला इन्होंने polytheism ते idol worship ਨੂੰ denounce किया। It all started with a movement कि monotheism is important, one God is important। देखो one God ਨੂੰ ਪਹਿਲਾਂ ਵੀ preach ਕਰਦੇ ਰਹੇ ਲੋग, and इन्होंने भी preach किया, and definitely idol worship, इन्होंने idol worship ਦੇ ਖਿਲਾਫ ਗਏ। It discarded faith in divine incarnations। मैंने ਦੱਸਿਆ ਕਿ ਅਵਤਾਰਾ ਸਿਸਟਮ ਦੇ ਵਿੱਚ ਬਿਲੀਵ ਨਹੀਂ ਕਰਦੇ ਸੀਗੇ। ਸੋ ਉਹਦੇ ਵਿੱਚ ਵੀ ਆਪਾਂ ਡਿਸਕਸ਼ਨ ਕੀਤੀ ਹੈ। ਇਹਨਾਂ ਨੇ ਕਿਹਾ ਕਿ ਕੋਈ ਵੀ ਸਕ੍ਰਿਪਚਰ, ਬੜਾ ਇੰਪੋਰਟੈਂਟ ਹੈ, ਕੋਈ ਵੀ ਸਕ੍ਰਿਪਚਰ, ਚਾਹੇ ਉਹ ਵੇਦ ਹੈ, ਪੁਰਾਣ ਹੈ, ਉਪਨਿਸ਼ਦ ਹੈ, ਬਾਈਬਲ ਹੈ ਨਾ, ਕੁਰਾਨ ਹੈ, ਕੋਈ ਵੀ ਸਕ੍ਰਿਪਚਰ ਉਹ ਹੈ ਨਾ ਹਿਊਮਨ ਰੀਜ਼ਨ ਤੋਂ ਉੱਪਰ ਨਹੀਂ ਹੋ ਸਕਦਾ। ਬੜਾ ਇੰਪੋਰਟੈਂਟ ਹੈ। तो वो ह्यूमन रीजन तो ऊपर नहीं हो सकता, ह्यूमन रीजन हमेशा स्क्रिप्चर्स तो ऊपर होगा, क्योंकि कई बार स्क्रिप्चर्स आर रिटन इन द टाइम्स दैट दे वर रिटन। बराबर है ना, ਆਪਾਂ ਕਹੀਏ ਕਿ ਕੁਰਾਨ ਦੇ ਵਿੱਚ ਇਹ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਜਾਂ ਬਾਈਬਲ 'ਚ ਇਹ ਜਿਹੀਆਂ ਗੱਲਾਂ ਲਿਖੀਆਂ ਜਾਂ ਹੋਰ ਜਿੰਨੇ ਵੀ ਸਕ੍ਰਿਪਚਰਸ ਹੈਗੇ ਉਹ 'ਚ ਇਹ ਜਿਹੀਆਂ ਗੱਲਾਂ ਲਿਖੀਆਂ ਉਸ ਟਾਈਮ ਤੇ ਉਹ ਐਪਲੀਕੇਬਲ ਸੀ। So probably in the modern times it's not applicable, and modern times ਦੇ ਜਿਹੜੇ ਲੋਕ ਹੈਗੇ they will reason out ਕਿ whether they are applicable or not, and that's the basic idea। ਕੋਈ ਵੀ scripture is not beyond human reason, and human reason जो है अपना rational thought जो है it is much beyond than these scriptures। ये बहुत ही revolutionary statement है देनी, लेकिन इन्होंने एक गल की है। इन्होंने कहा कि कर्मा की थ्योरी से मैं कोई स्टैंड नहीं लेंदा, एंड इंडिविजुअल ब्राह्मोस व्हिच मींस मैं एज एन इंडिविजुअल डिसाइड करूंगा कि वेदर मेरे ते कर्मा की थ्योरी अप्लाई होती है या नहीं। कर्मा की थ्योरी मैं ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕਰਕੇ ਹਟਿਆ ਸੀਗਾ ਜਦੋਂ ਆਪਾਂ ਪੜਿਆ ਸੀਗਾ ਐਂਸ਼ੀਅੰਟ ਇੰਡੀਆ, ਹੈ ਨਾ। so as shall you reap, है ना, वो वाली थ्योरी ਜਿਹੜੀ ਹੈ ਕਿ ਜਿਵੇਂ ਬੀਜੋਗੇ ਉਹੀ ਬੋਓਗੇ, है ना। so that is the basic idea, and transmigration of soul, ਇਹ ਸਾਰੀ ਚੀਜ਼ਾਂ ਦੇ ਉੱਪਰ ਇਹਨਾਂ ਨੇ ਜ਼ਿਆਦਾ ਡਿਸਕਸ਼ਨ ਨਹੀਂ ਕੀਤੀ, and definitely ਇਹਨਾਂ ਨੇ ਜਾਤ ਪਾਤ ਦੇ ਸਿਸਟਮ ਨੂੰ है ना क्रिटिसाइज किया कि सही सिस्टम नहीं है। ਇਹਦੇ ਨਾਲ ਹੀ ਤੁਸੀਂ ਲਿਖ ਲਓ ਕਿ ਇਹਨਾਂ ਨੇ ਬ੍ਰਹਮੋ ਮੈਰਿजेस ਕਰਾਈਆਂ, ਬ੍ਰਹਮੋ ਮੈਰਿजेस ਇਹਨਾਂ ਨੇ ਕਰਾਈਆਂ ਜੋ ਕਿ ਬਹੁਤ ਹੀ ਸਿੰਪਲ ਮੈਰਿजेस ਹੁੰਦੀਆਂ ਸੀਗੀਆਂ। ਸਿੰਪਲ ਪ੍ਰੇਅਰਸ ਨਾਲ ਇਹ ਮੈਰਿजेस ਨੇ ਸਟਾਰਟ ਹੋਣਾ, ਐਂਡ ਸਿੰਪਲ ਪ੍ਰੇਅਰਸ ਨਾਲ ਹੀ ਇਹਨਾਂ ਮੈਰਿजेस ਨੇ ਖਤਮ ਹੋਣਾ। ਐਬਸੋਲੂਟਲੀ ਕਲੀਅਰ ਗਾਇਜ਼। ਰਾਜਾ ਰਾਮ ਮੋਹਨ ਰਾਏ ਦੇ ਉੱਪਰ ਪ੍ਰੀਲਿਮਸ ਚੋਂ ਕੋਈ ਕੁਐਸਚਨ ਆਂਦਾ ਹੈ ਜਾਂ ਮੇਨਸ ਚ ਕੋਈ ਕੁਐਸਚਨ ਆਂਦਾ ਹੈ, ਠੀਕ ਹੈ, ਲਿਖ ਸਕਦੇ ਹੋ। ਇਹਨਾਂ ਨੂੰ ਫਾਦਰ ਆਫ ਮਾਡਰਨ ਇੰਡੀਆ ਵੀ ਕਿਹਾ ਗਿਆ ਹੈ। ਇਹ ਵੀ ਕਈ ਵਾਰੀ ਕੁਐਸਚਨ ਪੁੱਛ ਲੈਂਦੇ, ਹੂ ਇਜ਼ ਨੋਨ ਐਜ਼ ਦ ਫਾਦਰ ਆਫ ਮਾਡਰਨ ਇੰਡੀਆ, ਫਾਦਰ ਆਫ ਮਾਡਰਨ ਇੰਡੀਆ। ਇਹ ਕੁਐਸਚਨ ਲਿਖੋ ਮੇਨਸ ਦਾ, ਰਾਈਟ ਡਾਊਨ ਅ ਕੁਐਸਚਨ ਫॉर ਮੇਨਸ। ਰਾਜਾ ਰਾਮ ਮੋਹਨ ਰਾਏ, ਪੂਰਾ ਲਿਖਣ ਦੀ ਲੋੜ ਨਹੀਂ ਹੈ, RRR ਲਿਖ ਲਿਓ। ਰਾਜਾ ਰਾਮ ਮੋਹਨ ਰਾਏ was known as the father of modern India। Raja Ram Mohan Roy, yeah, why Raja Ram Mohan Roy is known as the father of modern India? Simple question. Why Raja Ram Mohan Roy is known as the father of modern India? Question समझ आ गया? Why Raja Ram Mohan Roy is known as the father of modern India? So definitely try to attempt this question, है ना। You can attempt by two ways. First, you can start with modern India, and then you can link modern India thoughts with the thoughts of Raja Ram Mohan Roy. So you can link according to that situation. Let's go to the next reformer, guys. Young Bengal movement, Henry Vivian Derozio। Next reformer ध्यान है Young Bengal movement या Henry Vivian Derozio, ठीक है। बंगाल लेके चलना है मैं तो अगेन टाइम पीरियड जड़ा हैगा इट इज समवेयर अराउंड 1820s, एंड एक कॉलेज हैगा, ठीक है, हिंदू कॉलेज, बड़ा फेमस है हिंदू कॉलेज। ਉੱਥੇ टीचर हैगे, ही इज अ प्रोफेसर इन हिंदू कॉलेज, ठीक है। 1820-21 ਦੀ ਗੱਲ ਹੈ। ਉੱਥੇ टीचर हैगे है हेनरी विवियन डिरोजियो। नाम तो ही पता लग रहा है कि इंडियन तो है नहीं है ना। सो ही इज कमिंग फ्रॉम आउटसाइड। तो ਉੱਥੇ हिंदू कॉलेज ਦੇ ਵਿੱਚ प्रोफेसर है। ਹੁਣ टीचर्स है तो टीचर ਜਿਹੜਾ है वो एक फ्रेंच रेवोल्यूशन ਨੂੰ बहुत ज्यादा फॉलो करते हैं, है ना। सो ही इज वेरी मच इंस्पायर्ड फ्रॉम फ्रेंच रेवोल्यूशन।
क्योंकि फ्रेंच रेवोल्यूशन ताजा होके हटी है 1790s ਦੇ ਵਿੱਚ। सो हार्डली 30 years have gone by एंड फ्रेंच रेवोल्यूशन ਹੋਈ है। एंड फ्रेंच रेवोल्यूशन ਦੇ ਵਿੱਚ बड़े ही रेवोल्यूशनरी आइडियाज ਸੀਗੇ, ਜਿਵੇਂ ਲਿਬਰਟੀ, ਇਕੁਐਲਿਟੀ, ਇਦਾਂ ਦੇ ਆਈਡੀਆ ਸੀ। ਸੋ ਹੀ ਇਜ਼ ਵੈਰੀ ਮਚ ਇੰਟਰਸਟਿਡ ਇਨ ਥੀਸ ਆਈਡੀਆਜ਼ ਐਂਡ ਜਦੋਂ ਇਹ ਪੜ੍ਹਾਉਂਦੇ ਆਪਣੇ ਬੱਚਿਆਂ ਨੂੰ ਤਾਂ ਇਹ ਆਈਡੀਆਜ਼ ਇਹ ਆਪਣੇ ਬੱਚਿਆਂ ਨੂੰ ਟੀਚ ਕਰਦੇ ਆ। ਸੋ ਇਹਨਾਂ ਦੀ ਜਿਹੜੇ ਬੇਸਿਕਲੀ ਇਹਨਾਂ ਦੇ ਜਿਹੜੇ ਉਹ ਹੈ ਇਹਨਾਂ ਦੇ ਸਟੂਡੈਂਟਸ ਹੈ, तो बेसिकली स्टूडेंट्स को ये टीच करते हैं ये आइडियाज, अपने सारे जितने भी आइडियाज हैं सारे अपने स्टूडेंट्स को टीच करते हैं। तो हेनरी विविट डेरोजियो बेसिकली is a teacher in Hindu college and is trying to propagate the ideas of French Revolution to his or her students. This is something which ਜਿਹੜਾ ਹੈ ਇਹਨਾਂ ਦਾ ਬੇਸਿਕ ਕੰਮ ਹੈ। ਹੁਣ ਇਹ ਆਈਡੀਆਜ਼ ਦੇ ਵਿੱਚ ਕਿਹੜੇ ਆਈਡੀਆਜ਼ ਆਉਂਦੇ ਆ? ਇਹ ਆਈਡੀਆਜ਼ ਆਉਂਦਾ ਆਈਡੀਆ ਆਫ ਲਿਬਰਟੀ, ਇਹ ਆਈਡੀਆ ਆਉਂਦੇ ਆਈਡੀਆ ਆਫ ਇਕੁਐਲਿਟੀ, ਇਹ ਆਈਡੀਆ ਆਉਂਦੇ ਆਈਡੀਆ ਆਫ ਫਰਟਰਨਿਟੀ, ਜੋ ਆਪਣਾ ना प्रियम्बल ਦਾ ਜਿਹੜਾ ਪਾਰਟ ਹੈਗਾ, ਲਿਬਰਟੀ ਆਫ ਇੰਡੀਵਿਜੂਅਲ, ਇਕੁਐਲਿਟੀ ਆਫ ਸਟੇਟਸ ਐਂਡ ਓਪਰਚੁਨਿਟੀ ਐਂਡ ਜਸਟਿਸ ਫॉर ਹੈ ਨਾ ਪੋਲਿਟਿਕਲ, ਸੋਸ਼ਲ, ਇਕਨੋਮਿਕ, ਜੋ ਵੀ ਆਪਣੇ ਪ੍ਰੀਐਮਬਲ ਚ ਲਿਖੇ ਹੋਏ ਆ ਉਹ ਬਾਰੇ ਆਈਡੀਆਜ਼ ਇਹ ਟੀਚ ਕਰ ਰਹੇ ਆ। ਸੋ ਇਹ ਆਈਡੀਆਜ਼ ਦੇ ਵਿੱਚ ਦੇ ਟਾਕ ਅਬਾਊਟ ਉਹੀ ਗੱਲਾਂ, ਇੰਡੀਵਿਜੂਅਲ ਥਾਟ ਪ੍ਰੋਸੈਸ, ਸੋਸਾਇਟੀ ਦੇ ਨੋਰਮਸ ਨਾਲ ਨਾ ਜਾਓ, ਉਹੀ ਗੱਲਾਂ ਕਿ ਆਪਣੀ ਸਟੇਟ ਨੂੰ ਕੁਐਸਚਨ ਕਰੋ, ਆਪਣੇ ਸਮਾਜ ਨੂੰ ਸਵਾਲ ਉਠਾਓ, ਹੈ ਨਾ ਸਮਾਜ ਤੁਹਾਡੇ ਨਾਲ ਕੀ ਕਰ ਰਿਹਾ, ਉਹੀ ਸਾਰੇ ਰੈਵੋਲੂਸ਼ਨਰੀ ਆਈਡੀਆਜ਼ ਇਸ ਟ੍ਰਾਈਂਗ ਟੂ ਇੰਪਾਰਟ ਟੂ ਇਟਸ ਸਟੂਡੈਂਟਸ। ਉਹਨੇ ਜਿਹੜੇ ਸਟੂਡੈਂਟਸ ਹੈਗੇ ਡੈਫੀਨਿਟਲੀ ਜਦੋਂ ਇਹ ਜਾ ਕੇ ਆਪਣੇ ਘਰੇ ਗੱਲ ਕਰਦੇ ਆ ਕਿ ਮੇਰਾ ਇੱਕ ਟੀਚਰ ਹੈਗਾ ਹੈ ਨਾ ਉਹ ਸਾਡੇ ਨਾਲ ਆ ਗੱਲਾਂ ਕਰਦਾ ਹੈ, ਤਾਂ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਇਹਨਾਂ ਦੇ ਘਰ ਦੇ ਛਿੱਤਰ ਲੱਗਦੇ, ਠੀਕ ਹੈ, ਬਸ ਸਿੰਪਲ ਜਿਹਾ ਫੰਡਾ ਹੈ। ਜਿਵੇਂ ਹੁਣ ਮੈਂ ਤੁਹਾਨੂੰ ਕੋਈ ਆਈਡੀਆ ਦੱਸਾਂ, ਤੁਸੀਂ ਜਾ ਕੇ ਆਪਣੇ ਪੇਰੈਂਟਸ ਨਾਲ ਗੱਲਾਂ ਕਰੋ ਕਿ ਬਈ ਸਾਡਾ ਅੱਜ ਸਾਨੂੰ ਤਾਂ ਸਰ ਨੇ ਆ ਪੜਾਇਆ, ਠੀਕ ਹੈ, ਤੁਸੀਂ ਗਲਤ ਹੈਗੇ ਹੋ, ਅਸੀਂ ਸਹੀ ਹੈ, ਤਾਂ ਅਲਟੀਮੇਟਲੀ ਉਹ ਤੁਹਾਨੂੰ ਕਹਿ ਦੇਣਗੇ ਬਈ ਤੂੰ ਕੱਲ ਤੋਂ ਇਹ ਸਰ ਕੋਲ ਨਹੀਂ ਜਾਣਾ, ਹੈ ਨਾ, ਇਹ ਸਰ ਤੁਹਾਨੂੰ ਗਲਤ ਮਲਤ ਚੀਜ਼ਾਂ ਸਿਖਾਉਂਦੇ ਆ। तो अल्टीमेटली की है कि ऑब्वियसली गल नाम तो मेरा ही बदनाम होगा ना। तो ये जो लोग है हेनरी विविट डेरोजियो का बड़ा नाम बदनाम होया क्योंकि इन्होंने मासेस तक नहीं पहुंच पाए इन्होंने आइडियाज, बिकॉज इन्होंने आइडियाज है ही ने रेवोल्यूशनरी, हुन रेवोल्यूशनरी आइडियाज मासेस तक नहीं जाते, मास में तो वो एक जी गल करते है ना। सो ये चीज़ां जड़ियां हुन फॉर एग्जांपल 377 सैक्शन है, जो सेक्शन 377 जो है ਇਹਨੂੰ ਡੀਕ੍ਰਿਮੀਨਲਾਈਜ਼ ਕੀਤਾ इंडिया दी सुप्रीम कोर्ट ने, तो मैं अपने मदर को कहा मैं सेक्शन 377 ਡੀਕ੍ਰਿਮੀਨਲਾਈਜ਼ हो गया, तो शी वाज लाइक की कहंदा सेक्शन, फिर मैं दस्या उन्हां नु कि की कहंदा है, तो कहंदे ले है ना ये कोई गल हुंदी है करन वाली। सो द पॉइंट इज कि अल्टीमेटली इट इज नॉट एक्सेप्टेबल बाय द सोसाइटी ऑन इन अ जनरल लेवल, है ना। इट्स समथिंग व्हिच इज वेरी वेरी रेवोल्यूशनरी इन नेचर कि यार ये भी हो सकता है इंडिया दी सोसाइटी दे विच a male can marry a male, how can this happen। तो ये चीज़ां जड़ियां एक्सेप्ट नहीं करती सोसाइटी, तो इन्ना ही इन्हां ने गल्लां कीतियां वो सोसाइटी ने एक्सेप्ट नहीं कीती, इस करके इन्ना दा ज्यादा कोई इंपॉर्टेंट मास लेवल ते इन्ना दा कोई ज्यादा मूवमेंट नहीं हुई। ही इज आल्सो नोन एज नेशनल पोएट ऑफ इंडिया, वेरी इंटरेस्टिंग, इन्हों नेशनल पोएट भी कहा जाता है। इन फैक्ट ही इज द है ना ही इज कॉल्ड द फर्स्ट नेशनलिस्ट पोएट ऑफ मॉडर्न इंडिया। कई बार क्वेश्चन पूछते हैं इन्होंने पोएम्स लिखी हैं देश अपने देश दी ब्यूटी लई कि इंडिया कितना ब्यूटीफुल है एंड ऑल दोस काइंड ऑफ थिंग्स, तो बहुत ही ज्यादा ही इज कॉल्ड द फर्स्ट नेशनल पोएट ऑफ इंडिया एज वेल। तो ये इन्हां दे आइडियाज है, सो लेट्स रीड देम, है ना। इंटेलेक्चुअल ट्रेंड अमंग यूथ इन बंगाल, तो ऐ ला लो कि जवाहरलाल नेहरू यूनिवर्सिटी जिवें इंडिया दे विच अज प्रेजेंट टाइम्स हैगी है ना, इंटेलेक्चुअल ट्रेंड उत्थे बहुत ज्यादा हाई है, तो उस तरीके नाल इन्हां दे स्टूडेंट्स दे विच इंटेलेक्चुअल ट्रेंड बहुत सीगा। जिवें अज आपां सारी सोसाइटी मिलके जेएनयू नु गाला कढदी है ना, जामिया मिलिया नु गाला कढदी है, ऑल्दो जामिया मिलिया चो सब तो बेस्ट रिजल्ट आता यूपीएससी दा, बट वो कोई नहीं देखदा, लेकिन जामिया मिलिया दब दब के गाला जरूर पैंदियां कि तुसीं पता नहीं की पढ़ा रहे हो जवाकां नु। जेएनयू बहुत ज्यादा फेमस यूनिवर्सिटी है इन टर्म्स ऑफ रिसर्च एंड एवरीथिंग, बट उन्होंने गाला पैंदियां कि ये सारे देश दिमाग खराब कर रहे स्टूडेंट्स दा, है ना। तो वो बेचारा वो कन्हैया कुमार सारा दिन रोंदा पिटदा रहंदा है, अल्टीमेटली उस तरीके नाल इन्हां नूं बहुत गालां पैंदियां सी। हेनरी विविट डेरोजियो ने हिंदू कॉलेज च पढ़ाया सी एंड ही वाज इंस्पायर्ड फ्रॉम ग्रेट फ्रेंच रेवोल्यूशन, है ना। एंड डेरोजियंस जेडे सीगे ਉਹ women right ਨੂੰ ਵੀ ਸਪੋਰਟ ਕਰਦੇ ਸੀ ਐਂਡ ਐਜੂਕੇਸ਼ਨ ਦੀ ਗੱਲ ਕਰਦੇ ਸੀ। मतलब ਤੁਸੀਂ ਇਹ ਦੇਖੋ ਕਿ women rights, women education was revolutionary in nature। मतलब suppose I am talking about कि यार कुड़ियां ਨੂੰ ਵੀ एजुकेशन ਦਾ राइट ਹੈਗਾ एंड society start calling me names, ਇਹ ਕਿੱਦਾਂ ਦੀ ਗੱਲ ਕਰਦੀ ਹੈ, ਬੰਦਾ ਬਕਵਾਸ ਹੋ ਗਿਆ, ਬੇਵਕੂਫ ਹੋ ਗਿਆ, ਕੁੜੀਆਂ ਨੂੰ ਪੜਾਉਣ ਦੀ ਗੱਲ ਕਰਦਾ ਹੈ ਨਾ। So that's the basic problem here, that the society ਇੰਨੀ backward ਹੋ ਚੁੱਕੀ ਹੈ that they are not accepting these norms। he is called the first national poet of modern India, है ना। सब ਇਹਨੂੰ obviously problem ਇਹ ਹੈ ਕਿ no real link with masses ਨਾਲ ਵਿਚਾਰਾ real link ਹੋਇਆ ਨਹੀਂ, ਐਂਡ ਇਹਨਾਂ ਦੀਆਂ ਜਿਹੜੀ ਰੈਡੀਕਲਿਜ਼ਮ ਸੀ ਉਹ ਵੋਕੇਸ਼ਨ ਕੈਰੈਕਟਰ ਸੀਗੀ, ਬਿਕੋਜ਼ obviously ਗੱਲ ਹੈ ਕਿਤਾਬੀ ਗੱਲਾਂ, ਕਈ ਵਾਰੀ ਆਪਾਂ ਕਹਿ ਦਿੰਦੇ ਯਾਰ ਇਹ ਸਾਰੀ ਗੱਲਾਂ ਕਿਤਾਬੀ ਹੈ ਨਾ, ਇਹ ਅਸਲੀ ਚ ਨਹੀਂ ਹੁੰਦੀਆਂ। ਤਾਂ ਅਲਟੀਮੇਟਲੀ ਉਹ ਜਿਹੜੀ ਥਿਊਰੀ ਐਂਡ ਪ੍ਰੈਕਟੀਕਲ ਦੀ ਜਿਹੜੀ ਡਿਬੇਟ ਹੈ, ਉਹ ਡਿਬੇਟ ਦੇ ਵਿੱਚ ਵੀ ਇਹ ਵਿਚਾਰਾ ਫਸ ਗਿਆ ਸੀਗਾ, ਐਂਡ ਅਲਟੀਮੇਟਲੀ ਇਹਨਾਂ ਜ਼ਿਆਦਾ ਸਟਰੋਂਗ ਜਿਹੜਾ ਕੰਮ ਨਹੀਂ ਹੋਇਆ। ਸੋ ਦਿਸ ਵਾਸ ਆਲ ਅਬਾਊਟ हेनरी विविट डेरोजियो एंड यंग बंगाल मूवमेंट। यंग बंगाल मतलब बंगाल च ਜਿਹੜਾ ਯੂਥ ਸੀਗਾ ਉਹ ਇਹਦਾ मेजर ਉਹ ਜਿਹੜਾ ਹੋ ਸੀਗਾ। सो दिस इज द बेसिक आइडिया बिहाइंड दिस गाय। लेट्स गो फर्दर, आगे चलते हैं। ईश्वर चंद्र विद्यासागर,
ਹੁਣ ਈਸ਼ਵਰ ਚੰਦਰ ਵਿਦਿਆਸਾਗਰ ਦੇ ਬਾਰੇ ਆਪਾਂ ਨੇ ਕੀ ਜਾਣਨਾ ਹੈ, ਠੀਕ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਈਸ਼ਵਰ ਚੰਦਰ ਵਿਦਿਆਸਾਗਰ ਦੀ ਕੀ ਹੈ? ਵਿਡੋ ਰੀਮੈਰਿਜ ਸਭ ਤੋਂ ਇੰਪੋਰਟੈਂਟ ਚੀਜ਼ ਹੈ ਈਸ਼ਵਰ ਚੰਦਰ ਵਿਦਿਆਸਾਗਰ, ਠੀਕ ਹੈ। ਦੇਖੋ ਤੁਹਾਡੇ ਦਿਮਾਗ 'ਚ ਨਾ ਜਦੋਂ ਮੈਂ ਸੋਸ਼ਲ ਰਿਫਾਰਮਰ ਦੱਸਾਂ ਤੁਹਾਡੇ ਦਿਮਾਗ 'ਚ ਘੰਟੀ ਵੱਜਣੀ ਚਾਹੀਦੀ ਹੈ, ਹਾਂ ਰਾਜਾ ਰਾਮ ਰਾਏ ਸਤੀ, ਠੀਕ ਹੈ। ਇਸ ਤਰੀਕੇ ਨਾਲ ਈਸ਼ਵਰ ਚੰਦਰ ਵਿਦਿਆਸਾਗਰ ਵਿਡੋ ਰੀਮੈਰਿਜ, ਠੀਕ ਹੈ। तो ये बहुत ज्यादा इंपॉर्टेंट ਤੁਹਾਡੇ ਦਿਮਾਗ 'ਚ ਘੰਟੀ ਵੱਜਣੀ ਚਾਹੀਦੀ ਹੈ ਕਿ ਅਗਰ ਵਿਡੋ ਰੀਮੈਰਿਜ ਦੇ ਲਈ ਕੋਈ ਜ਼ਿੰਮੇਵਾਰ ਹੈ ਬੰਦਾ ਇਸ ਦੁਨੀਆ ਦੇ ਵਿੱਚ, ਇੰਡੀਆ ਦੇ ਵਿੱਚ ਸਪੈਸ਼ਲੀ, ਤਾਂ ਉਹਦਾ ਨਾਮ ਹੈ ਈਸ਼ਵਰ ਚੰਦਰ ਵਿਦਿਆਸਾਗਰ। तो ईश्वर चंद्र विद्यासागर ने विडो रीमैरिज ਲਈ ਬਹੁਤ ਜ਼ਿਆਦਾ ਇਨੀਸ਼ੀਏਟਿਵ ਲਿੱਤੇ। ਇਨਫੈਕਟ ਇਹਨਾਂ ਨੇ ਵਿਡੋ ਰੀਮੈਰਿਜ ਐਕਟ ਪਾਸ ਕਰਵਾਇਆ 1856 ਦੇ ਵਿੱਚ ਲਾਰਡ ਡਲਹੌਜ਼ੀ ਦੇ ਟਾਈਮ ਤੇ। ਐਂਡ ਇਸ ਐਕਟ ਦੇ ਤਹਿਤ ਇਹ ਕਿਹਾ ਗਿਆ ਕਿ ਵਿਡੋਜ਼ ਦੀ ਰੀਮੈਰਿਜ ਹੋਣੀ ਚਾਹੀਦੀ ਹੈ, ਕਾਨੂੰਨੀ ਤੌਰ ਤੇ ਸਹੀ ਹੈ, ਇਹ ਸੋਸਾਇਟੀ ਤੌਰ ਤੇ ਸਹੀ ਨਹੀਂ ਹੈ ਲੇਕਿਨ ਸਟੇਟ ਇਹਨੂੰ ਕਹਿੰਦਾ ਕਿ ਸਹੀ ਹੈ। ਯੂ ਗੈਟਿੰਗ ਦ ਪੁਆਇੰਟ ਗਾਇਸ, ਸਮਝ ਰਹੇ ਹੋ? तो विडो रीमैरिज ਲਈ ਇਹ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ। ਸੈਕਿੰਡ, ਅਗਰ ਤੁਸੀਂ ਈਸ਼ਵਰ ਚੰਦਰ ਵਿਦਿਆਸਾਗਰ ਦਾ ਨਾਮ ਸੁਣੋ ਤਾਂ ਸੈਕਿੰਡ ਜਿਹੜੀ ਘੰਟੀ ਤੁਹਾਡੇ ਦਿਮਾਗ 'ਚ ਵੱਜਣੀ ਚਾਹੀਦੀ ਹੈ, that is ਬੰਗਾਲੀ ਲੈਂਗੁਏਜ ਦੀ ਐਵੋਲੂਸ਼ਨ। ਇਹ ਬੰਦਾ ਬੰਗਾਲੀ ਲੈਂਗੁਏਜ ਦੀ ਐਵੋਲੂਸ਼ਨ ਲਈ ਜ਼ਿੰਮੇਵਾਰ ਹੈ। ਮਤਲਬ ਕਹਿਣ ਦਾ ਮਤਲਬ ਹੈ ਕਿ ਬੰਗਾਲੀ ਲੈਂਗੁਏਜ ਇਵੋਲਵ ਹੋਈ ਹੈ ਨਾ ਓਵਰ ਅ ਪੀਰੀਅਡ ਆਫ ਟਾਈਮ ਐਂਡ ਹੀ ਇਜ਼ ਵਨ ਆਫ ਦ ਕੰਟਰੀਬਿਊਟਰਸ ਇਨ ਦੈਟ। ਜਿਵੇਂ ਇਹਨਾਂ ਨੇ ਵੀ ਕਾਫੀ ਨੋਵਲ ਵਗੈਰਾ ਲਿਖੇ ਬੰਗਾਲੀ ਦੇ ਵਿੱਚ, ਇਹਨਾਂ ਦੀ ਵੀ ਕਾਫੀ ਬੁੱਕਸ ਬੰਗਾਲੀ 'ਚ ਲਿਖੀਆਂ। ਸੋ ਹੀ ਇਜ਼ ਵਨ ਆਫ ਦ ਇਹਨਾਂ ਨੇ ਬੰਗਾਲੀ ਲੈਂਗੁਏਜ ਨੂੰ ਉਹ ਕੀਤਾ। Third thing which is very important is women education. Girl education ਲਈ ਇਹਨਾਂ ਦਾ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਕੋਜ਼ women ਨੂੰ education ਜਿਹੜਾ ਹੈ ਉਹਦਾ concept ਇੰਡੀਆ 'ਚ ਨਹੀਂ exist ਕਰਦਾ ਸੀ। I don't know how sad it is but it was there. So male can get education, women can't get education क्योंकि अगर women पढ़ लिख गई ਤਾਂ फिर problem हो जाएगी ना। This is the idea जो कि mentality जो है वो अपने देश 'ਚ exist करती ਸੀ and करती है, आज भी करती है ना। ਇਹ ਬਹੁਤ ਵੱਡਾ ਪ੍ਰੋਬਲਮ ਹੈ। So he was the first guy to start girl schools, ਹੈ ਨਾ, ਕੁੜੀਆਂ ਲਈ ਸਪੈਸ਼ਲ ਸਕੂਲ ਇਹਨਾਂ ਨੇ ਸਟਾਰਟ ਕੀਤੇ ਬੰਗਾਲ ਦੇ ਵਿੱਚ with a European known as drink water Bethune। So drink water Bethune ਕਰਕੇ ਇੱਕ ਯੂਰੋਪੀਅਨ ਸੀ, ਲਿਖਿਆ ਨਹੀਂ ਪਿਆ ਉਹਦੇ ਵਿੱਚ, ਉਹਨਾਂ ਨਾਲ ਇਹ ਪਤਾ ਨਹੀਂ not sure ਲਿਖਿਆ ਹੈ, ਉਹਨਾਂ ਨਾਲ ਮਿਲ ਕੇ ਇਹਨਾਂ ਨੇ ਬੰਗਾਲ ਦੇ ਵਿੱਚ ਸਕੂਲ ਸਟਾਰਟ ਕੀਤੇ which was only focused on girls, ਸਿਰਫ ਕੁੜੀਆਂ ਲਈ ਸਕੂਲ ਨੂੰ ਸਟਾਰਟ ਕੀਤੇ। very very important। and fourth thing ਜਿਹੜੇ ਕਿ ईश्वर चंद्र विद्यासागर is very famous is knowledge of Sanskrit। संस्कृत ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ knowledge ਸੀ and that is the reason why ਇਹਨਾਂ ਨੂੰ ਵਿਦਿਆਸਾਗਰ ਕਿਹਾ ਜਾਂਦਾ ਸੀ। ਵਿਦਿਆਸਾਗਰ means ਉਹ ਬੰਦਾ ਜਿੱਦਾਂ ਮਤਲਬ ਵਿਦਿਆ ਦਾ ਸਾਗਰ ਆ ਉਹਦੇ ਵਿੱਚ, ਹੈ ਨਾ, ਇੰਨੀ knowledge ਹੈ ਉਸ ਬੰਦੇ ਨੂੰ, ਵੇਦ ਪੁਰਾਣ everything। so ਇਹਨਾਂ ਨੂੰ ਸੰਸਕ੍ਰਿਤ ਦੀ ਬਹੁਤ ਜ਼ਿਆਦਾ knowledge ਸੀ। and ਸਭ ਤੋਂ ਇੰਟਰਸਟਿੰਗ ਥਿੰਗ ਇਹਨਾਂ ਨੇ ਕਿਹਾ ਕਿ ਸੰਸਕ੍ਰਿਤ ਲੈਂਗੁਏਜ ਮਾਸਟਰਸ ਨੂੰ ਪੜ੍ਹਾਉਣੀ ਚਾਹੀਦੀ ਹੈ, which I feel is one of the most amazing thing because if you remember है ना, पहला ਜਿਹੜੇ ਬ੍ਰਾਹਮਣ ਸੀ ਉਹ ਕਹਿੰਦੇ ਸੀਗੇ ਕਿ ਸੰਸਕ੍ਰਿਤ ਲੈਂਗੁਏਜ ਸਿਰਫ ਬ੍ਰਾਹਮਣ ਪੜੂਗਾ ਕਿਉਂਕਿ ਵੇਦ 'ਚ ਲਿਖਿਆ ਹੋਇਆ ਹੈ ਕਿ ਬ੍ਰਾਹਮਣ ਕੈਨ ਓਨਲੀ ਰੀਡ ਸੰਸਕ੍ਰਿਤ। ਮਤਲਬ ਉਹਨਾਂ ਨੇ ਸਿਸਟਮ ਬੰਦ ਕਰਤਾ ਸੀਗਾ ਬਾਕੀਆਂ ਦਾ, ਹੈ ਨਾ। ਲੇਕਿਨ ਇਹਨਾਂ ਨੇ ਕਿਹਾ ਨਹੀਂ, ਸੰਸਕ੍ਰਿਤ ਹਰ ਕੋਈ ਪੜੂਗਾ, ਜੇ ਹਰ ਕੋਈ ਪੜੂਗਾ ਤਾਂ ਹਰ ਕੋਈ ਵੇਦ ਪੜੂਗਾ, ਜੇ ਹਰ ਕੋਈ ਵੇਦ ਪੜੂਗਾ ਤਾਂ ਕੁਐਸਚਨ ਕਰੂਗਾ ਕਿ ਬਈ ਵੇਦ 'ਚ ਤਾਂ ਗੱਲ ਲਿਖੀ ਨਹੀਂ ਹੋਈ, ਆ ਸਤੀ ਦਾ ਵੇਦ 'ਚ ਲਿਖਿਆ ਹੀ ਨਹੀਂ ਹੋਇਆ, ਆ ਪੋਲੀਥੀਜ਼ਮ ਦਾ ਵੇਦ 'ਚ ਲਿਖਿਆ ਹੀ ਨਹੀਂ ਹੋਇਆ, ਵੇਦ 'ਚ ਤਾਂ ਕੁਝ ਹੋਰ ਹੀ ਲਿਖਿਆ ਹੋਇਆ, ਤੁਸੀਂ ਕੁਝ ਹੋਰ ਹੀ ਕਰਾਈ ਜਾਂਦੇ ਸਾਨੂੰ। ਇੰਨੀ ਹਿਸਟਰੀ, ਇੰਨਾ ਸਾਲ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ ਕਿਉਂ? ਜਸਟ ਬਿਕੋਜ਼ ਕਿ ਤੁਸੀਂ ਸਾਨੂੰ ਸੰਸਕ੍ਰਿਤ ਨਹੀਂ ਪੜ੍ਹਨ ਦਿੱਤੀ। ਇਹ ਬੰਦਾ ਕਹਿੰਦਾ ਸਭ ਸੰਸਕ੍ਰਿਤ ਪੜ੍ਹਨਗੇ ਤਾਂ ਕਿ ਸਭ ਵੇਦ ਨੂੰ ਜਾਣ ਸਕਣ। ਐਂਡ ਇੱਕ ਵਾਰੀ ਜਦੋਂ ਵੇਦ ਜਾਣਨਗੇ ਤਾਂ ਸਵਾਲ ਪੁੱਛਣਗੇ ਕਿ ਇਹ ਚੀਜ਼ ਜਿਹੜੀ ਹੈ ਗਲਤ ਹੋ ਰਹੀ ਹੈ ਕਿਉਂਕਿ ਵੇਦ 'ਚ ਤਾਂ ਇਹ ਗੱਲਾਂ ਲਿਖੀਆਂ ਹੀ ਨਹੀਂ ਹੋਈਆਂ। ਆਰ ਯੂ ਗੈਟਿੰਗ ਦ ਪੁਆਇੰਟ ਗਾਇਜ਼? ਸੋ ਚਾਰ ਮੇਜਰ ਥਿੰਗਸ ਆਫ ਈਸ਼ਵਰ ਚੰਦਰ ਵਿਦਿਆਸਾਗਰ। ਦ ਮੋਸਟ ਇੰਪੋਰਟੈਂਟ ਵਿਡੋ ਰੀਮੈਰਿਜ, ਹੀ ਹਿਮਸੈਲਫ ਆਰਗੇਨਾਈਜ਼ਡ ਦ ਫਰਸਟ ਵਿਡੋ ਰੀਮੈਰਿਜ ਆਫ ਇੰਡੀਆ 1856-57 ਦੇ ਵਿੱਚ। ਆਫਟਰ ਦ ਪੈਸੇਜ ਆਫ ਦੀ ਐਕਟ ਇਹਨਾਂ ਨੇ ਖੁਦ ਵਿਡੋ ਰੀਮੈਰਿਜ ਆਰਗੇਨਾਈਜ਼ ਕਰਾਈ ਸੀ and almost like ਮੈਨੂੰ ਲੱਗਦਾ 20 ਬਾਈ ਵੀਡੀਓਜ਼ ਨਹੀਂ ਵਿਡੋਜ਼ 20-22 ਵਿਡੋਜ਼ ਦੀ ਇਕੱਠੇ ਮੈਰਿਜ ਵੀ ਕਰਵਾਈ ਸੀ ਇਹਨਾਂ ਨੇ, which is very very interesting about him। तो 20 ਬਾਈ ਵਿਡੋਜ਼ ਦੀ ਮੈਰਿਜ ਕਰਵਾਉਣਾ ਐਂਡ ਹੈ ਨਾ, ਗਰਲ ਐਜੂਕੇਸ਼ਨ ਦੀ ਗੱਲ ਕਰਨਾ ਐਂਡ ਸਕੂਲਸ ਬਣਾਉਣੇ ਕੁੜੀਆਂ ਲਈ ਸਪੈਸ਼ਲੀ, ਐਂਡ ਫਿਰ ਉਸ ਤੋਂ ਬਾਅਦ ਸੰਸਕ੍ਰਿਤ ਨੂੰ ਪ੍ਰਮੋਟ ਕਰਨਾ ਮਾਸਟਰਸ ਦੇ ਵਿੱਚ ਐਂਡ ਬੰਗਾਲੀ ਲੈਂਗੁਏਜ ਦੀ ਐਵੋਲੂਸ਼ਨ ਕਰਨਾ ਇਹਨਾਂ ਦੀ ਲੈਗੇਸੀ। so this is the idea of Ishwar Chandra Vidyasagar। I hope is it clear? ठीक है, so let's start the discussion about him। ईश्वर चंद्र विद्यासागर ਲਈ ਇੰਨੇ ਪੁਆਇੰਟ ਬਹੁਤ ਹੈਗੇ ਹੈ। तो this is the guy, ठीक है, sorry, ठीक है। so priestly monopoly of Sanskrit knowledge ਨੂੰ break ਕਰਨਾ। so this is something ਜੋ ਮੈਂ ਤੁਹਾਨੂੰ ਦੱਸਿਆ ਕਿ ਹੈ ਨਾ, ਜਿਹੜੇ ਬ੍ਰਾਹਮਣ ਸੀਗੇ ਉਹਨਾਂ ਨੇ monopoly create ਕੀਤੀ ਹੋਈ ਸੀ ਸੰਸਕ੍ਰਿਤ ਲੈਂਗੁਏਜ ਦੇ ਉੱਪਰ, ਤਾਂ ਉਹ ਇਹਨਾਂ ਨੇ break ਕੀਤੀ। he wanted ਕਿ ਸੰਸਕ੍ਰਿਤ ਲੈਂਗੁਏਜ ਦੇ ਉੱਪਰ monopoly ਨਹੀਂ ਹੋਣੀ ਚਾਹੀਦੀ ਐਂਡ ਉਹਨਾਂ ਨੇ ਸੰਸਕ੍ਰਿਤ ਕਾਲਜ ਨੂੰ ਸਟਾਰਟ ਕੀਤਾ ਇਨਫੈਕਟ ਤਾਂ ਕਿ ਸੰਸਕ੍ਰਿਤ ਲਰਨਿੰਗ ਜਿਹੜੀ ਹੈ ਉਹਦੀ ਉਹ ਸਾਰਿਆਂ ਨੂੰ ਮਿਲੇ। ਵੈਰੀ 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 ਇੰਪੋਰਟੈਂਟ।
इन्होंने विडो रीमैरिज स्टार्ट कराई which resulted in legislation of widow remarriage, मतलब कानून आया विडो रीमैरिज के ऊपर। इन्होंने चाइल्ड मैरिज ते पॉलीगैमी के ऊपर भी है ना बहुत ज्यादा सवाल चढ़े। ਤੁਸੀਂ पॉलीगैमी वर्ड बार-बार देख रहे हो, देखो राजा राममोहन राय ने पॉलीगैमी ਕੀਤੀ, ਵਿਡੋ ਰੀਮੈਰਿਜ ਨੇ ਵੀ ਈਸ਼ਵਰ ਚੰਦਰ ਵਿਦਿਆਸਾਗਰ ਨੇ ਵੀ ਪੋਲੀਗੈਮੀ ਦੇ ਖਿਲਾਫ ਗੱਲ ਕੀਤੀ। ਤੁਸੀਂ ਮੈਨੂੰ ਇਹ ਦੱਸੋ ਹਿੰਦੂਜ਼ ਦੇ ਵਿੱਚ ਜਾਂ ਸਿੱਖਸ ਦੇ ਵਿੱਚ ਪੋਲੀਗੈਮੀ ਹੁੰਦੀ ਹੈ? ਹਾਂਜੀ ਅਸੀਸ, ਕਿਸੇ ਨੇ ਸਵਾਲ ਨਹੀਂ ਪੁੱਛਿਆ ਹੈ। So polygamy. Polygamy, you Six know which what? yes sir. But yeah, polygamy see ਜਿਵੇਂ we read about Maharaja Ranjit Singh. Yes sir. The polygamy see. So ਪਹਿਲਾਂ ਹੁੰਦੀ ਸੀ ਹਿੰਦੂਜ਼ ਚ ਪੋਲੀਗੈਮੀ? Hindus with sir, I can't say for sure. I think so. I don't remember. So you think is right, ठीक है। ਹਿੰਦੂਜ਼ ਚ ਪੋਲੀਗੈਮੀ ਬਹੁਤ ਹੁੰਦੀ ਸੀਗੀ, ਸਪੈਸ਼ਲੀ ਬੰਗਾਲ ਏਰੀਆ ਦੇ ਵਿੱਚ ਸਮਥਿੰਗ ਕਾਲਡ ਪੁਲਿਨ ਪੋਲੀਗੈਮੀ, ਠੀਕ ਹੈ। ਅਗਰ ਤੁਸੀਂ ਰਾਜਪੂਤ ਰੂਲਰ ਦੇਖੋ ਯਾਰ, ਰਾਜਪੂਤ ਰੂਲਰ ਦੇ ਇੰਨੀਆਂ ਵਾਈਫਸ ਹੁੰਦੀਆਂ ਸੀਗੀਆਂ। So definitely there was polygamy and in Hindus as well. And ਸਿੱਖਾਂ ਚ ਵੀ polygamy ਸੀ, ਜਿਵੇਂ ਐਗਜ਼ਾਮਪਲ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਦਾ। He was a raja but definitely local ਜਿਹੜੇ ਆਮ ਜਨਤਾ ਸੀ ਉਹ ਵੀ polygamy ਕਰਦੀ ਸੀ। So ਇਹ ਪੈਟਰੀਆਰਕੀ ਦਾ ਹੀ ਪੂਰਾ ਸਿਸਟਮ ਹੈ to have more wives, ਹੈ ਨਾ। ਇਹ ਇਨਫੈਕਟ ਤੁਸੀਂ ਮੈਂ ਨਾ ਕਈ ਵਾਰੀ ਬੜਾ ਮੈਨੂੰ ਕਾਮੇਡੀ ਲੱਗਦੀ ਹੈ ਨਾ। ਦੇਖੋ ਇੱਕ ਚੀਜ਼ ਹੁੰਦੀ ਹੈ ਹੈ ਨਾ ਈਵਲ ਇੱਕ ਤਾਂ ਹੁੰਦਾ ਇੰਨਾ ਈਵਲ ਹੋ ਜਾਏ ਕਿ ਉਸ ਤੇ ਗੁੱਸਾ ਆਵੇ, ਐਂਡ ਉਹ ਇੰਨਾ ਈਵਲ ਹੋ ਜਾਏ ਕਿ ਉਸ ਤੇ ਮਤਲਬ ਹਾਸਾ ਆਵੇ, ਹੈ ਨਾ। ਮਤਲਬ ਸਮਝ ਰਹੇ ਹੋ, ਗੁੱਸਾ ਤਾਂ ਇੱਕ ਚੀਜ਼ ਹੋ ਗਈ, ਕਾਮੇਡੀ ਉਸ ਤੋਂ ਉੱਪਰਲੀ ਲੈਵਲ ਹੈ ਕਿ ਬਈ ਇਹ ਵੀ ਹੋ ਸਕਦਾ ਹੈ, ਇਜ਼ ਦੈਟ ਪੋਸੀਬਲ, ਹੈ ਨਾ। ਦੈਟਸ ਦੀ ਆਈਡੀਆ। तो इमेजिन करके देखो गल की होती थी जिवें ऐ हुंदा सी तेरे कोल कितनियां घर वालियां, मेरे कोल 5 है, तेरे कोल 10 है, ओ ये 10 है ना। सो दैट इज द आइडिया हियर। आई मीन यू आर मेकिंग श्योर कि यू आर है ना इन अ कंपटीशन विद समबडी कि भाई मेरे कोल तो 12 है, मेरे कोल तो 15 है। the problem with this entire thought process is कि you are commodifying women, है ना। You are basically treating a woman to be a commodity and nothing else than that. She does not have feeling, she's like this bottle, है ना, कि भाई मेरे को आज इतनी कारा है, मेरे को 10 कारा है, तेरे को कितनी कारा है, मेरे को 20 कारा है ना। You are just commodifying women, you are objectifying her, you are not treating her special, and that's the problem of polygamy. That's the crux of the problem. Other than that, there are other problems as well. That's the crux of the problem, that you are trying to send a message in the society that women can't be treated like a human being and she has to be treated like a commodity. Now, so the problem persisted in Hindu religion, the problem persisted in Muslim religion, the problem persisted in Sikh religion, it was in every religion. With the thanks to Mr. Dr. Ambedkar, okay? Thanks to Dr. Ambedkar, again I am telling you, in 1956, he was responsible for Hindu Marriage Act, very very important act, Hindu Marriage Act he was responsible again. And in that act, he decided that there will be no polygamy in Hindus, Muslims, Hindus, Sikhs, and Parsis and Jains and other Buddhists, जिन्हों Hindus नाल अपन link कर देते हैं. So he was responsible for this particular act. And 1956 onwards, polygamy in Hindus जड़ी सी वो खत्म हो गई. But in Muslim religion, the polygamy continued. Even till today, you have polygamy in Muslim religion. So it's not very different कि भाई हिंदुओं में polygamy नहीं होती, नहीं हिंदुओं में होती थी, लेकिन it's just because of Dr. Ambedkar कि polygamy जड़ी है हिंदू से। तो उनको पता है recently there is a very interesting amendment, daughters and daughters वाली पढ़ी है सबने? Yes, हाँ जी। सो ਉਹਦੇ ਵਿੱਚ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਹੈ ਨਾ ਉਹ ਪ੍ਰਾਪਰਟੀ ਦੇ ਜਿਹੜੇ ਰਾਈਟਸ ਹੈਗੇ ਉਹ ਮਿਲੇ ਫॉर ਆਲ ਦ women in India, ठीक है। तो जिन्नियां भी मेरे क्लास ਦੇ ਵਿੱਚ daughters ਹੈਗੀਆਂ हैं, ठीक है, they should know this thing, ठीक है। I hope everyone knows. Yes sir. है ना। so जिन्नियां भी daughters हैगीਆਂ they should know this thing कि you have right to land, right to ancestral land, ठीक है, and you can claim that, right। so that's something that you should know, right। so बहुत important है because देखो important क्यों है मैं तो भी दास देना है, because after marriage what exactly happens is you don't know what comes out for you, है ना। you go the right way, you go the wrong way, you don't know. Fortunately everyone should go the right way, but sometimes people go the wrong way. ਉਹਦੇ ਵਿੱਚ ਕੀ ਹੁੰਦਾ ਹੈ, you leave your entire career and just for the sake of the family, and after 5-10 years down the line the family leaves you for some reason or the other, then ਤੁਹਾਡੇ ਕੋਲ ਕੁਝ ਨਹੀਂ ਬਚਦਾ, your career is lost because you gave importance to the family and now the family is not taking you, so you have nothing to, and your ancestral properties have gone to your brother or somebody, so ਤੁਹਾਡੇ ਕੋਲ ਕੁਝ ਨਹੀਂ ਬਚਦਾ। so that's the idea। तो women empowerment ਦਾ ਬਹੁਤ important reason है कि ਤੁਹਾਡੇ ਕੋਲ property rights ਹੋਣੇ ਬਹੁਤ ਜ਼ਰੂਰੀ ਹੈ ना, and that is
ਇਹ ਹਿੰਦੂ ਸਕਸੈਸ਼ਨ ਐਕਟ ਚੇਂਜਸ ਆਈ ਸੀ 2006 ਦੇ ਵਿੱਚ and they have said ਕਿ now it's applicable retrospectively as well. So point is very simple, slowly things are happening, but it's happening on a very slow pace and society changes बहुत मुश्किल ਨਾਲ आते हैं. Still we are giving certain kind of things and etc. तो इस टाइम ਤੇ ਜਿਹੜੀਆਂ ਡਿਸਕਸ਼ਨ ਹੋ ਰਹੀਆਂ ਪੋਲੀਗੈਮੀ ਦੀ ਡਿਸਕਸ਼ਨ ਹੋ ਰਹੀ ਹੈ ਕਿ ਪੋਲੀਗੈਮੀ ਵੀ ਹਿੰਦੂ ਚ ਹੋ ਰਿਹਾ ਹੈ, ਪੋਲੀਗੈਮੀ ਵੀ ਸਿੱਖ ਚ ਹੋ ਰਿਹਾ ਹੈ and ਮੁਸਲਮਾਨਾਂ ਚ ਪੋਲੀਗੈਮੀ ਤਾਂ ਅੱਜ ਵੀ ਹੋ ਰਿਹਾ ਹੈ. So this is something which you have to understand. ठीक है, so kindly women है ना. हाँ जी मुस्लिम्स से क्यों नहीं मतलब ये इन्होंने पॉलिटिकल एनवायरनमेंट वोट देखो वोट बैंक पॉलिटिक्स है ना, वोट बैंक पॉलिटिक्स है. देखो पता की ਹੋਇਆ ਸੀਗਾ ਉਸ ਟਾਈਮ ਤੇ ਕੁਮਰ ਬਹੁਤ ਅੱਛਾ ਤੁਸੀਂ ਕੁਐਸਚਨ ਪੁੱਛਿਆ ਹੈ. ਡਾਕਟਰ ਅੰਬੇਦਕਰ ਨੂੰ ਇਹ ਕੁਐਸਚਨ ਪੁੱਛਿਆ ਸੀਗਾ ਕਿ ਤੁਸੀਂ ਮੁਸਲਮਾਨਾਂ ਦੀ ਪੋਲੀਗੈਮੀ ਕਿਉਂ ਨਹੀਂ ਬੰਦ ਕਰਾ ਰਹੇ, ਤੁਸੀਂ ਹਿੰਦੂਆਂ ਦੀ ਪੋਲੀਗੈਮੀ ਕਿਉਂ ਬੰਦ ਕਰਾ ਰਹੇ ਹੋ, ਸਿੱਖਾਂ ਦੀ ਕਰਾ ਰਹੇ ਹੋ, ਤੁਸੀਂ ਅਗਰ ਪੋਲੀਗੈਮੀ ਬੰਦ ਕਰਾ ਦਈਏ ਤੁਸੀਂ ਸਾਰਿਆਂ ਦੀ ਕਰਾਓ, ਮੁਸਲਮਾਨਾਂ ਦੀ ਕਰਾਓ. ਡਾਕਟਰ ਅੰਬੇਦਕਰ ਨੇ ਇਹ ਕਿਹਾ ਸੀਗਾ ਕਿ ਉਹਨਾਂ ਨੇ ਪਾਰਟੀਸ਼ਨ ਹੋ ਕੇ ਹਟਿਆ ਹੈ ਐਂਡ ਹੁਣੇ ਜਿਹੜਾ ਹੈ ਉਹ ਮੁਸਲਿਮ ਜਿਹੜੇ ਆ ਉਹ ਪਾਕਿਸਤਾਨ ਚਲੇ ਗਏ, ਜਿਹੜੇ ਮੁਸਲਿਮ ਇੰਡੀਆ 'ਚ ਰਹਿ ਗਏ ਆ ਉਹਨਾਂ ਲਈ ਹਲੇ ਇੱਕ এনवायरमेंट ਕ੍ਰੀਏਟ ਕਰਨਾ ਜ਼ਰੂਰੀ ਹੈ, ਟਰਸਟ ਦਾ ਹੈ ਨਾ. ਟਰਸਟ ਦਾ এনवायरमेंट ਕ੍ਰੀਏਟ ਕਰਨਾ ਕੀ ਜ਼ਰੂਰੀ ਹੈ ਕਿ ਅਸੀਂ ਤੁਹਾਡੇ ਕਲਚਰ ਨੂੰ ਖਰਾਬ ਤੋੜਨ ਨਹੀਂ ਆ ਰਹੇ, ਲੇਕਿਨ ਵਿਦ ਟਾਈਮ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਪੋਲੀਗੈਮੀ ਤੁਹਾਡੇ ਕਲਚਰ 'ਚ ਵੀ ਖਰਾਬ ਹੈ ਐਂਡ ਤੁਸੀਂ ਆਪ ਹੀ ਇਨੀਸ਼ੀਏਟਿਵ ਲਓ ਕਿ ਪੋਲੀਗੈਮੀ ਇਨ ਫਿਊਚਰ ਤੁਸੀਂ ਖਤਮ ਕਰ ਦਿਓ. ਅਸੀਂ ਤੁਹਾਨੂੰ ਐਜ਼ ਅ ਸਟੇਟ ਕਿਉਂਕਿ ਤੁਸੀਂ ਬਹੁਤ ਹੀ ਮਾਈਨੋਰਿਟੀ ਹੋ ਐਂਡ ਪੂਰੀ ਇਹ ਨਹੀਂ ਤੁਹਾਨੂੰ ਫੀਲ ਹੋਣਾ ਚਾਹੀਦਾ ਕਿ ਹੁਣ ਜਿਹੜੇ ਮੁਸਲਮਾਨ ਇੰਡੀਆ 'ਚ ਰਹਿ ਗਏ ਉਹਨਾਂ ਨੂੰ ਅਸੀਂ ਤਬਾਹ ਕਰ ਦਾਂਗੇ ਹੈ ਨਾ, ਕਿਉਂਕਿ ਤੁਸੀਂ ਸਾਡੇ ਤੋਂ ਪਾਕਿਸਤਾਨ ਲੈ ਲਿਆ. ਸੋ ਇਟ ਵਾਸ ਟੂ ਗਿਵ ਅ ਟਰਸਟ. ਲੇਕਿਨ ਮੁਸਲਿਮ ਧਰਮ ਦੇ ਜਿਹੜੇ ਲੋਕ ਹੈਗੇ ਜਿਹੜੇ ਮਤਲਬ ਮੈਂ ਸਾਰੇ ਨਹੀਂ ਕਹਿ ਰਿਹਾ ਪਰ ਜਿਹੜੇ ਉਲਮਾ ਹੈ ਜਿਹੜੀ ਇਹ ਪੂਰੀ ਜਿਹੜੀ ਹੈ ਨਾ ਉਹ ਲੀਡ ਕਰਦੀ ਹੈ ਪੂਰੇ ਦੇ ਪੂਰੇ ਮੁਸਲਿਮ ਲਾਜ਼ ਨੂੰ, ਇਹ ਇੰਨੇ ਕਰਪਟ ਹੈ ਇਹ ਬੰਦੇ, ਠੀਕ ਹੈ. ਦੇ ਡੋਨਟ ਵਾਂਟ ਟੂ ਚੇਂਜ ਦਿਸ ਥਿੰਗ ਐਂਡ ਦੇ ਆਰ ਨਾਟ ਬ੍ਰਿੰਗਿੰਗ ਦ ਚੇਂਜ. ਸੋ ਅਲਟੀਮੇਟਲੀ ਇਹਨਾਂ ਨੇ ਕਦੇ ਫਾਰਵਰਡ ਨਹੀਂ ਕੀਤਾ ਕਿਉਂਕਿ ਇਹ ਕਹਿੰਦੇ ਸਾਡਾ ਕਸਟਮ ਹੈ, ਬਟ ਇਹ ਕਸਟਮ ਨਹੀਂ ਹੈ. ਇਹ they are trying to make sure कि उनकी male domination रहे disguising as a culture. ठीक है, समझ रहे हो कि भाई ये खत्म नहीं होना चाहिए, नहीं तो हमारी बेगम जो है वो हमसे दूर हो जाएगी है ना. ये जड़ा पूरा प्रॉब्लम है, प्रॉब्लम पैट्रियार्की है नॉट कल्चर. आर यू गेटिंग द पॉइंट ओवर? हां जी सर, है ना. तो हुने जो नहीं काम करनगे 50 साल 60 साल हो गए यार, तो ऑब्वियस जी गल है स्टेट शुड इंटरफेयर. हुन स्टेट भी ये जी अपनी है ना जेडी के पूरी एग्रेसिव है व्हेन इट कम्स टू दिस थिंग. तो अल्टीमेटली उन्होंने बदलाव करना शुरू कर दिया है फाइनली, राइट. हाँ, तो पॉइंट है कि मुस्लिम रिलीजन ਦੇ ਵਿੱਚ ਵੀ ਇਹ ਚੀਜ਼ ਹੋਏਗੀ. ਸੋ ਨੈਕਸਟ ਆਪਾਂ ਦੇਖਦੇ ਹਾਂ ਹੈ ਨਾ, ਲੈਟਸ ਗੋ ਫਰਦਰ. तो ਇਹਨਾਂ ਨੇ ਪੋਲੀਗੈਮੀ ਦਾ ਵੀ ਸਵਾਲ ਉਠਾਇਆ ਕਿ ਪੋਲੀਗੈਮੀ ਵੀ ਨਹੀਂ ਹੋਣੀ ਚਾਹੀਦੀ ਐਂਡ ਬੜੀ ਫੇਮਸ ਪੋਲੀਗੈਮੀ ਹੁੰਦੀ ਸੀਗੀ, ਇਟ ਇਜ਼ ਕਾਲਡ ਕੁਲਿਨ ਪੋਲੀਗੈਮੀ. ਧਿਆਨ ਨਾਲ ਸੁਣਨਾ, ਕੁਲਿਨ ਪੋਲੀਗੈਮੀ ਵੈਰੀ ਵੈਰੀ ਇੰਪੋਰਟੈਂਟ. ਕੁਲਿਨ ਪੋਲੀਗੈਮੀ, ਕੁਲਿਨ ਮੈਰਿजेस ਇਹ ਬੜੀਆਂ ਹੁੰਦੀਆਂ ਸੀ ਬੰਗਾਲ ਦੇ ਵਿੱਚ ਹੈ ਨਾ. ਐਂਡ ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਪਹਿਲਾਂ ਬਈ ਬੰਦੇ ਨੇ ਵਿਆਹ ਕਰਾਇਆ, ਮੈਂ ਤੁਹਾਨੂੰ ਦੱਸਦਾ ਐਗਜ਼ੈਕਟਲੀ ਕੀ ਹੁੰਦਾ ਸੀਗਾ ਕਿ ਬੰਦਾ ਜਦੋਂ 18 ਸਾਲ ਦਾ ਹੋਇਆ ਉਹਨੇ ਆਪਦੀ ਏਜ ਦੀ ਲੇਡੀ ਨਾਲ ਵਿਆਹ ਕਰਾਇਆ, ਜਦੋਂ 25 ਸਾਲ ਦਾ ਹੋ ਗਿਆ ਉਹਨੇ ਉਹੀ ਏਜ ਦੀ ਲੇਡੀ ਨਾਲ ਵਿਆਹ ਕਰਾਇਆ ਦੁਬਾਰਾ ਹੈ ਨਾ. ਮਤਲਬ ਵੈਨ ਹੀ ਮੈਰਿਡ ਲੇਡੀ ਆਫ 18 ਇਅਰਸ ਆਪ ਸੀਗਾ 18 ਸਾਲ ਹੀ ਉਹਦੀ ਵਾਈਫ ਸੀ. ਫਿਰ ਉਹ 25 ਸਾਲ ਦਾ ਹੋ ਗਿਆ, ਉਦੋਂ ਬਾਅਦ ਦੂਜਾ ਵਿਆਹ ਕਰਾਇਆ, ਵਾਈਫ ਹੋਈ 18 ਸਾਲ ਦੀ, ਆਪ 25 ਸਾਲ ਦਾ ਹੋ ਗਿਆ. ਫਿਰ ਜਦੋਂ 35 ਸਾਲ ਦਾ ਹੋ ਗਿਆ ਉਦੋਂ ਵੀ ਤੀਜਾ ਵਿਆਹ ਕਰਾਇਆ, ਆਪ 35 ਸਾਲ ਦਾ, ਵਾਈਫ ਹੋਈ 18 ਸਾਲ ਦੀ. ਆਈ ਮੀਨ ਜਦੋਂ ਉਹਨੇ 7ਵਾਂ 8ਵਾਂ ਵਿਆਹ ਕਰਾਇਆ 60 ਸਾਲ ਦਾ ਹੋ ਜਾਂਦਾ ਸੀਗਾ, ਠੀਕ ਹੈ, ਤੇ ਵਾਈਫ ਹੋਈ 18 ਸਾਲ ਦੀ. ਆਈ ਮੀਨ ਵਾਈਫ ਦੀ ਏਜ ਨਹੀਂ ਚੇਂਜ ਹੋ ਰਹੀ ਲੇਕਿਨ ਆਪ ਦੀ ਏਜ ਉਹਦੀ ਵਧੀ ਜਾ ਰਹੀ ਹੈ. ਤੁਸੀਂ ਜਿਵੇਂ ਕੁਆਂਟੀਟੇਟਿਵ ਐਪਟੀਟਿਊਡ ਦਾ ਕੁਐਸਚਨ ਹੁੰਦਾ ਨਾ, ਇਹ ਬੰਦੇ ਨੇ ਵਿਆਹ ਕਰਾਇਆ ਦੱਸੋ ਬਈ ਹੈ ਨਾ 7th ਮੈਰਿਜ ਦੇ ਟਾਈਮ ਤੇ ਵਾਈਫ ਤੇ ਹੈ ਨਾ ਹਸਬੈਂਡ ਦੇ ਵਿੱਚ ਏਜ ਗੈਪ ਕੀ ਹੋਊਗਾ. ਸੋ ਇਹ ਬੜਾ ਫੇਮਸ ਕੁਆਂਟੀਟੇਟਿਵ ਐਪਟੀਟਿਊਡ ਦਾ ਕੁਐਸਚਨ ਹੈ. ਸੋ ਦਿਸ ਐਗਜ਼ੈਕਟਲੀ ਵਾਸ ਹੈਪਨਿੰਗ and this is very very bad situation out there. बहुत ही ज्यादा माड़ी ਜਿਹੜੀ ਹੈ ਜਿਹਨੂੰ ਕਹਿੰਦੇ ਸਿਚੁਏਸ਼ਨ ਹੈ ਨਾ for this thing. तो ਇਹ ਪੂਰਾ ਸਿਸਟਮ ਹੈ ਨਾ ਇਹ ਕਰਪਟ ਹੁੰਦਾ ਗਿਆ, ਇਹ ਬਕਵਾਸ ਹੁੰਦਾ ਗਿਆ and eventually the questions were raised against it and polygamy finally ਜਿਹੜੀ ਹੈ ਉਹ ਹੈ ਨਾ ਹਿੰਦੂਸ ਚ ਡਾਕਟਰ ਅੰਬੇਦਕਰ ਨੇ ਬੰਦ ਕਰਾਈ 1955 I think and finally ਇਹ ਚੀਜ਼ ਹੋਈ. ਉਹ ਅੱਗੇ ਦੇਖੋ 35 ਜਿਹੜੇ ਸਕੂਲਸ ਹੈਗੇ ਇਹਨਾਂ ਨੇ ਆਰਗੇਨਾਈਜ਼ ਕਰਾਏ, ਮੈਂ 29 ਦੱਸੇ ਸੀ 35 and ਇਹਦੇ ਨਾਲ ਲਿਖ ਲਓ ਡਰਿੰਕ ਵਾਟਰ ਬੈਥੂਨੇ. ਰਾਈਟਿੰਗ ਦਿਸ ਡਾਊਨ, ਮਾਰਕ ਕਰ ਲਓ ਡਰਿੰਕ. ਤੁਸੀਂ ਕਹੋਗੇ ਸਰ ਆ ਕੀ ਨਾਮ ਹੈ, ਬੜੇ ਨਾਮ ਹੈਗਾ ਹੁਣ ਹੈਗਾ, ਠੀਕ ਹੈ. ਸੋ ਡਰਿੰਕ ਵਾਟਰ ਬੈਥੂਨੇ, ਡਰਿੰਕ ਵਾਟਰ ਬੈਥੂਨੇ ਨਾਲ ਮਿਲ ਕੇ ਇਹਨਾਂ ਨੇ 35 ਸਕੂਲਸ ਵੀ ਆਰਗੇਨਾਈਜ਼ ਕਰਾਏ. ਐਂਡ ਦੇਖੋ ਫਸਟ ਲਾਫੁਲ ਹਿੰਦੂ ਵਿਡੋ ਰੀਮੈਰਿਜ ਵਾਸ ਸੈਲੀਬ੍ਰੇਟਡ ਇਨ ਕੈਲਕਟਾ ਇਨ 1856. 1856 ਦੇ ਵਿੱਚ ਇਹਨਾਂ ਨੇ ਪਹਿਲੀ ਹਿੰਦੂ ਜੋ ਹੈ ਵਿਡੋ ਰੀਮੈਰਿਜ ਜਿਹੜੀ ਹੈ ਉਹ ਸੈਲੀਬ੍ਰੇਟ ਕੀਤੀ ਕੈਲਕਟਾ ਦੇ ਵਿੱਚ. तो ये इन्ना दा पूरा हो गया. So this is very very important. The fifth social reformer ਜਿਹੜੇ ਮੈਂ ਸ਼ੁਰੂ ਕਰਾ ਰਿਹਾ.
Let us go to the 6th one. ਹੁਣ ਆ ਜਾਓ ਦਇਆਨੰਦ ਸਰਸਵਤੀ ਤੇ, ਇਹਨਾਂ ਦੀ ਮੈਂ ਪੂਰੀ ਡਿਸਕਸ਼ਨ ਕਰੂੰਗਾ ਪਹਿਲਾਂ, ਫਿਰ ਆਪਾਂ ਇਹਨਾਂ ਦਾ ਡਿਸਕਸ ਕਰਾਂਗੇ। ਦਇਆਨੰਦ ਸਰਸਵਤੀ DAV ਸੁਣਿਆ ਤੁਸੀਂ ਸਭ ਨੇ, ਹੈ ਨਾ, ਦੇਖਿਆ ਵੀ ਹੈ DAV ਕਾਲਜ ਆਪਣੇ ਬਠਿੰਡੇ ਦਾ, DAV ਸਕੂਲ ਵੀ ਸੁਣਿਆ, ਕਾਫੀ ਬੱਚੇ ਤਾਂ ਪੜ੍ਹੇ ਵੀ ਹੋਣਗੇ DAV ਤੋਂ। तो दयानंद एंग्लो वैदिक है ना, DAV का फुल फॉर्म है दयानंद एंग्लो वैदिक। तो दयानंद तो ऑब्वियसली गल है, it starts with the founder of this entire movement, Dayanand Saraswati, and Anglo Vedic, so Vedic means Vedic knowledge and Anglo means British knowledge, है ना, knowledge of Western education। तो DAV schools are basically another basic philosophy है कि education जेड़ा है it should be a mix of both Western education and also Vedic education। So this is the basic idea behind the origination of DAV schools or DAV colleges। Although in the modern times we are bound by the education policy जो कि 1986 ਦੇ ਵਿੱਚ ਆਈ ਸੀ, है ना, we are bound by that education policy 1986 ਦੀ, which was amended in 2000, which was amended in 93, and then recently it has been amended in 2020। as you all know कि education policy changes आए हैं, so we are bound by that education policy, so we don't give much freedom to institutions in terms of what kind of curriculum they can define, but definitely back in the times they focused on combination of both Vedic education as well as combination of English education। समझ रहे हो ना, Western education, for example अगर उन्होंने mathematics पढ़ना है उस टाइम पे तो Vedic maths पढ़ाते सीगे along with the Western maths। तो एक पहला जड़ा system उदा हुंदा सीगा, but after education policy there is no scope of much freedom to these institutions। anyhow DAV ਦੇ ਜਿਹੜੇ founder ਹੈ ਦਇਆਨੰਦ, है ना, ਉਹਨਾਂ ਦਾ full form ਹੈ, ਉਹਨਾਂ ਦਾ ਜਿਹੜਾ ਪੂਰਾ ਨਾਮ ਹੈ ਦਇਆਨੰਦ ਸਰਸਵਤੀ। ਦਇਆਨੰਦ ਸਰਸਵਤੀ ਨੇ 1875 ਦੇ ਵਿੱਚ ਆਰਿਆ ਸਮਾਜ ਜਿਹੜਾ ਸੀ ਉਹ ਬਣਾਇਆ ਸੀ। ਸੋ ਆਰਿਆ ਸਮਾਜ ਉਹਨਾਂ ਨੇ ਬਣਾਇਆ। ਹੁਣ ਆਰਿਆ ਸਮਾਜ ਜਿਹੜਾ ਹੈ ਉਹਦੀ ਬੇਸਿਕ ਫਿਲਾਸਫੀ ਹੈ ਕਿ वेदास आर इनफॉलिबल। ठीक है, सो ये बड़ी इंपॉर्टेंट है, लिख लो चाहे, वेदास आर इनफॉलिबल। इनफॉलिबल का की मतलब है वो हाँ जी सर। हाँ भाई किथे है, तू वीडियो ऑन कर। हाँ, इनफॉलिबल वेदास का की मतलब है सर मतलब भी नॉट इनफ। नहीं यार, गलत जवाब। नहीं पता सर, ऑपोजिट बोल दिया है, नॉट इनफ, वेदास आर नॉट इनफ उल्टा ही बोलता है भरावा। वेदास आर नॉट इनफ, error free, yes, Manpreet Singh, error free, good, error free is right। infallible, हरनूर, infallible ਦਾ ਮਤਲਬ ਹੈ ਕਿ वेदास ਦੇ ਵਿੱਚ ਕੁਝ ਵੀ ਚੀਜ਼ ਗਲਤ ਨਹੀਂ ਹੈਗੀ। ठीक है, वेद are complete, they have all the knowledge। ਤੁਸੀਂ ਅੱਜ ਪੁੱਛੋ ਬਈ ਕੋਰੋਨਾ ਦੀ ਵੈਕਸੀਨ ਕਦੋਂ ਆਊਗੀ, वेद will tell you ਕਿ ਕਦੋਂ ਆਊਗੀ ਕੋਰੋਨਾ ਦੀ ਵੈਕਸੀਨ। every question ਦਾ ਆਨਸਰ वेद ਦੇ ਵਿੱਚ ਹੈਗਾ, ਹੈ ਨਾ, ਹਰ ਸਵਾਲ ਦਾ ਜਵਾਬ वेद ਦੇ ਵਿੱਚ ਲਿਖਿਆ ਹੋਇਆ ਹੈ। ऑब्वियसली गल है, ਤੁਹਾਨੂੰ ਇਹ ਨਹੀਂ ਦੱਸਿਆ ਹੋਊਗਾ ਕਿ ਡੇਟ ਨੂੰ ਕੋਰੋਨਾ ਦੀ ਵੈਕਸੀਨ ਆ ਜਾਊਗੀ, ਬਟ ਇਹ ਦਿੱਤਾ ਹੋਊਗਾ ਕਿ ਧੀਰਜ ਰੱਖੋ ਆ ਜਾਏਗੀ, ਹੈ ਨਾ, ਟਾਈਮਸ ਉਦਾਂ ਦੀਆਂ ਸਟੇਟਮੈਂਟਸ ਹੋਣਗੀਆਂ ਕਿ ਹੈ ਨਾ ਲਾਈਫ ਇਜ਼ ਆਲ ਅਬਾਊਟ ਐਕਸਪੈਕਟਿੰਗ ਥਿੰਗਸ ਐਂਡ ਸਰਪ੍ਰਾਈਜ਼ਸ। तो ਇਦਾਂ ਦੀਆਂ ਗੱਲਾਂ ਲਿਖੀਆਂ ਹੋਣਗੀਆਂ, ਬੰਦਾ ਖੁਸ਼ ਹੋ ਜਾਊਗਾ, ਚਲ ਆ ਜਾਊਗੀ ਕੋਈ ਗੱਲ ਨਹੀਂ, ਹੈ ਨਾ, ਜਦ ਤੱਕ ਜੀਵਤ ਹੈਗਾ ਉਦ ਤੱਕ ਜੀਵਤ ਹੈ, ਉਸ ਤੋਂ ਬਾਅਦ ਵੈਕਸੀਨ ਆ ਜਾਏਗੀ। ਸੋ वेद इज इनफॉलिबल, which means वेद ਦੇ ਵਿੱਚ ਹਰ ਸਵਾਲ ਦਾ ਜਵਾਬ ਹੈ, ਹਰ ਪ੍ਰੋਬਲਮ ਦਾ ਸੋਲੂਸ਼ਨ ਹੈ, हर जो भी अपने आसपास जो हो रहा है, एंड हर जनरेशन का, इट्स नॉट जस्ट अबाउट आवर जनरेशन, इट्स अबाउट द कमिंग जनरेशंस। तो एक शक्तिमान सीरियल आंदा हुंदा सीगा ना, शक्तिमान तुसीं देखिया होगा, मैं तो बहुत देखदा सी शक्तिमान, साडे टाइम दा फेवरेट शो सीगा वो, सुपर हीरो। तो शक्तिमान दी जेहड़ी स्टार्टिंग हुंदी सी वो बड़ी फेमस हुंदी सी, है ना, मतलब ओदी जी टोन हुंदी सी कि मैं भाई ऊपर भी है, मैं नीचे भी है, मैं इधर भी है, मैं उधर भी है, मैं ब्राह्मण च भी है, मैं पता नहीं की बोलदा सी। तुसीं सुन लियो भाई शक्तिमान दा जेहड़ा स्टार्टिंग हैगा। So that is the basic idea of infallibility of Vedas। ठीक है उमर, अरे how do you imagine this statement, infallibility of Vedas? Do you think it is right? नहीं सर, बिल्कुल भी। What it could lead to? सर ब्लाइंड फेथ है ना, चाहे वो मतलब साइंटिफिकली, मतलब ਜਿਹੜਾ ਜੋ ਵੀ ਉਹਨਾਂ ਨੇ ਦੱਸਿਆ ਉਹ ਸਾਇੰਟੀਫਿਕਲੀ ਬੈਕਡ ਹੈਗਾ ਜਾਂ ਨਹੀਂ ਹੈਗਾ, ਪਰ ਮਤਲਬ ਇੱਕ ਜਿਵੇਂ ਆਪਾਂ ਕਹਿ ਦਿੰਦੇ ਆ ਵਹਿਮੋ ਭਰਮ ਬਹੁਤ ਜ਼ਿਆਦਾ ਹੈ ਨਾ, ਇਸ ਤਰੀਕੇ ਦੇ ਮਤਲਬ ਸੋਸਾਇਟੀ ਚ ਬਿਲੀਵਸ ਆ ਜਾਣੇ, ਆ ਚੀਜ਼ਾਂ ਹੋਣੀਆਂ।
So basically Ved ਤੁਸੀਂ ਕਹਿ ਰਹੇ ਹੋ ਕਿ if we say anything is infallible it will lead to fundamentalism. Do you say that? ਹਾਂਜੀ ਸਰ So believing in something है ना is मतलब having a faith in something will lead to fundamentalism, will lead to blind faith. That's the idea. ਹਾਂਜੀ sir. Okay, so probably in the future things will happen, things will pan out to be that, but that's the idea that Dayanand Saraswati actually gave. Then Dayanand Saraswati said that go back to Vedas. He also said this, go back to Vedas, which means that ਅੱਜ ਦੀ ਜਿਹੜੀ ਸਮਾਜ ਹੈ ਜਿਹੜਾ ਉਸ ਟਾਈਮ ਤੇ ਸੀਗਾ ਉਹ ਬਹੁਤ ਹੀ ਜ਼ਿਆਦਾ ਪ੍ਰੋਬਲਮਸ ਹੈ, ਕਾਸਟ ਸਿਸਟਮ, ਵਿਮਨ ਦੇ ਇਸ਼ੂਜ਼ ਹੈ, ਬਹੁਤ ਜ਼ਿਆਦਾ ਚੀਜ਼ਾਂ ਹੈ। ਐਂਡ ਉਹਨਾਂ ਨੇ ਕਿਹਾ ਕਿ ਵੇਦ ਦੇ ਵਿੱਚ ਕਿਤੇ ਵੀ ਇਹ ਚੀਜ਼ਾਂ ਨਹੀਂ ਲਿਖੀਆਂ ਜੋ ਵੀ ਅੱਜ ਸਮਾਜ 'ਚ ਹੋ ਰਿਹਾ, ਸਤੀ ਸਮਾਜ 'ਚ ਹੋ ਰਹੀ ਹੈ, ਵੇਦ 'ਚ ਨਹੀਂ ਲਿਖਿਆ, ਪੋਲੀਗੈਮੀ ਸਮਾਜ 'ਚ ਹੋ ਰਹੀ ਹੈ, ਵੇਦ 'ਚ ਨਹੀਂ ਲਿਖਿਆ, ਵਿਮਨ ਇਹਨਾਂ ਨੂੰ ਰਾਈਟਸ ਨਹੀਂ ਮਿਲ ਰਹੇ, ਵੇਦ 'ਚ ਨਹੀਂ ਲਿਖਿਆ, ਇਹ ਚੀਜ਼ ਕਿਤੇ ਨਹੀਂ ਲਿਖਿਆ। ਸੋ ਅਗਰ ਤੁਸੀਂ ਵੇਦ ਨੂੰ ਦੁਬਾਰਾ ਨਵੇਂ ਸਿਰੇ ਤੋਂ ਪੜੋ in the new light, in the light of reason, ਅਗਰ ਤੁਸੀਂ ਦੁਬਾਰਾ ਪੜੋ then you will realize that ਵੇਦ ਦੇ ਵਿੱਚ ਇਹ ਗੱਲਾਂ ਲਿਖਿਆ ਹੀ ਨਹੀਂ ਹੋਈਆਂ। and go back to Vedas ਦਾ ਮਤਲਬ ਇਹ ਨਹੀਂ ਹੈ ਕਿ ਜਾਓ ਵਾਪਸ ਆ ਰਿਹਾ ਹੈ ਨਾ, ਮਤਲਬ ਵੈਦਿਕ ਏਜ 'ਚ ਚਲੇ ਜਾਓ ਹੈ ਨਾ, ਘਰ ਤੋੜ ਦੋ ਆਪਨੇ ਹੈ ਨਾ, ਝੋਪੜੀਆਂ ਬਣਾ ਲਓ, ਏਦਾਂ ਨਹੀਂ, ਕੋਈ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਰਹੋ ਜੋ ਵੀ ਹੈ, ਅੱਗੇ ਵੀ ਵਧੋ, ਲੇਕਿਨ definitely answers ਤੁਹਾਨੂੰ ਵੇਦ 'ਚ ਮਿਲਣਗੇ। so this is the basic idea behind this theory. so he talked about infallibility of Vedas and using Ved he was advocating social reforms. basic idea भी है कि he was basically talking about social reforms but on the basis of Veds. so that is the entire जो idea है वो आर्य समाज का है। so आर्य समाज ਜਿਹੜੇ है वो होंगे and very amazing people will connect with आर्य समाज and I'll tell you one guy called Lala Lajpat Rai. ठीक है, लाला लाजपत राय जो होंगे वो आर्य समाजी होंगे और आर्य समाज के मेंबर बनणगे है ना आने वाले टाइम दे विच। so it's they will enroll very important figures from India's history and they will become this thing. तो देखो एक प्रॉब्लम जरूर आएगी है ना कुंवर, जिवें तुसी किया कि आने वाले टाइम च जेडे वेद आर्य समाजी होंगे they will somewhat become kind of fundamentalism है ना, because अगर तुसी कोई भी ऐसी स्टेटमेंट देने हो infallibility and all those things तो किते ना किते तुसी fundamentalism ਵੱਲ ਜਾ ਰਹੇ ਹੋ and eventually when you become fundamentalist you start to question other religions. ਜਿਹੜਾ ਵੇਦ ਜਿਹੜੇ ਆर्य समाजी ਹੋਣਗੇ ਆਉਣ ਵਾਲੇ ਟਾਈਮ 'ਚ ਇਹਨਾਂ 'ਚ ਕਮਿਊਨਲ ਟੈਂਡੈਂਸੀਜ਼ ਜੋ ਹੈ ਉਹ ਆ ਜਾਣਗੀਆਂ ਹੈ ਨਾ, ਕਿਤੇ ਨਾ ਕਿਤੇ ਕਮਿਊਨਲ ਟੈਂਡੈਂਸੀਜ਼ ਜੋ ਆ ਜਾਣਗੀਆਂ ਐਂਡ ਕਹਿਣਾ ਕਿ ਭਈ ਮੇਰਾ ਹੀ ਧਰਮ ਸਹੀ ਹੈ ਤੁਹਾਡਾ ਗਲਤ ਹੈ ਐਂਡ ਆਲ ਉਹ ਜਿਹੜਾ ਥਾਟ ਪ੍ਰੋਸੈਸ ਉਹ ਹੌਲੀ ਹੌਲੀ ਇਵੋਲਵ ਹੋਣਾ ਸ਼ੁਰੂ ਹੋ ਜਾਊਗਾ ਐਂਡ ਕਮਿਊਨਲ ਟੈਂਡੈਂਸੀਜ਼ ਜਦੋਂ ਆ ਜਾਣਗੀਆਂ तो definitely है ना they will question other people बहुत ज्यादा होगा and in fact they will also go for conversion movements. ਜਦੋਂ ਤੁਹਾਡੇ 'ਚ ਕਮਿਊਨਲ ਟੈਂਡੈਂਸੀਜ਼ ਆ ਜਾਂਦੇ ਤੁਸੀਂ ਦੂਜਿਆਂ ਨੂੰ ਕਨਵਰਟ ਕਰਨਾ ਸ਼ੁਰੂ ਕਰ ਦਿੰਦੇ ਹੋ ਜਾਂ ਤੁਸੀਂ ਰੀਕਨਵਰਟ ਕਰਨਾ ਸ਼ੁਰੂ ਕਰ ਦਿੰਦੇ ਹੋ ਉਹ ਲੋਕ ਜਿਹੜੇ ਕਨਵਰਟ ਕਿਸੇ ਹੋਰ ਧਰਮ 'ਚ ਹੋ ਚੁੱਕੇ ਜੋ ਤੁਹਾਡੇ ਹੁੰਦੇ ਸੀ ਕਿਸੇ ਟਾਈਮ ਤੇ ਹੈ ਨਾ। ਜਸਟ ਲਾਈਕ ਦੇਖੋ 13th ਸੈਂਚੁਰੀ ਜੋ ਸੂਫੀ ਆਏ ਉਹਨਾਂ ਨੇ ਕਾਫੀ ਲੋਅਰ ਕਾਸਟ ਹਿੰਦੂਜ਼ ਨੂੰ ਮੁਸਲਮਾਨ ਧਰਮ 'ਚ ਕਨਵਰਟ ਕਰਾਇਆ ਸੀਗਾ। तो अगर ਤੁਸੀਂ है ना या बाय हुक और बाय क्रुक है ना औरंगजेब ने भी बहुत ज्यादा हिंदूज ਨੂੰ ਕਨਵਰਟ ਕਰਾਇਆ है ना ਤਲਵਾਰ ਦੀ ਨੋਕ ਤੇ। ਅਲਟੀਮੇਟਲੀ ਇਹ ਸਾਰੇ ਲੋਕ ਜਿਹੜੇ ਹਿੰਦੂ ਸੀ ਉਹ ਕਨਵਰਟ ਕਰ ਗਏ। ਇਹਨੇ ਕਿਹਾ ਇਹਨਾਂ ਨੇ ਕਿਹਾ ਆर्य ਸਮਾਜੀ ਨੇ ਕਿਹਾ ਅਸੀਂ ਸ਼ੁੱਧੀ ਮੂਵਮੈਂਟ ਕਰਾਂਗੇ। ਸ਼ੁੱਧੀ ਦਾ ਮਤਲਬ ਹੈ ਕਿ ਬੇਸਿਕਲੀ ਅਸੀਂ ਸ਼ੁੱਧ ਕਰਾਂਗੇ ਇਹਨਾਂ ਲੋਕਾਂ ਨੂੰ ਜੋ ਅਸ਼ੁੱਧ ਹੋ ਚੁੱਕੇ ਆ ਬਾਈ ਗੋਇੰਗ ਟੂ ਅਦਰ ਰਿਲੀਜਨਸ ਐਂਡ ਦੇ ਸਟਾਰਟਡ ਦਿਸ ਸ਼ੁੱਧੀ ਮੂਵਮੈਂਟ ਰੀਕਨਵਰਟ ones who converted themselves to other religion in the 13th and the 12th century. जो आजकल ਤੁਸੀਂ ਦੇਖਿਆ ਹੋਊਗਾ ਹੈ ਨਾ ਮਤਲਬ ਥੋੜੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਘਰ ਵਾਪਸੀ ਮੂਵਮੈਂਟ ਹੋਈ ਸੀ ਬਹੁਤ ਫੇਮਸ 2014-15 ਦੇ ਵਿੱਚ ਜਿਹਦੇ ਵਿੱਚ ਹੈ ਨਾ ਹਿੰਦੂ ਰੈਡੀਕਲ ਆਰਗੇਨਾਈਜੇਸ਼ਨ ਜਿਹੜੀਆਂ ਸੀ ਉਹ ਮੁਸਲਮਾਨਾਂ ਦੀ ਤੇ ਕ੍ਰਿਸਚੀਅਨਸ ਦੀ ਘਰ ਵਾਪਸੀ ਕਰਾ ਰਹੇ ਸੀ। ਘਰ ਵਾਪਸੀ ਦਾ ਮਤਲਬ ਹੈ they were trying to reconvert themselves back to Hindu religion. तो ਇਦਾਂ ਦੀਆਂ ਮੂਵਮੈਂਟਸ ਚਲਾਣਗੇ ਇਹ ਲੋਕ। ਤੇ ਜਦੋਂ ਫੰਡਾਮੈਂਟਲਿਜ਼ਮ ਦੀਆਂ ਗੱਲਾਂ ਚੱਲਣਗੀਆਂ, ਜਦੋਂ ਕਮਿਊਨਲਿਜ਼ਮ ਦੀਆਂ ਗੱਲਾਂ ਚੱਲਣਗੀਆਂ, ਜਦੋਂ ਮੇਰਾ ਤੇਰਾ ਹੋਣ ਲੱਗ ਜਾਊਗਾ ਕਿ ਮੇਰਾ ਜ਼ਿਆਦਾ ਵਧੀਆ ਤੇਰਾ ਘਟੀਆ ਹੈ ਨਾ ਇਦਾਂ ਦੀਆਂ ਗੱਲਾਂ ਹੋਣ ਲੱਗ ਜਾਣਗੀਆਂ ਤਾਂ ਕਿਤੇ ਨਾ ਕਿਤੇ ਜਿਹੜੇ ਸੈਕੂਲਰ ਜਿਹੜੀ ਸੋਸਾਇਟੀ ਹੈ ਜਿਹੜੇ ਸੈਕੂਲਰ ਸਮਾਜ ਦੇ ਲੋਕ ਹੈ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰਨਗੇ ਆर्य ਸਮਾਜ ਨੂੰ। ਐਂਡ ਤੁਸੀਂ ਬਿਲੀਵ ਨਹੀਂ ਕਰੋਗੇ ਇੱਕ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਫੈਕਟ ਦੱਸਣ ਲੱਗਿਆ ਹੈ ਨਾ ਉਹ ਸੌਰੀ am I audible guys? yeah okay so एक बहुत इंपॉर्टेंट फैक्ट है कि बेसिकली की होएगा कि है ना वीडियो नहीं होगी ना ओके या तो एक बेसिकली होगा भगत सिंह का नाम ਤੁਸੀਂ ਸੁਣਿਆ ਹੋਊਗਾ ਡੈਫੀਨੇਟਲੀ। ਸਰਦਾਰ ਭਗਤ ਸਿੰਘ ਸੰਧੂ ਜਿਹੜੇ ਸੀ ਉਹਨਾਂ ਨੇ ਲਾਲਾ ਲਾਜਪਤ ਰਾਏ ਲਈ ਡੈਫੀਨੇਟਲੀ ਜਾ ਕੇ ਉਹ ਜਿਹੜਾ ਉਹ ਸੀਗਾ ਸੌਂਡਰ ਸੀਗਾ ਉਹਨੂੰ ਮਾਰਿਆ ਸੀਗਾ
ਤੁਹਾਨੂੰ ਪਤਾ ਹੋਊਗਾ ਕਹਾਣੀ ਸਭ ਨੂੰ ਫੇਮਸ ਹੈਗੀ ਹੈ, ਭਗਤ ਸਿੰਘ ਮੂਵੀ ਦੇਖੀ ਹੈ। तो ਸੌਂਡਰ ਜਿਹੜਾ ਸੀਗਾ ਉਹਨੇ ਲਾਠੀ ਚਾਰਜ ਦਾ ਉਹ ਦਿੱਤਾ ਸੀਗਾ ਹੈ ਨਾ, ਉਹਦੇ ਚ ਲਾਲਾ ਲਾਜਪਤ ਰਾਏ ਦੇ 60 ਵੱਜੀ ਸੀ ਐਂਡ ਫਾਈਨਲ ਉਹਨਾਂ ਦੀ ਡੈਥ ਹੋ ਗਈ ਸੀ ਲਾਲਾ ਲਾਜਪਤ ਰਾਏ ਦੀ, ਐਂਡ ਜਿਹਦਾ ਬਦਲਾ ਨੌਜਵਾਨ ਭਾਰਤ ਸਭਾ ਹੈ ਨਾ ਇਹਨਾਂ ਨੇ ਲੈਣਾ ਸੀਗਾ। ਉਹਦੇ ਹੈਡ ਸੀਗੇ ਭਗਤ ਸਿੰਘ ਸੰਧੂ, ਇਹ ਸਰਦਾਰ ਭਗਤ ਸਿੰਘ ਸੰਧੂ ਇਹਨੇ ਸਾਰਿਆਂ ਨੇ ਸੌਂਡਰ ਨੂੰ ਮਾਰਿਆ ਇਸੇ ਕਰਕੇ ਕਿਉਂਕਿ ਉਹਨਾਂ ਨੇ ਲਾਲਾ ਲਾਜਪਤ ਰਾਏ ਨੂੰ ਮਾਰਿਆ। ਇਹ ਸਟੋਰੀ ਸਭ ਨੇ ਸੁਣੀ ਹੈ, ਜੇ ਨਹੀਂ ਸੁਣੀ ਤਾਂ ਦੁਬਾਰਾ ਮੈਂ ਸੁਣਾਤੀ ਹੈ। ਇਹ ਚੀਜ਼ ਜਿਹੜੀ ਹੈ ਹੋਈ ਸੀਗੀ, ਸੁਣਿਆ ਹੋਊਗਾ ਤੁਸੀਂ, एवरीवन दीक्षा हैव यू हर्ड दिस? नो सर। अरे इतनी फेमस कहानी है, लाला लाजपत राय पे लाठी चार्ज होती है लाहौर में और उनके है ना मतलब उस लाठी चार्ज में उनके इंजरी इतनी ग्रीवियस हो जाती है कि उनकी डेथ हो जाती है ना, अर्ली इन द मॉर्निंग डेथ हो जाती है। नहीं सर ये पोर्शन तो पता है, आगे का नहीं पता। हाँ तो अब किसने मारा होता है, स्कॉट ने मारा होता है और सॉन्डर्स ने ऑर्डर दिए होते हैं। फिर सरदार है ना रंग दे बसंती में भी दिखाया है, ये मूवी बड़ी फेमस है रंग दे बसंती। तो उसके बाद जो है ये सरदार भगत सिंह और ये सारे लोग डिसाइड करते हैं कि हम जाके ना सॉन्डर्स को मारेंगे बिकॉज उसने लाला लाजपत राय को मारा है ना, हमारे यूथ आइकन को मारा है। ये फिर सॉन्डर्स को मारते हैं। जैसे ही सॉन्डर्स को मारते हैं तो महात्मा गांधी एंड एवरीवन स्टार्ट राइटिंग डाउन के उग्रवादी है सारे भगत सिंह एंड एवरीवन, एंड दे स्टार्ट ब्लेमिंग के लोग ਜਿਹੜੇ एनार्की फैला रहे हैं, एक क्रांति ਦੇ ਨਾਮ ਤੇ एनार्की क्रिएट कर रहे हैं है ना, एंड इदा नहीं आजादी मिलूगी। सो दे स्टार्ट ब्लेमिंग भगत सिंह एंड ਦੇ ਦੋਸਤ ਕੇ ਇਹ ਜਿਹੜੇ ਹੈ ਇਹ ਗਲਤ ਕੰਮ ਕਰ ਰਹੇ ਹੈ, ਜਿਹਦਾ ਜਵਾਬ ਭਗਤ ਸਿੰਘ ਦਿੰਦੇ ਆ ਕਿ ਹਨਾ ਅਸੀਂ ਬੰਬ ਸਿੱਟਾਂਗੇ ਉੱਥੇ ਐਂਡ ਬੰਬ ਸਿੱਟ ਕੇ ਅਸੀਂ ਫਿਰ ਜਵਾਬ ਦੇਵਾਂਗੇ। ਸੋ ਇਹ ਪੂਰੀ ਵੱਡੀ ਸਟੋਰੀ ਹੈ, ਇਹ ਸ਼ਾਇਦ ਤੁਸੀਂ ਸੁਣੀ ਹੈ, ਪਤਾ ਨਹੀਂ ਸੁਣੀ है ना, तो ये बहुत फेमस कहानी है। सुनिए दीक्षा? सर याद आ रही है थोड़ी थोड़ी याद, चलो अच्छी बात है, ठीक है। सो दिस इज समथिंग व्हिच इज वेरी इंपॉर्टेंट। ਹੁਣ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਸਰਦਾਰ ਭਗਤ ਸਿੰਘ ਨੇ ਜਿਹੜੇ ਲਾਲਾ ਲਾਜਪਤ ਰਾਏ ਹੈ ਉਹਨਾਂ ਲਈ ਸੌਂਡਰਸ ਨੂੰ ਮਾਰਿਆ, ਡੈਫੀਨਿਟਲੀ ਹੈ ਨਾ, ਹੀ ਪਲਾਨਡ ਦਿਸ ਐਂਟਾਇਰ ਥਿੰਗ। ਲੇਕਿਨ ਪਰਸਨਲ ਲੈਵਲ ਤੇ ਸਰਦਾਰ ਭਗਤ ਸਿੰਘ ਵਾਸ ਨਾਟ ਲਾਈਕਿੰਗ ਲਾਲਾ ਲਾਜਪਤ ਰਾਏ, ਪਰਸਨਲ ਲੈਵਲ ਤੇ ਅਗੇਨ ਮੈਂ ਦੱਸ ਰਿਹਾ। ਇਹਦਾ ਰੀਜ਼ਨ ਇਹੀ ਸੀਗਾ ਕਿਉਂਕਿ ਤੁਸੀਂ ਅਗਰ ਭਗਤ ਸਿੰਘ ਦੀ ਹਿਸਟਰੀ ਦੇਖੋ ਤਾਂ ਭਗਤ ਸਿੰਘ बहुत ही ज्यादा एथिस्ट ਸੀਗੇ ਉਹ, ਹੈ ਨਾ, ਉਹ ਸੈਕੂਲਰ ਵੀ ਨਹੀਂ ਸੀ, ਉਹ एथिस्ट ਸੀਗੇ। देयर इज अ डिफरेंट थिंग, एक उनका रिलीजन, ठीक है, ये भी लिख लो चाहे, बड़ा इंटरेस्टिंग है। लेट मी जस्ट शेयर दिस। साइमन कमीशन दे आगे प्रोटेस्ट कर रहे थे लाला लाजपत, बिल्कुल सही जवाब, ठीक है। सो एक चीज लिखो, सारे बच्चे लिखो, वैसे तो बड़ा इंटरेस्टिंग है। एक बंदा देखो, मैं ना स्पेक्ट्रम ऑफ रिलीजियस आइडियाज लिख रहे हैं, स्पेक्ट्रम ऑफ रिलीजियस आइडियाज। तो सब तो पहला ਜਿਹੜਾ स्पेक्ट्रम ਦੇ ਉੱਪਰ ਆਏਗਾ, ਜਿਹੜਾ ਬਿਲਕੁਲ मतलब ਉਹ ਹੈ ਨਾ, ਉਹ ਹੋਏਗਾ ਤੁਹਾਡਾ ਕਮਿਊਨਲ, ठीक है। कम्युनल ਜਿਹੜਾ ਬਿਲੀਵ ਕਰੇਗਾ ਕਿ ਮੇਰਾ ਧਰਮ ਸਭ ਤੋਂ ਉੱਪਰ ਹੈ ਤੇ ਤੇਰਾ ਧਰਮ ਨੀਚੇ ਹੈ ਤੇ ਮੈਂ ਦਬਾਉਂਗਾ ਤੇਰਾ ਧਰਮ, that is a communal idea। ਕਮਿਊਨਲ ਤੋਂ ਬਾਅਦ ਜਿਹੜੇ ਨੈਕਸਟ ਆਣਗੇ ਉਹ ਆਣਗੇ ਰਿਲੀਜੀਅਸ। ਰਿਲੀਜੀਅਸ ਕਹਿਣਗੇ ਮੈਨੂੰ ਫਰਕ ਨਹੀਂ ਪੈਂਦਾ ਕਿਸੇ ਦਾ ਕੀ ਧਰਮ ਕਹਿੰਦਾ ਹੈ, ਮੇਰਾ ਧਰਮ ਬਹੁਤ ਅੱਛਾ। ਥॉट ਪ੍ਰੋਸੈਸ ਦੇਖ ਰਹੇ ਹੋ, ਕਮਿਊਨਲ ਇਜ਼ ਸੇਇੰਗ ਮਾਈ ਰਿਲੀਜਨ ਇਜ਼ ਗੁੱਡ, ਯੋਰ ਰਿਲੀਜਨ ਇਜ਼ ਬੈਡ, ਠੀਕ ਹੈ। ਜਿਹੜਾ ਰਿਲੀਜੀਅਸ ਬੰਦਾ ਉਹ ਕਹੇਗਾ I don't know about your religion so I don't want to speak about it, I know my religion is good। you getting the point idea? So religion religious बंदा आ जाएगा। आफ्टर रिलीजियस यू हैव सेक्युलर। सेक्युलर बंदा कहेगा सारे धर्म वधिया, एवरी रिलीजन इज गुड, मेरा भी वधिया तेरा भी वधिया। सो ही इज हैविंग अ पॉजिटिव आइडिया दैट एवरी रिलीजन इज गुड। फिर आ जाएगा ਤੁਹਾਡਾ सेक्युलर तो बाद देयर विल बी समथिंग कॉल्ड, है ना, आफ्टर सेक्युलरिज्म यू विल हैव एथीस्ट, यू विल एग्नोस्टिक्स। एग्नोस्टिक्स बिलीव करते हैं कि आई एम कंफ्यूज्ड, आई डोंट नो, है ना, आई एम नॉट श्योर अबाउट इट, आई एम ऑलवेज इन डायलेमा, आई डोंट नो। शायद सारे धर्म सही है, शायद धर्म आप ही सही नहीं है, शायद कांसेप्ट ही है। सो ही इज वेरी कंफ्यूज्ड अबाउट इट। ही इन फैक्ट डज नॉट, ही इज सो कंफ्यूज्ड, he does not want to go into this debate कि whether God exists or not, because once he goes into this debate of God exists or not, he is confused, है ना। so agnostic आ गया। after agnostic ਜਿਹੜੇ ਹੈ, ਜਿਹੜੇ next आ ਜਾਂਦੇ they are atheist। ਜਿਹੜੇ convinced है कि God ਹੁੰਦਾ ही नहीं है, ठीक है। तो देखो बड़ा इंटरेस्टिंग है, एथिस्ट ਜਿਹੜੇ ਲੋਕ ਹੈ they believe कि God ਹੁੰਦਾ ही नहीं है, they are convinced about it, and ਜਿਹੜੇ agnostics है they are confused about it। ਜਿਹੜੇ secular है they believe God ਹੁੰਦਾ है, they believe and they say everyone's God is good। religious लोग believe करते हैं God ਹੁੰਦਾ है, मेरा God सब तो ਵਧੀਆ है, I don't know about others। and communal लोग believe करते हैं मेरा God सब तो ਵਧੀਆ है, तेरा God सब तो गंदा है, and लड़ी आजा लड़ी आ, है ना। so you getting the point? is spectrum देखिए ਤੁਸੀਂ ਧਰਮ ਦਾ, और ਇਸ spectrum ਦੇ ਵਿੱਚ ਲੋग डिफरेंट यू नो ਉਹਦੇ ਬਕਟਸ ਚ ਜਾ ਸਕਦੇ। ਕੋਈ ਐਗਨੋਸਟਿਕ ਹੁੰਦਾ ਹੈ, ਕੋਈ एथीस्ट ਹੁੰਦਾ ਹੈ, ਕੋਈ ਸੈਕੂਲਰ ਹੁੰਦਾ ਹੈ, ਕੋਈ ਰਿਲੀਜੀਅਸ ਹੁੰਦਾ ਹੈ, ਕੋਈ ਕਮਿਊਨਲ ਹੁੰਦਾ है ना। फॉर एग्जांपल अगर मैं अपना एग्जांपल लवाऊं, है ना, मैं 18-19 इयर्स तक रिलीजियस ਸੀਗਾ,
है ना एग्जांपल एज वाइज भी ਹੁੰਦਾ ਹੈ I was quite religious, used to go to ਗੁਰਦੁਆਰਾ, everything used to happen। ਫਿਰ ਉਸ ਤੋਂ ਬਾਅਦ ਹੈ ਨਾ ਰਿਲੀਜੀਅਸ ਤੋਂ ਬਾਅਦ ਮੈਂ ਜਦੋਂ ਉੱਥੇ ਆ ਗਿਆ ਕਾਲਜ ਚ ਆ ਗਿਆ ਤਾਂ ਸੈਕੂਲਰ ਹੋ ਗਿਆ, ਠੀਕ ਹੈ। ਜਦੋਂ ਮੈਨੂੰ ਬਾਕੀ ਲੋਕ ਮਿਲੇ ਹੈ ਨਾ ਸਿੱਖ ਤੋਂ ਇਲਾਵਾ ਬਾਕੀ ਰਿਲੀਜਨ ਦੇ ਲੋਕ ਮਿਲੇ, ਸੈਕੂਲਰ ਹੋ ਗਏ। फिर उसके बाद यूपीएससी की तैयारी करनी शुरू करती, तो वह बुद्धिज्म पढ़ लिया, जैनिज्म पढ़ लिया, तो मैं एग्नोस्टिक्स हो गया, मैं क्वेश्चन आने लग गया। एंड फिर मैं बिल्कुल कन्विंस हो गया कि मैं तो एथिस्ट है यार, ये तो सब है ना चीज है ही है। फिर किसी ना किसी टाइम पे फिर मैं लगता है जो पेपर नहीं क्लियर होता फिर मैं रिलीजियस हो जाना है कि नहीं यार है ना गॉड होता है ना, पेपर नहीं क्लियर हो रहे तो गॉड नाल नहीं हैगा। सो ये जेड़ा सोसाइटी है, ये सिस्टम है, इट इज आल्सो एज स्पेसिफिक, इट्स आल्सो योर ओरिएंटेशन स्पेसिफिक। तो ये लगा के चल रहे हो, समझ रहे हो गवर? हाँ जी सर। और ਤੁਸੀਂ ਕਿੱਥੇ ਲਾਈ ਕਰਦੇ ਹੋ? सर मेरी भी स्थिति डामाडोल ही है। तो फिर ਤੁਸੀਂ ਐਗਨੋਸਟਿਕ ਹੋ ਗਏ? नहीं सर, कदे एथीस्ट ਤੇ ਕਦੇ ਸੈਕੂਲਰ ਕਦੇ ਰਿਲੀਜੀਅਸ। ਤੁਸੀਂ ਐਵਰੇਜ ਲੈ ਲੈਣੇ ਨਾ ਆਪਾਂ, ਕਦੇ ਸੈਕੂਲਰ ਕਦੇ ਹਾਂਜੀ ਐਵਰੇਜ ਐਗਨੋਸਟਿਕਸ ਹੋ ਗਏ। ਹਾਂਜੀ ਐਗਨੋਸਟਿਕ। ਯੂ ਆਰ ਕਨਫਿਊਜ਼ਡ ਹੈ ਨਾ। ਇਨਫੈਕਟ ਬਹੁਤ ਲੋਕ ਕਨਫਿਊਜ਼ ਰਹਿੰਦੇ ਆ, ਠੀਕ ਹੈ। ਮੋਸਟ ਆਫ ਦ ਪੀਪਲ ਆਰ ਕਨਫਿਊਜ਼ਡ ਕਿ ਭਈ ਰਿਲੀਜਨ ਹੈ ਕਿ ਨਹੀਂ ਹੈ। ਜਦੋਂ ਉਹਨਾਂ ਨਾਲ ਕੋਈ ਚੰਗਾ ਕੰਮ ਹੁੰਦਾ ਤਾਂ ਕਹਿੰਦੇ ਰੱਬ ਹੈਗਾ, ਜਦੋਂ ਕਹਿੰਦੇ ਚੰਗਾ ਕੰਮ ਨਹੀਂ ਹੁੰਦਾ ਕਹਿੰਦੇ ਹੈ ਨਾ ਯਾਰ ਐਵੇਂ ਹੈ ਯਾਰ ਸਿਸਟਮ ਜਾਏ ਹੈ ਨਾ। ਉਹਦਾ ਪੇਪਰ ਕਲੀਅਰ ਹੋ ਗਿਆ ਤਾਂ ਹੈਗਾ ਹੈ ਨਾ ਪਾਠ ਪੂਜਾ, ਜਦ ਨਹੀਂ ਹੈਗਾ ਯਾਰ ਐਵੇਂ ਮੈਂ ਤਾਂ ਭਕਾਈ ਮਾਰੀ ਇੰਨੀ। ਸੋ ਦਿਸ ਇਜ਼ ਆਲ ਟੂ ਡੂ ਵਿਦ ਯੋਰ ਸਾਈਕੋਲੋਜੀ। ਹੁਣ ਤੁਸੀਂ ਭਗਤ ਸਿੰਘ ਦਾ ਐਗਜ਼ਾਮਪਲ ਲਓ, ਇੱਕ ਬੰਦਾ ਬਿਲਕੁਲ ਇਸ ਸਪੈਕਟਰਮ ਤੇ ਲਾਈ ਕਰ ਰਿਹਾ, ਏਥੀਸਟ ਹੈ, ਉਹਨੇ ਕਿਤਾਬ ਲਿਖੀ ਹੈ ਮੈਂ ਨਾਸਤਕ ਕਿਉਂ ਹਾਂ, ਹੈ ਨਾ। ਇੱਕ ਬੰਦਾ ਪੂਰਾ ਇਸ ਲੈਵਲ ਤੇ ਹੈ ਕਿ ਭਾਈ ਮੈਂ ਤਾਂ ਕਨਵਿੰਸਡ ਹੈ ਕਿ ਰੱਬ ਹੈ ਹੀ ਨਹੀਂ। ਤੁਸੀਂ ਇਹ ਸੋਚੋ ਜਦੋਂ ਉਹਨੂੰ ਫਾਂਸੀ ਤੇ ਚੜਾਉਣਾ ਸੀਗਾ ਸਰਦਾਰ ਭਗਤ ਸਿੰਘ ਨੂੰ, ਉਹਨੇ ਕਿਤਾਬ ਲਿਖੀ ਸੀ ਕਿ ਫਾਂਸੀ ਨੇੜੇ ਆ ਰਹੀ ਸੀ। ਉਹਨੇ ਸਟੇਟਮੈਂਟ ਲਿਖੀ, ਕਹਿੰਦਾ ਜਦੋਂ ਮੌਤ ਨੇੜੇ ਹੁੰਦੀ ਹੈ, when the death is near you, most of the people go to God। ਸੱਚਾਈ ਹੈ ਇਹ, ਹੈ ਨਾ। ਬਜ਼ੁਰਗ ਬੰਦਾ ਕਿਉਂ ਰੱਬ 'ਚ ਬਿਲੀਵ ਕਰਨਾ ਸ਼ੁਰੂ ਕਰਦਾ, ਉਹਨੂੰ ਕਹਿੰਦਾ ਰੱਬ ਕੋਲ ਜਾਣਾ ਹੈ ਨਾ, ਇਸ ਲਈ ਰੱਬ ਨੂੰ ਬਿਲੀਵ ਕਰੋ, ਹੈ ਨਾ, ਪਾਠ ਪੂਜਾ ਕਰੋ। He says death is nearby, ਮੈਨੂੰ ਪਤਾ ਮੇਰੀ ਮੌਤ ਬਿਲਕੁਲ ਨਾਲ ਹੈਗੀ ਹੈ, ਸਟਿਲ ਮੈਂ ਖੜਾ ਇਸ ਗੱਲ ਤੇ ਕਿ ਰੱਬ ਨਹੀਂ ਹੈਗਾ। ਸੋ ਯੂ ਗੈਟਿੰਗ ਦ ਪੁਆਇੰਟ। ਸੋ ਉਹਦੀ ਜਿਹੜੀ ਉਹਦੀ ਸਟਰੈਂਥ ਹੈ ਉਹ ਕਿੰਨੀ ਜ਼ਿਆਦਾ ਸਟਰੋਂਗ ਹੋਏਗੀ, ਕਿਉਂਕਿ ਉਹਨੂੰ ਪਤਾ ਹੈ ਕਿ 23rd of March 1931 his fate is sealed, है ना। लेकिन still he believes that God is not there, and that's the idea he believes in। वो इतना ज्यादा convinced है कि God नहीं है। So he is an atheist। And on the other hand, Lala Lajpat Rai is roughly in this bracket, जिसे वो आर्य समाजी है, and he's trying to promote this entire infallibility of Vedas and everything। And ideological difference देखो ਤੁਸੀਂ, ਇੱਕ ਬੰਦਾ ਬਿਲਕੁਲ religiously है ना उस bracket ਦੇ ਵਿੱਚ fall ਕਰ ਰਿਹਾ ਹੈ, ਦੂਜੇ ਪਾਸੇ ਉਹਦੇ ਬਿਲकुल totally opposite एक political scenario है जिथे वो बिल्कुल ही atheist है। He did not like Lala Lajpat Rai। He said, "I'm going just because it had a political statement कि ਆਪਾਂ ਨੇ ਇਹ ਕੋਈ revenge ਨਹੀਂ ਹੈਗਾ personal loss ਕਰਕੇ, ਇਹ ਇੱਕ political statement ਹੈਗੀ ਹੈ ਕਿ ਜੇ ਤੁਸੀਂ ਸਾਡੇ ਲੀਡਰ ਨੂੰ ਮਾਰੋਗੇ ਅਸੀਂ ਤੁਹਾਡੇ ਲੀਡਰ ਨੂੰ ਅਟੈਕ ਕਰਾਂਗੇ। ਇਹ ਕੋਈ personal revenge ਨਹੀਂ ਹੈਗਾ। personal revenge ਹੋ ਵੀ ਨਹੀਂ ਸਕਦਾ ਕਿਉਂਕਿ personally ਮੇਰੇ thought process लाला लाजपत राय नाल अलाइन नहीं करते, है ना। लेकिन पॉलिटिकल रिवेंज जरूर है। यू गेटिंग द पॉइंट गाइस। ये समझन ये जेड़ा थॉट है बहुत बड़े लेवल दा थॉट है, जे समझ जो दा मतलब बल्ले बल्ले हो जानी है, ठीक है। सो इट्स अ वेरी वेरी इंपॉर्टेंट थॉट। द किलिंग ऑफ Saunter was not a personal revenge, it was a political revenge and the reason was political। लेकिन भगत सिंह ਨੂੰ ਕਿਹਾ ਗਿਆ ਕਿ ਤੂੰ personal ਕਰਨਾ ਕਰਕੇ ਇਹਨੂੰ ਮਾਰਿਆ ਹੈ, ਐਂਡ ਉਹਨੂੰ rather than giving it a political crime, ਇੱਕ personal crime ਉਹਨੂੰ define ਕਰਕੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਹਨੂੰ ਕਹਿ ਦਿੱਤਾ ਗਿਆ ਕਿ ਪੋਲੀਟੀਕਲ ਅਸੈਸੀਨੇਸ਼ਨ ਨਹੀਂ ਸੀ, ਕ੍ਰਾਈਮ ਸੀਗਾ। ਸੋ ਦੇयर ਇਜ਼ ਅ ਡਿਫਰੈਂਸ ਬਿਟਵੀਨ ਪੋਲੀਟੀਕਲ ਅਸੈਸੀਨੇਸ਼ਨ ਐਂਡ ਕ੍ਰਾਈਮ, ਠੀਕ ਹੈ। ਕ੍ਰਾਈਮ ਤਾਂ ਮਰਡਰ ਕਿਸੇ ਦਾ ਵੀ ਕਰ ਦੋ ਤੁਸੀਂ, ਉਹ ਕ੍ਰਾਈਮ ਹੁੰਦਾ ਹੈ। ਪਰਸਨਲ ਕਰਨਾ ਕਰਕੇ ਤੁਸੀਂ ਕਿਸ ਨੂੰ ਮਾਰਿਆ ਹੈ, ਉਹ ਰਾਜਨੀਤਿਕ ਕਰਨਾ ਕਰਕੇ ਮਾਰਿਆ ਹੈ, that's a different that should have different ways of examining। so that's the idea anyways। तो ਇਹ ਪੂਰਾ ਦਾ ਪੂਰਾ ਆਪਣਾ ਦयानंद सरस्वती ਦੀ ਜਿਹੜੀ ਹੈ ਉਹ ਕਹਾਣੀ ਸੀ। I hope ਅੱਛਾ ਟਾਈਮ ਬਹੁਤ ਹੋ ਗਿਆ ਨਾ ਤੁਹਾਡਾ, ਹਾਂ ਬੱਚੇ ਜਾ ਰਹੇ ਹੈ 7 ਵਜ ਗਏ। So yesterday tomorrow we'll start the discussion further, ਅੱਗੇ ਲੈ ਕੇ ਜਾਵਾਂਗੇ ਡਿਸਕਸ਼ਨ ਨੂੰ, ਐਂਡ ਆਪਾਂ ਜਲਦੀ ਕੰਪਲੀਟ ਕਰਾਂਗੇ ਇਹਨਾਂ ਸਾਰੇ ਰਿਫਾਰਮਰਸ ਨੂੰ, ਠੀਕ ਹੈ। ਚਲੋ तो ਕੱਲ ਮਿਲਦੇ ਹਾਂ ਆਪਾਂ, ठीक है। 7 o'clock हो गया, बच्चा ने बाकी क्लासेस भी लगानी है। तो तुसी प्लीज एक काम करियो गाइस, है ना, जो रह गए है तो काइंडली मेक श्योर कि तुसी आने वाले ਜਿਹੜੀਆਂ स्लाइड्स है वो जरूर पढ़ियो, है ना। तो वो स्लाइड्स अपनी पढ़ लियो, सोशल रिफॉर्म्स तक ये स्लाइड्स अपनी कंप्लीट कर लियो, एंड उसके बाद फिर आप आगे चलना, ठीक है। चलो थैंक यू एवरीवन।